ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਨਲਾਈਨ ਗੁਰਮਤਿ ਕਲਾਸ ਵਿੱਚ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ, ਕੁਝ ਦਿਨ ਤੋਂ ਅਸੀਂ ਮਾਝ ਕੀ ਵਾਰ ਦੀ ਵਿਚਾਰ ਸਾਂਝੀ ਕਰਕੇ ਤੇ ਜੀਵਨ ਜੁਗਤ ਸਿੱਖਣ ਦਾ ਯਤਨ ਕਰ ਰਹੇ ਹਾਂ। ਕੱਲ ਤੱਕ ਅਸੀਂ 15 ਪੌੜੀਆਂ ਦੀ ਵਿਚਾਰ ਸਾਂਝੀ ਕਰ ਚੁੱਕੇ ਹਾਂ। ਅੱਜ 16 ਨੰਬਰ ਪੌੜੀ ਦੀ ਵਿਚਾਰ ਆਰੰਭ ਕਰਾਂਗੇ। ਇਸ ਪੌੜੀ ਦੇ ਨਾਲ ਪਹਿਲਾ ਸ਼ਲੋਕ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਹੈ। ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 145 ਤੇ ਅੰਕਿਤ ਹੈ। ਗੁਰਦੇਵ ਪਾਤਸ਼ਾਹ ਜੀ ਨੇ ਇਹਨਾਂ ਸ਼ਲੋਕਾਂ ਰਾਹੀਂ ਮਨੁੱਖੀ ਸੁਭਾਅ ਨੂੰ ਸਾਡੇ ਸਾਹਮਣੇ ਪੇਸ਼ ਕੀਤਾ ਹੈ ਕਿ ਕਿਵੇਂ ਮਨੁੱਖ ਜੋ ਹੈ ਆਪਣੇ ਗਲਤ ਸੁਭਾਅ, ਗਲਤ ਸੋਚ ਕਰਕੇ ਆਪਣੀ ਇਸ ਜ਼ਿੰਦਗੀ ਨੂੰ ਨਰਕ ਬਣਾ ਲੈਂਦਾ ਹੈ। ਔਰ ਉਹ ਛੋਟੇ ਤੋਂ ਲੈ ਕੇ ਵੱਡੇ ਤੱਕ ਦੁਨੀਆ ਦਾ ਕੋਈ ਵੀ ਜੋ ਮਨੁੱਖ ਹੈ, ਚਾਹੇ ਅਮੀਰ ਹੈ, ਗਰੀਬ ਹੈ, ਜੇ ਉਹਦੀ ਜ਼ਿੰਦਗੀ ਦੇ ਅੰਦਰ ਸ਼ੁਭ ਗੁਣ ਨਹੀਂ ਹਨ, ਉਹਦੀ ਸੋਚ ਚੰਗੀ ਨਹੀਂ ਹੈ, ਤਾਂ ਉਹ ਦੁਖੀ ਹੋਏਗਾ। ਲੇਕਿਨ ਖਾਸ ਕਰਕੇ ਜੋ ਰਾਜੇ ਨੇ, ਬਾਦਸ਼ਾਹ, ਹੁਕਮਰਾਨ ਨੇ, ਜੇਕਰ ਉਹ ਲੋਕ ਗਲਤ ਹੋ ਜਾਣ ਤਾਂ ਫਿਰ ਤਾਂ ਪ੍ਰਜਾ ਦਾ ਬੁਰਾ ਹਾਲ ਹੋ ਜਾਣਾ ਸੁਭਾਵਿਕ ਹੈ। ਆਓ ਬੜੇ ਪਿਆਰ ਨਾਲ ਵਿਚਾਰ ਕਰੀਏ। ਕਲ ਕਾਤੀ ਰਾਜੇ ਕਾ ਸਾਈ, ਧਰਮ ਪੰਖ ਕਰ ਉਡਰਿਆ। ਕਲ ਦਾ ਮਤਲਬ ਕਲਯੁਗ, ਤੇ ਇਹ ਚੀਜ਼ ਜਿਹੜੀ ਖਾਸ ਕਰਕੇ ਸਮਝਣ ਵਾਲੀ ਹੈ, ਕਿਉਂਕਿ ਇਹ ਕਲਯੁਗ, ਸਤਯੁਗ, ਤ੍ਰੇਤਾ, ਦੁਆਪਰ ਆਦਿਕ ਯੁੱਗ ਨੇ। ਇਹ ਕੁਝ ਲੋਕਾਂ ਨੇ ਮੰਨਿਆ ਹੈ ਇਹਨਾਂ ਨੂੰ ਕਿ ਇੰਨੇ ਸਾਲ ਦਾ ਸਤਯੁਗ ਹੈ, ਇੰਨੇ ਸਾਲ ਬਾਅਦ ਜਿਹੜਾ ਹੈ ਦੂਜਾ ਯੁੱਗ ਬਦਲ ਜਾਂਦਾ ਹੈ, ਫਿਰ ਸੁਭਾਅ ਬਦਲ ਜਾਂਦੇ ਨੇ। ਪਰ ਗੁਰਮਤ ਨੇ ਕਿਸੇ ਯੁੱਗ ਨੂੰ ਚੰਗਾ ਔਰ ਮਾੜਾ ਨਹੀਂ ਸਮਝਿਆ। ਕੋਈ ਵੀ ਵਕਤ ਨਾ ਚੰਗਾ ਹੈ ਨਾ ਮਾੜਾ ਹੈ ਆਪਣੇ ਆਪ ਵਿੱਚ। ਉਸ ਵਕਤ ਨੂੰ ਜਾਂ ਕਿਸੇ ਵਸਤੂ ਨੂੰ ਤੁਸੀਂ ਵਰਤੋਂ ਵਿੱਚ ਕਿਵੇਂ ਲਿਆਓਗੇ, ਉਹਦੀ ਵਰਤੋਂ ਉਹਨੂੰ ਚੰਗਿਆ ਜਾਂ ਮਾੜਾ ਬਣਾਏ। ਜਿਵੇਂ ਅਸੀਂ ਰੋਜ਼ ਵਿਚਾਰ ਕਰਦੇ ਹਾਂ, ਹੁਣ ਮੇਰੀ ਜ਼ਬਾਨ ਹੀ ਹੈ, ਜ਼ਬਾਨ ਤਾਂ ਸਿਰਫ ਜ਼ਬਾਨ ਹੈ। ਹੁਣ ਮੈਨੂੰ ਚੰਗਾ ਜਾਂ ਮਾੜਾ ਮੇਰੀ ਜ਼ਬਾਨ ਨੇ ਬਣਾਉਣਾ। ਤੁਹਾਡੇ ਨਾਲ ਮੇਰੇ ਸੰਬੰਧ ਸੁਖਾਵੇਂ ਰਹਿਣਗੇ ਜਾਂ ਮਾੜੇ ਰਹਿਣਗੇ, ਮੇਰੀ ਜ਼ਬਾਨ ਇਹਦੇ ਵਿੱਚ ਰੋਲ ਕਰੇਗੀ ਇਹਦਾ। ਜੇ ਮੇਰੇ ਬੋਲ ਮਿੱਠੇ ਨੇ, ਪਿਆਰੇ ਨੇ, ਸੱਚੇ ਨੇ, ਤਾਂ ਤੁਹਾਡੇ ਨਾਲ ਸੰਬੰਧ ਚੰਗੇ ਬਣਨਗੇ। ਜੇ ਬੋਲ ਮਾੜੇ ਨੇ ਤਾਂ ਸੰਬੰਧ ਵਿਗੜਨਗੇ। ਹੁਣ ਜ਼ਬਾਨ ਨਾ ਚੰਗੀ ਹੈ ਨਾ ਮਾੜੀ, ਮੈਂ ਯੂਜ਼ ਕਿਵੇਂ ਕਰਾਂਗਾ ਇਹਦੇ ਤੇ ਡਿਪੈਂਡ ਕਰੇਗਾ। ਇਸੇ ਤਰ੍ਹਾਂ ਜਿਨ੍ਹਾਂ ਨੂੰ ਯੁੱਗਾਂ ਨੂੰ ਕਿਹਾ ਜਾਂਦਾ ਹੈ ਕਿ ਇਹ ਯੁੱਗ ਚੰਗਾ ਹੈ ਤੇ ਦੂਜਾ ਯੁੱਗ ਮਾੜਾ ਹੈ, ਇਹ ਇੱਕ ਬਹੁਤ ਵੱਡਾ ਭੁਲੇਖਾ ਹੈ ਔਰ ਬੜਾ ਵੱਡਾ ਭਰਮ ਬੰਦੇ ਦੀ ਜ਼ਿੰਦਗੀ ਵਿੱਚ ਪਾਇਆ ਗਿਆ ਹੈ। ਔਰ ਸਾਨੂੰ ਇਹ ਸਮਝਾਇਆ ਗਿਆ ਹੈ ਕਿ ਸਤਯੁਗ ਜਿਹੜਾ ਹੈ ਉਹ ਬਹੁਤ ਚੰਗਾ ਸੀ ਤੇ ਉਦੋਂ ਸਾਰੇ ਹੀ ਲੋਕ ਬੜੇ ਚੰਗੇ ਸਨ, ਕਿਉਂਕਿ ਉਦੋਂ ਦੇਵਤੇ ਸਨ। ਹੁਣ ਥੋੜਾ ਜਿਹਾ ਧਿਆਨ ਦਿਓ, ਸਤਯੁਗ ਜਦੋਂ ਇਹ ਸੰਸਾਰ ਸ਼ੁਰੂ ਹੋਇਆ, ਉਦੋਂ ਮਨੁੱਖ ਦੇ ਕੋਲ ਪੂਰੇ ਬੋਲ ਵੀ ਨਹੀਂ ਸਨ, ਇਹਦੇ ਕੋਲ ਭਾਸ਼ਾ ਵੀ ਨਹੀਂ ਸੀ, ਇਹਦੇ ਕੋਲ ਰਹਿਣ ਵਾਲੀਆਂ ਥਾਵਾਂ ਨਹੀਂ ਸਨ, ਜੰਗਲਾਂ ਦੇ ਅੰਦਰ ਵਿਚਰਦਾ, ਪਸ਼ੂਆਂ ਦੀ ਤਰ੍ਹਾਂ ਵਿਚਰਦਾ ਸੀ। ਤਾਂ ਕਿੰਨਾ ਕੁ ਸੁੱਖ ਹੋਏਗਾ ਇਸ ਬੰਦੇ ਨੂੰ। ਪਹਿਲੀ ਗੱਲ ਇਹ। ਦੂਜੀ ਗੱਲ, ਜਿਸ ਯੁੱਗ ਨੂੰ ਅਸੀਂ ਬਹੁਤ ਚੰਗਾ ਸਮਝਦੇ ਹਾਂ, ਸਤਯੁਗ, ਤੇ ਕਲਯੁਗ ਨੂੰ ਅਸੀਂ ਮਾੜਾ ਕਹਿੰਦੇ ਹਾਂ। ਹੁਣ ਬ੍ਰਹਮਾ ਸਤਯੁਗ ਦੇ ਵਿੱਚ ਹੀ ਹੋਇਆ ਹੈ ਮਿਥਿਹਾਸ ਮੁਤਾਬਕ, ਤੇ ਉਹਦੇ ਨਾਲ ਜੋ ਸਟੋਰੀਆਂ ਜੁੜੀਆਂ ਨੇ, ਮੈਨੂੰ ਦੁਹਰਾਉਣ ਦੀ ਲੋੜ ਨਹੀਂ ਕਿ ਆਪਣੀ ਹੀ ਬੇਟੀ ਦੇ ਉੱਤੇ ਉਹ ਮੈਲੀ ਨਜ਼ਰ ਰੱਖਦਾ ਹੈ। ਤਾਂ ਜਿਸ ਯੁੱਗ ਦੇ ਅੰਦਰ ਇੱਕ ਪਿਓ ਆਪਣੀ ਬੇਟੀ ਤੇ ਮੈਲੀ ਨਜ਼ਰ ਰੱਖਦਾ ਹੋਵੇ, ਕੀ ਉਹ ਯੁੱਗ ਬੜਾ ਚੰਗਾ ਸੀ? ਕੀ ਉਸ ਯੁੱਗ ਨੂੰ ਚੰਗਾ ਕਹੋਗੇ? ਔਰ ਕੀ ਉਸ ਬੰਦੇ ਨੂੰ ਤੁਸੀਂ ਰੱਬ ਵਰਗਾ ਸਮਝ ਕੇ ਪੂਜੋਗੇ? ਨਹੀਂ ਨਾ। ਤਾਂ ਸਾਡੇ ਅੰਦਰ ਭਰਮ ਪੈਦਾ ਕੀਤਾ ਗਿਆ ਨਾ। ਇੰਦਰ ਦੇਵਤਾ, ਜਿਹਨੂੰ ਦੇਵਤਾ ਕਿਹਾ ਜਾਂਦਾ, ਸਤਯੁਗ ਵਿੱਚ ਹੀ ਹੋਇਆ ਨਾ। ਤਾਂ ਇੰਦਰ ਦੇਵਤਾ ਜਿਹੜਾ ਹੈ, ਦੇਖੋ, ਗੌਤਮ ਤਪਾ, ਅਹਿਲਿਆ ਇਸਤਰੀ, ਤਿਸ ਦੇਖ ਇੰਦਰ ਲੁਭਾਇਆ, ਇਹ ਚੀਜ਼ਾਂ ਰਾਮਲੀਲਾ ਦੇ ਵਿੱਚ ਹਰ ਸਾਲ ਵਿਖਾਈਆਂ ਜਾਂਦੀਆਂ ਕਿ ਗੌਤਮ ਦੀ ਔਰਤ ਦੇ ਨਾਲ ਉਹ ਵਿਚਾਰ ਕਮਾ ਰਿਹਾ ਹੈ। ਤਾਂ ਕੀ ਉਸ ਯੁੱਗ ਨੂੰ ਚੰਗਾ ਸਮਝੋਗੇ ਜਿੱਥੇ ਦੂਜਿਆਂ ਦੀਆਂ ਔਰਤਾਂ ਦੇ ਨਾਲ ਵਿਚਾਰ ਕਮਾਇਆ ਜਾਏ, ਧੋਖੇ ਧੜੀਆਂ ਕੀਤੀਆਂ ਜਾਣ? ਜੇ ਅਗਲੇ ਯੁੱਗ ਦੇ ਅੰਦਰ ਆ ਜਾਈਏ ਤਾਂ ਪਾਂਡਵ ਜੂਆ ਖੇਲ ਰਹੇ ਨੇ। ਹੁਣ ਜਿਸ ਯੁੱਗ ਦੇ ਅੰਦਰ ਜੂਆ ਖੇਲ ਕੇ ਜਨਾਨੀਆਂ ਨੂੰ ਜੂਏ ਦੇ ਅੰਦਰ ਹਾਰਿਆ ਜਾਏ ਇੱਕ ਚੀਜ਼ ਸਮਝ ਕੇ, ਕੀ ਉਸ ਯੁੱਗ ਨੂੰ ਚੰਗਾ ਕਹੋਗੇ?
ਕਿ ਕਲਯੁਗ ਨੂੰ ਅਸੀਂ ਮਾੜਾ ਕਹਿ ਰਹੇ ਹਾਂ, ਜਿਸ ਯੁੱਗ ਦੇ ਅੰਦਰ 10 ਗੁਰੂ ਸਾਹਿਬਾਨ ਹੋਏ ਨੇ, ਸਾਰੇ ਭਗਤ ਜਨ ਹੋਏ ਨੇ, ਕੀ ਉਸ ਯੁੱਗ ਨੂੰ ਮਾੜਾ ਕਹੋਗੇ? ਇਸ ਲਈ ਸਮਾਂ ਨਾ ਚੰਗਾ ਹੁੰਦਾ ਹੈ, ਨਾ ਮਾੜਾ ਹੁੰਦਾ ਹੈ। ਇਸ ਸਮੇਂ ਨੂੰ ਅਸੀਂ ਯੂਜ਼ ਕਿਵੇਂ ਕਰਾਂਗੇ? ਤਾਂ ਇੰਨਾ ਲੰਬਾ ਲੈਕਚਰ ਕਰਨ ਦਾ ਮੇਰਾ ਕਾਰਨ ਇਹ ਸੀ ਕਿ ਕਲ ਕਾਤੀ, ਜੋ ਇੱਥੇ ਕਲ ਸ਼ਬਦ ਆਇਆ ਨਾ, ਕਲਯੁਗ, ਇੱਥੇ ਇੱਕ ਮਨੁੱਖੀ ਸੁਭਾਅ ਦੀ ਗੱਲ ਕੀਤੀ ਗਈ ਹੈ। ਜਿਸ ਨੂੰ ਗੁਰਬਾਣੀ ਵਿੱਚ ਕਲਯੁਗ ਕਿਹਾ ਹੈ ਨਾ, ਉਹ ਚੀਜ਼ ਨੂੰ ਥੋੜਾ ਜਿਹਾ ਸਮਝ ਲੈਣਾ ਗੌਰ ਦੇ ਨਾਲ। ਕਲਯੁਗ ਕਦੋਂ ਪੈਦਾ ਹੁੰਦਾ ਹੈ? ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੁੰਦਾ। ਯਾਨੀ ਜਿਸ ਘੜੀ ਤੇਰੇ ਨਾਲ ਅਸੀਂ ਨਹੀਂ ਨਾ ਮਿਲਦੇ, ਜਿਸ ਘੜੀ ਬੰਦਾ ਸੱਚ ਦੇ ਨਾਲੋਂ ਟੁੱਟ ਜਾਂਦਾ ਹੈ, ਸੱਚ ਦੇ ਨਾਲੋਂ ਟੁੱਟੀ ਹੋਈ ਜਿਹੜੀ ਸੋਚ ਹੈ, ਸੁਭਾਅ ਹੈ, ਉਹ ਕਲਯੁਗ। ਫਿਰ ਧਿਆਨ ਨਾਲ ਸੁਣ ਲਓ ਕਿ ਜਦੋਂ ਬੰਦੇ ਦੀ ਸੁਰਤ ਸੱਚ ਨਾਲੋਂ ਟੁੱਟਦੀ ਹੈ, ਜਿਹੜਾ ਉਹ ਸਮਾਂ ਹੈ ਨਾ ਸੱਚ ਦੇ ਨਾਲੋਂ ਟੁੱਟਿਆ ਹੋਇਆ, ਉਹ ਸਮਾਂ ਕਲਯੁਗ ਹੈ। ਤੇ ਉਸ ਸੁਭਾਅ ਦੇ ਅੰਦਰ ਜੋ ਕੁਝ ਬੰਦਾ ਕਰ ਰਿਹਾ ਹੈ, ਉਹਨੂੰ ਇੱਥੇ ਕਲ ਕਿਹਾ ਜਾ ਰਿਹਾ ਹੈ। ਇੱਥੇ ਕਲਯੁਗੀ ਸੁਭਾਅ ਦੀ ਗੱਲ ਕੀਤੀ ਗਈ। ਸੱਚ ਨਾਲੋਂ, ਰੱਬ ਨਾਲੋਂ, ਗੁਣਾਂ ਨਾਲੋਂ ਟੁੱਟਿਆ ਹੋਇਆ ਜਿਹੜਾ ਸੁਭਾਅ ਹੈ, ਉਹ ਕਲਯੁਗ ਹੈ। ਕਲ ਕਾਤੀ, ਕਾਤੀ ਦਾ ਮਤਲਬ ਛੁਰੀ। ਇਹ ਜੋ ਕਲਯੁਗੀ ਸੁਭਾਅ ਹੈ, ਇਹ ਛੁਰੀ ਬਣਿਆ ਹੋਇਆ ਹੈ। ਰਾਜੇ ਕਾਸਾਈ, ਕਾਸਾਈ ਦਾ ਮਤਲਬ ਕਸਾਈ, ਕੋਣ ਵਾਲੇ, ਜ਼ਾਲਮ। ਤੇ ਰਾਜੇ ਜਿਹੜੇ ਨੇ ਉਹ ਜ਼ਾਲਮ ਹੋ ਰਹੇ ਨੇ, ਇਸ ਸੁਭਾਅ ਦੇ ਨਾਲ ਲੋਕਾਂ ਨੂੰ ਕੋਹ ਰਹੇ ਨੇ। ਹੁਣ ਰਾਜੇ ਛੁਰੀਆਂ ਨਹੀਂ ਮਾਰ ਰਹੇ। ਜੇ ਹੁਣ ਅੱਜ ਦੀਆਂ ਸਰਕਾਰਾਂ ਨੂੰ ਵੇਖਿਆ ਜਾਏ ਤਾਂ ਕਿਸਾਨਾਂ ਨੂੰ ਛੁਰੀਆਂ ਨਹੀਂ ਮਾਰ ਰਹੇ ਕਿ ਚਾਕੂ ਲੈ ਕੇ ਉਹਨਾਂ ਨੂੰ ਮਾਰ ਰਹੇ ਨੇ, ਕਿ ਉਹਨਾਂ ਨੂੰ ਛੁਰੀਆਂ ਦੇ ਨਾਲ ਵਿੰਨ ਰਹੇ ਨੇ। ਛੁਰੀਆਂ ਨਾਲ ਤੇ ਨਹੀਂ ਨਾ ਵਿੰਨ ਰਹੇ, ਲੇਕਿਨ ਵਿੰਨ ਰਹੇ ਨੇ ਛੁਰੀਆਂ ਨਾਲੋਂ ਵੀ ਭੈੜਾ। ਉਹਨਾਂ ਦੇ ਹੱਕ ਖਾਦੇ ਜਾ ਰਹੇ ਨੇ। ਰਿਸ਼ਵਤਖੋਰੀ, ਚੋਰ ਬਜ਼ਾਰੀ, 2 ਨੰਬਰ ਦੇ ਧੰਦੇ, ਐਵੇਂ ਕਸਾਈ ਬਣ ਕੇ ਤੇ ਫਿਰ ਪ੍ਰਜਾ ਦਾ ਸ਼ੋਸ਼ਣ ਕਰਦੇ ਨੇ ਰਾਜੇ। ਉਸ ਸਮੇਂ ਵੀ ਕਰ ਰਹੇ ਸਨ, ਉਦੋਂ ਪਿਤਾ ਪੁਰਖੀ ਰਾਜ ਸੀ। ਅੱਜ ਪਿਤਾ ਪੁਰਖੀ ਰਾਜ ਨਹੀਂ, ਬੇਸ਼ੱਕ ਚਾਚਾ ਭਤੀਜਾਵਾਦ ਅੱਜ ਵੀ ਹੈ। ਤੇ ਇਲੈਕਸ਼ਨ ਦੇ ਅੰਦਰ ਜੋ ਕੁਝ ਹੁੰਦਾ ਹੈ, ਜਿਵੇਂ ਬੂਥਾਂ ਤੇ ਕਬਜ਼ੇ ਕੀਤੇ ਜਾਂਦੇ ਨੇ, ਜਿਵੇਂ ਆ ਮਸ਼ੀਨਾਂ ਹੈਕ ਕਰਨ ਦੀਆਂ ਖਬਰਾਂ ਅਸੀਂ ਆਮ ਸੁਣਦੇ ਹਾਂ, ਜਿਵੇਂ ਸ਼ਰਾਬ ਵਰਤਾਏ ਜਾਂਦੇ ਨੇ, ਵੋਟ ਖਰੀਦੇ ਜਾਂਦੇ ਨੇ, ਔਰ ਫਿਰ ਉਹ ਲੋਕ ਪਹੁੰਚਦੇ ਨੇ ਸੀਟ ਤੇ ਫਿਰ ਜੋ ਕੁਝ ਅੱਗੋਂ ਉਹ ਕਰਦੇ ਨੇ, ਲੋਕਾਂ ਨੂੰ ਕੋਂਦੇ ਨੇ। ਤੇ ਗੱਲ ਸਾਰਿਆਂ ਦੀ ਨਹੀਂ ਹੈ। ਹਰ ਰਾਜਨੀਤਿਕ ਐਵੇਂ ਨਹੀਂ ਹੁੰਦਾ, ਚੰਗੇ ਵੀ ਹੋ ਸਕਦੇ ਨੇ। ਗੱਲ ਉਹਨਾਂ ਦੀ ਹੈ ਜਿਨ੍ਹਾਂ ਨੇ ਇਹ ਸੁਭਾਅ ਬਣਾ ਲਿਆ ਕਿ ਜੋ ਕਲਯੁਗੀ ਸੁਭਾਅ ਹੈ, ਇਹ ਛੁਰੀ ਬਣੀ ਪਈ ਹੈ। ਔਰ ਜਿਹੜੇ ਰਾਜੇ ਤੇ ਬਾਦਸ਼ਾਹ ਨੇ, ਉਹ ਕਸਾਈ ਬਣੇ ਹੋਏ ਨੇ, ਜਨਤਾ ਨੂੰ ਕੋਹ ਰਹੇ ਨੇ। ਧਰਮ ਪੰਖ ਕਰ ਉੱਡਰਿਆ। ਉੱਡਰਿਆ ਦਾ ਮਤਲਬ ਉੱਡ ਗਿਆ ਹੈ, ਪੰਖ ਕਰ ਦਾ ਮਤਲਬ ਖੰਭ ਲਾ ਕੇ। ਤੇ ਗੁਰੂ ਜੀ ਕਹਿੰਦੇ ਨੇ ਇੰਜ ਪ੍ਰਤੀਤ ਹੋ ਰਿਹਾ ਹੈ ਕਿ ਜਿਹੜਾ ਧਰਮ ਹੈ ਉਹ ਖੰਭ ਲਾ ਕੇ ਉੱਡ ਗਿਆ ਹੈ। ਧਰਮ ਇਹਨਾਂ ਦੀ ਜ਼ਿੰਦਗੀ ਵਿੱਚ ਹੈ ਹੀ ਨਹੀਂ। ਧਰਮ ਦਾ ਮਤਲਬ ਫਰਜ਼। ਜੋ ਰਾਜੇ ਦੇ ਫਰਜ਼ ਸਨ, ਉਹ ਤੇ ਉੱਡੇ ਪਏ ਨੇ। ਰਾਜਿਆਂ ਦਾ ਜਿੰਨੇ ਵੀ, ਜੇ ਅੱਜ ਦੀ ਅਸੀਂ ਗੱਲ ਕਰੀਏ, ਜੇ ਪਿਛਲੀ ਗੱਲ ਨੂੰ ਛੱਡ ਦਈਏ, ਜੇ ਅੱਜ ਦੇ ਯੁੱਗ ਵਿੱਚ ਅਸੀਂ ਲਵੀਏ, ਤਾਂ ਜੋ ਰਾਜਨੀਤਿਕ ਲੋਕ ਨੇ, ਉਹਨਾਂ ਦੇ ਫਰਜ਼ ਨੇ ਨਾ ਕਿ ਜੇ ਲੋਕਾਂ ਤੋਂ ਟੈਕਸ ਲੈ ਰਹੇ ਨੇ ਤੇ ਉਸ ਟੈਕਸ ਦੇ ਨਾਲ ਸੁੱਖ ਸਹੂਲਤਾਂ ਪੈਦਾ ਕਰਨ। ਰਾਜਿਆਂ ਦਾ ਫਰਜ਼ ਹੈ ਨਾ। ਸਾਡੀ ਹੁਣ ਜਿਵੇਂ ਇੰਡੀਆ ਦੀ ਜੇ ਗੱਲ ਕਰੀਏ ਤਾਂ ਇੰਡੀਆ ਦੇ ਅੰਦਰ ਜਿੰਨਾ ਮੈਨੂੰ ਪਤਾ ਹੈ, ਜੋ ਅਖਬਾਰਾਂ ਵਿੱਚ ਪੜ੍ਹਦਾ, ਕਿੱਥੋਂ ਤੱਕ ਸੱਚ ਹੈ ਕਿ 29 ਰੁਪਏ ਦੀ ਥਾਲੀ ਮਿਲਦੀ ਹੈ। ਜਿਹੜੇ MP ਵਗੈਰਾ ਨੇ, ਕੰਟੀਨ ਚੋਂ 29 ਰੁਪਏ ਦੀ ਜਾਂ ਇਹਦੇ ਲਗਭਗ ਥਾਲੀ ਮਿਲਦੀ ਹੈ, 30-32 ਦੀ ਲਾ ਲਓ। ਤੇ ਉਹਦੇ ਵਿੱਚ ਸਬਜ਼ੀ ਵੀ ਹੈ, ਪਨੀਰ ਵੀ ਹੈ, ਦਾਲ ਵੀ ਹੈ, ਉਹਦੇ ਅੰਦਰ ਸੈਲਡ ਵੀ ਹੈ, ਨਾਲ ਪੀਣ ਲਈ ਪਾਣੀ ਵੀ ਹੈ, ਚੰਗੇ ਮੇਜ਼ ਤੇ ਦਿੱਤੀ ਜਾ ਰਹੀ ਹੈ, ਉੱਥੇ AC ਵਗੈਰਾ ਵੀ ਲੱਗੇ ਨੇ। ਮੈਨੂੰ ਇਸ ਚੀਜ਼ ਦਾ ਕੋਈ ਇਤਰਾਜ਼ ਨਹੀਂ ਹੈ, ਪਰ ਜੇ 29 ਰੁਪਏ ਦੇ ਨਾਲ ਇਹੋ ਜਿਹੀ ਇੱਕ ਥਾਲੀ MPs ਨੂੰ ਦਿੱਤੀ ਜਾ ਸਕਦੀ ਹੈ, ਤਾਂ ਫਿਰ ਸਰਕਾਰ ਨੂੰ ਚਾਹੀਦਾ ਹੈ ਕਿ ਹਰ ਸ਼ਹਿਰ ਮੁਹੱਲੇ ਦੇ ਅੰਦਰ ਇੱਕ ਇਹੋ ਜਿਹੀ ਕੰਟੀਨ ਬਣਾਈ ਜਾਏ, ਜਿੱਥੇ ਇਹੋ ਜਿਹੀ ਥਾਲੀ 29 ਰੁਪਏ ਦੇ ਅੰਦਰ ਹਰ ਨਾਗਰਿਕ ਨੂੰ ਮਿਲੇ। ਫਿਰ ਤਾਂ ਕੋਈ ਇਤਰਾਜ਼ ਨਹੀਂ ਹੈ। ਲੇਕਿਨ ਟੈਕਸ ਜਨਤਾ ਦਾ, ਫਿਰ ਇੱਕ ਵਾਰੀ ਜੋ MLA MP ਬਣ ਜਾਂਦਾ ਹੈ ਨਾ, 10 ਦਿਨ ਰਹਿ ਜਾਏ, ਉਹਨੂੰ ਫਿਰ 75 ਹਜ਼ਾਰ ਦਾ ਜਿਸ ਵੀ ਹਿਸਾਬ ਦੇ ਨਾਲ ਉਹਨਾਂ ਦੀ ਮਤਲਬ ਪੈਨਸ਼ਨ ਹੈ, ਉਹ ਪੈਨਸ਼ਨ ਦਿੱਤੀ ਜਾਂਦੀ ਹੈ।
ਜੇ ਦੂਜੀ ਵਾਰੀ ਐਮਐਲਏ ਐਮਪੀ ਬਣਦਾ ਫਿਰ ਦੂਜੀ ਤੀਜੀ ਚੌਥੀ ਪੈਨਸ਼ਨ ਕਿੰਨੀ ਉਹ ਪੈਨਸ਼ਨ ਲੈ ਰਹੇ ਨੇ। ਕੀ ਇਹ ਵਪਾਰ ਹੈ? ਔਰ ਜਿਵੇਂ ਇਹਨਾਂ ਦੇਸ਼ਾਂ ਦੇ ਅੰਦਰ ਦੇਖ ਲਓ, ਹੁਣ ਜਿਹੜੇ ਐਮਐਲਏ ਐਮਪੀ ਨੇ ਆਪਣੀਆਂ ਕਾਰਾਂ ਆਪ ਚਲਾ ਕੇ ਜਾਂਦੇ ਨੇ, ਲੇਕਿਨ ਸਾਡੇ ਉੱਥੇ ਗਵਰਨਮੈਂਟ ਵੱਲੋਂ ਉਹਨਾਂ ਨੂੰ ਚੀਜ਼ਾਂ ਮਿਲੀਆਂ ਨੇ, ਡਰਾਈਵਰ ਮਿਲੇ ਨੇ, ਫਿਰ ਇੱਕ ਨੂੰ ਕਿੰਨੇ ਸਿਕਿਉਰਿਟੀ ਗਾਰਡ ਮਿਲੇ ਨੇ। ਤਾਂ ਇਹ ਸਾਰਾ ਪੈਸਾ ਕਿੱਥੋਂ ਆ ਰਿਹਾ? ਜਨਤਾ ਦਾ ਟੈਕਸ। ਇਹਨੂੰ ਕਹਿੰਦੇ ਨੇ ਕਲ ਕਾਤੀ ਰਾਜੇ ਕਾ ਸਾਈ। ਤੇ ਫਿਰ ਜਨਤਾ ਦਾ ਪੈਸਾ ਕਿਵੇਂ ਬਹਾਇਆ ਜਾਂਦਾ ਹੈ? ਇਹ ਸੁਭਾਅ ਹੈ ਤੇ ਇਹ ਸੁਭਾਅ ਨੂੰ ਬਦਲਣ ਦੀ ਜ਼ਰੂਰਤ ਹੈ। ਇਹੀ ਭਗਤੀ ਹੈ। ਜੇ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੇ ਘਰ ਦੇ ਵਿੱਚ ਬਹਿ ਕੇ ਵਾਹਿਗੁਰੂ ਵਾਹਿਗੁਰੂ ਕਰੀ ਜਾਂਦੇ, ਸਤਨਾਮ ਸਤਨਾਮ ਕਰਤਾਰ ਕਰਤਾਰ ਰਾਮ ਰਾਮ ਅੱਲਾ ਅੱਲਾ, ਤੇ ਕਿਸੇ ਨੇ ਕੁਝ ਵੀ ਨਹੀਂ ਸੀ ਕਹਿਣਾ। ਬੜੇ ਲੋਕ ਕਰ ਰਹੇ ਸਨ, ਉਹ ਤੇ ਕੰਮ ਪਹਿਲੋਂ ਕਰ ਹੀ ਰਹੇ ਸਨ, ਇੱਕ ਨਹੀਂ ਹਜ਼ਾਰਾਂ ਕਰ ਰਹੇ ਸਨ। ਯੋਗੀ ਕਰ ਰਹੇ ਸਨ, ਸਿੱਧ ਕਰ ਰਹੇ ਸਨ, ਹੋਰ ਲੋਕ ਪਹਾੜਾਂ ਦੇ ਵਿੱਚ ਸਾਧ ਬੜੇ ਸਨ, ਸੰਨਿਆਸੀ ਸਨ, ਉਹ ਤੇ ਹਜ਼ਾਰਾਂ ਸਨ। ਕਿਸੇ ਸਾਧੂ ਸੰਨਿਆਸੀ ਨੂੰ ਕਿਸੇ ਨੇ ਭੂਤਨਾ ਬੇਤਾਲਾ ਕੁਰਾਈਆ ਨਹੀਂ ਕਿਹਾ, ਵੱਟੇ ਨਹੀਂ ਮਾਰੇ। ਗੁਰੂ ਨਾਨਕ ਦੇਵ ਨੂੰ ਕਿਉਂ ਕਿਹਾ? ਗੁਰੂ ਨਾਨਕ ਦੇਵ ਨੂੰ ਕਹਿਣਾ, ਕੋਈ ਆਖੇ ਭੂਤਨਾ, ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ। ਵਾਹਿਗੁਰੂ ਵਾਹਿਗੁਰੂ ਸਤਨਾਮ ਰਾਮ ਅੱਲਾ ਕਰਨ ਵਾਲੇ ਤੇ ਲੋਕ ਹਜ਼ਾਰਾਂ ਸਨ। ਗੁਰੂ ਅਰਜਨ ਦੇਵ ਜੀ ਦੇ ਟਾਈਮ ਵਿੱਚ ਥੋੜੇ ਸਨ ਪੰਡਿਤ ਮੁੱਲਾ ਮੁਲਾਣੇ ਜਾਂ ਜੋਗੀ ਜਾਂ ਪੰਡਿਤ ਜਾਂ ਬਾਬੇ ਸੰਨਿਆਸੀ, ਥੋੜੇ ਸਨ, ਹਜ਼ਾਰਾਂ ਦੀ ਗਿਣਤੀ ਸਨ। ਪਰ ਕਿਸੇ ਇੱਕ ਵੀ ਯੋਗੀ ਨੂੰ, ਕਿਸੇ ਸੰਨਿਆਸੀ ਬਾਬੇ ਨੂੰ ਤੱਤੀ ਤਵੀ ਤੇ ਪਾਇਆ। ਗੁਰੂ ਅਰਜਨ ਦੇਵ ਜੀ ਨੂੰ ਕਿਉਂ ਉਠਾਇਆ? ਕਿ ਉਹ ਵਾਹਿਗੁਰੂ ਵਾਹਿਗੁਰੂ ਕਰਦੇ ਸੀ ਤਾਂ, ਜਾਂ ਰਾਮ ਰਾਮ ਕਰਦੇ ਸੀ ਤਾਂ? ਨਾ, ਉਹ ਸੱਚ ਬੋਲਦੇ ਸੀ। ਸੱਚ ਬੋਲਣਾ ਹੀ ਭਗਤੀ ਹੈ। ਕਿੰਨੇ ਸਨ ਲੋਕ ਗੁਰੂ ਤੇਗ ਬਹਾਦਰ ਦੇ ਟਾਈਮ ਕਿਸੇ ਹੋਰ ਦਾ ਸ਼ੀਸ਼ ਕਿਉਂ ਨਹੀਂ ਉਤਾਰਿਆ? ਭਾਈ ਮਤੀ ਦਾਸ, ਭਾਈ ਸਤੀ ਦਾਸ ਜੀ ਨੂੰ ਇਸ ਕਰਕੇ ਚੀਰਿਆ ਜਾਂ ਉਬਾਲਿਆ ਜਾਂ ਉਹਨਾਂ ਨੂੰ ਸਾੜਿਆ ਕਿ ਉਹ ਨਾਮ ਜਪਦੇ ਸਨ, ਵਾਹਿਗੁਰੂ ਵਾਹਿਗੁਰੂ ਕਰਦੇ ਸੀ, ਜਾਂ ਰਾਮ ਰਾਮ ਅੱਲਾ ਅੱਲਾ ਕਰਦੇ ਸੀ, ਤੇ ਉਹਨਾਂ ਨੂੰ ਰੋਕਦੇ ਸੀ ਕਿ ਤੁਸੀਂ ਨਾ ਕਰੋ। ਨਾ, ਉਹ ਹਿਊਮਨ ਰਾਈਟਸ ਦੀ ਗੱਲ ਕਰ ਰਹੇ ਸੀ। ਇਸ ਕਰਕੇ, ਇਸ ਲਈ ਹਿਊਮਨ ਰਾਈਟਸ ਦੀ ਗੱਲ ਕਰਨੀ, ਸੱਚ ਬੋਲਣਾ, ਸੱਚ ਵਾਸਤੇ ਆਵਾਜ਼ ਉਠਾਣਾ ਹੀ ਭਗਤੀ ਹੈ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਅੱਜ ਵੀ ਤੁਸੀਂ ਆਪਣੇ ਘਰ ਦੇ ਵਿੱਚ ਬੈਠ ਕੇ ਰਾਮ ਅੱਲਾ ਵਾਹਿਗੁਰੂ ਕਰੀ ਜਾਓ, ਤੁਹਾਨੂੰ ਕੋਈ ਕੁਝ ਨਹੀਂ ਕਹਿੰਦਾ। ਕਹਿੰਦਾ ਕੋਈ? ਬਿਲਕੁਲ ਵੀ ਨਹੀਂ ਕਹਿੰਦਾ। ਲੇਕਿਨ ਤੁਸੀਂ ਸੱਚ ਦੀ ਗੱਲ ਕਰੋ, ਕਿਸੇ ਨੂੰ ਕਹੋ ਕਿ ਤੂੰ ਰਿਸ਼ਵਤ ਲੈਣਾ, ਨਾਲ ਦੇ ਨਾਲ ਤੁਹਾਡੇ ਤੇ ਕੇਸ ਬਣੇਗਾ। ਇਸ ਲਈ ਗੁਰੂ ਜੀ ਦੇਖੋ ਆਪ ਵੀ ਕਹਿ ਰਹੇ ਨੇ ਔਰ ਹਰ ਇਨਸਾਨ ਦੇ ਅੰਦਰ ਇਹ ਹਿੰਮਤ ਭਰ ਰਹੇ ਨੇ ਕਿ ਤੁਸੀਂ ਆਪਣੇ ਅੰਦਰ ਜੁਰਤ ਪੈਦਾ ਕਰੋ ਔਰ ਇਸ ਸੱਚ ਨੂੰ ਪ੍ਰਗਟ ਕਰੋ ਕਿ ਕਲ ਕਾਤੀ ਰਾਜੇ ਕਾ ਸਾਈ, ਧਰਮ ਪੰਖ ਕਰ ਉਡਰਿਆ। ਜੋ ਰਾਜਨੀਤਿਕ ਨੇ ਬਹੁਤੇ, ਉਹਨਾਂ ਦਾ ਸੁਭਾਅ ਛੁਰੀ ਵਾਲਾ ਹੋ ਗਿਆ ਹੈ ਔਰ ਉਹ ਲੋਕਾਂ ਨੂੰ ਕੋਹ ਰਹੇ ਨੇ, ਤੇ ਧਰਮ ਜਿਹੜਾ ਹੈ ਇਹਨਾਂ ਦੀ ਜ਼ਿੰਦਗੀ ਚੋਂ ਖੰਭ ਲਾ ਕੇ ਉੱਡ ਗਿਆ ਹੈ। ਧਰਮ ਕੋਈ ਕੱਪੜੇ ਪਾਉਣ ਦਾ ਨਾਮ ਨਹੀਂ, ਧਰਮ ਮਾਲਾ ਫੇਰਨ ਦਾ ਨਾਮ ਨਹੀਂ, ਧਰਮ ਸਮਾਧੀਆਂ ਲਾਉਣ ਦਾ ਨਾਮ ਨਹੀਂ ਹੈ। ਸੱਚ ਨੂੰ ਆਧਾਰ ਬਣਾ ਕੇ ਮਨੁੱਖੀ ਫਰਜ਼ਾਂ ਨੂੰ ਪੂਰੇ ਕਰਨ ਦਾ ਨਾਮ ਧਰਮ ਹੈ। ਇਹਨਾਂ ਦੀ ਜ਼ਿੰਦਗੀ ਦੇ ਵਿੱਚੋਂ ਧਰਮ ਉੱਡ ਗਿਆ ਹੈ। ਊੜ ਅਮਾਵਸ ਸੱਚ ਚੰਦਰਮਾ, ਦੀਸੈ ਨਾਹੀ ਕਹਿ ਚੜਿਆ। ਊੜ ਦਾ ਮਤਲਬ ਝੂਠ, ਅਮਾਵਸ ਦਾ ਮਤਲਬ ਹੈ ਮੱਸਿਆ ਦੀ ਹਨੇਰੀ ਰਾਤ। ਕਹਿਣ ਦਾ ਮਤਲਬ ਕਿੱਥੇ, ਜਿਵੇਂ ਮੱਸਿਆ ਦੀ ਰਾਤ ਹੁੰਦੀ ਹੈ ਨਾ, ਤੇ ਮੱਸਿਆ ਦੀ ਰਾਤ ਨੂੰ ਚੰਦਰਮਾ ਦਿਸਦਾ ਨਹੀਂ ਹੈ। ਰਾਤ ਨੂੰ ਪੂਰਾ ਹਨੇਰਾ ਹੁੰਦਾ ਹੈ, ਚੰਦਰਮਾ ਦਿਸਦਾ ਹੀ ਨਹੀਂ। ਹੁਣ ਗੁਰੂ ਜੀ ਕਹਿੰਦੇ ਨੇ ਇਸ ਦੁਨੀਆ ਦੇ ਅੰਦਰ, ਮਨੁੱਖੀ ਸੋਚ ਦੇ ਅੰਦਰ, ਇਹਨਾਂ ਰਾਜਿਆਂ ਬਾਦਸ਼ਾਹਾਂ ਦੀ ਸੋਚ ਦੇ ਅੰਦਰ ਕੂੜ ਦਾ ਹਨੇਰਾ ਹੈ, ਮੱਸਿਆ ਦੀ ਰਾਤ। ਸੱਚ ਚੰਦਰਮਾ, ਤੇ ਸੱਚ ਜਿਹੜਾ ਹੈ ਚੰਦਰਮਾ ਦੀ ਤਰ੍ਹਾਂ ਹੈ, ਦਿਸ ਹੀ ਨਹੀਂ ਰਿਹਾ ਕਿ ਕਿੱਥੇ ਚੜਿਆ। ਕਿਤੇ ਮੱਸਿਆ ਦੀ ਰਾਤ ਨੂੰ ਚੰਦਰਮਾ ਦਿਸਦਾ। ਗੁਰੂ ਜੀ ਕਹਿੰਦੇ ਨੇ ਜਦ ਮੈਂ ਦੇਖਦਾ ਹਾਂ ਤੇ ਚਾਰ ਚੁਫੇਰੇ ਮੱਸਿਆ ਬਣੀ ਪਈ ਹੈ, ਝੂਠ ਦੀ, ਝੂਠ ਹੀ ਝੂਠ ਪਸਰਿਆ ਪਿਆ ਹੈ। ਸੱਚ ਜਿਹੜਾ ਹੈ ਚੰਦਰਮਾ ਦੀ ਤਰ੍ਹਾਂ ਮੈਂ ਲੱਭਦਾ ਹਾਂ, ਕਿਤੇ ਲੱਭ ਨਹੀਂ ਰਿਹਾ, ਸੱਚ ਕਿਤੇ ਦਿਸ ਨਹੀਂ ਰਿਹਾ। ਤੇ ਹਕੀਕਤ ਹੈ, ਜੇ ਅਸੀਂ ਇਮਾਨਦਾਰੀ ਦੇ ਨਾਲ ਆਪਣੀ ਜ਼ਿੰਦਗੀ ਵੱਲ ਔਰ ਇਸ ਸਮਾਜ ਵੱਲ ਇੱਕ ਝਾਤ ਮਾਰੀਏ ਤਾਂ ਕੰਡੀਸ਼ਨ ਤਾਂ ਅੱਜ ਵੀ ਇਹੀ ਹੈ। ਬਹੁਤੇ ਥਾਵਾਂ ਤੇ ਬਹੁ ਗਿਣਤੀ ਦੀ ਗੱਲ ਹੈ, ਕਿਉਂਕਿ ਸਾਰੀ ਦੁਨੀਆ ਕਦੇ ਮਾੜੀ ਨਹੀਂ ਹੁੰਦੀ। ਹੈਨ ਵਿਰਲੇ ਨਾ ਹੀ ਕਣੇ, ਫੈਲ ਫਕਰ ਸੰਸਾਰ। ਕੁਝ ਲੋਕ ਚੰਗੇ ਵੀ ਹੁੰਦੇ ਨੇ, ਸੱਚ ਨਾਲ ਜੁੜੇ ਹੁੰਦੇ ਨੇ, ਪਰ ਘੱਟ ਹੁੰਦੇ ਨੇ। ਕੰਡੀਸ਼ਨ ਅੱਜ ਵੀ ਉਹੀ ਹੈ। ਆਪਣੀ ਜ਼ਿੰਦਗੀ ਵੱਲ ਅਸੀਂ ਜੇ ਝਾਤ ਮਾਰ ਕੇ ਵੇਖੀਏ
ਤਾਂ ਨਿੱਕੇ ਨਿੱਕੇ ਝੂਠ ਤੇ ਅਸੀਂ ਵੀ ਬੋਲਦੇ ਹਾਂ। ਪੂਰਨ ਤੌਰ ਤੇ ਸੱਚ ਦੀ ਜਿਹੜੀ ਹੈ ਉਹ ਤੇ ਸਾਡੇ ਅੰਦਰ ਵੀ ਸ਼ਾਇਦ ਨਾ ਹੋਵੇ। ਜਦੋਂ ਅਸੀਂ ਧਰਮ ਦੀ ਦੁਨੀਆ ਵਿੱਚ ਝਾਤ ਮਾਰਦੇ ਹਾਂ ਤਾਂ ਇੱਥੇ ਵਿਮਰਸ਼ਾ ਦੀ ਹਨੇਰੀ ਰਾਤ ਛਾਈ ਹੋਈ ਤੁਹਾਨੂੰ ਦਿਸੇਗੀ। ਕਰਮ ਕਾਂਡ 4 ਚੁਫੇਰੇ, ਜਿਨ੍ਹਾਂ ਦੀ ਮੈਂ ਰੋਜ਼ ਗੱਲ ਕਰ ਰਿਹਾ, ਗੁਰਬਾਣੀ ਰੋਜ਼ ਜਿਨ੍ਹਾਂ ਦੀ ਗੱਲ ਸਾਨੂੰ ਸਮਝਾ ਰਹੀ ਹੈ। ਵਰਤ ਨੇ, ਨਰਾਤੇ ਨੇ, ਸਰਾਧ ਨੇ, ਜੰਤਰ ਨੇ, ਮੰਤਰ ਨੇ, ਤੰਤਰ ਨੇ, ਜੋਤਿਸ਼ ਵਿਦਿਆ ਹੈ, ਤੀਰਥ ਇਸ਼ਨਾਨ ਹੈ, ਝੂਠੇ ਵਿਖਾਵੇ ਦੇ ਪੁੰਨ ਦਾਨ ਨੇ, ਪਾਠ ਪੂਜਾ ਹੈ। ਇਹ ਤੇ ਸਾਰਾ ਕੁਝ ਹੋ ਰਿਹਾ ਤੇ ਕੀ ਇਹ ਕੂੜ ਦੀ ਅਮਾਵਸ ਸੀ ਨਾ। ਇਹ ਕਰਮ ਕਰਨ ਵਾਲੇ ਬੰਦਿਆਂ ਦੀ ਜ਼ਿੰਦਗੀ ਦੇ ਅੰਦਰ ਸੱਚ ਹੈ ਨਹੀਂ, ਸੱਚ ਹੋਰ ਚੀਜ਼ ਸੀ, ਸੱਚ ਤੋਂ ਬੇਖਬਰ ਨੇ। ਔਰ ਜੇ ਰਾਜਨੀਤਿਕਾਂ ਦੀ ਗੱਲ ਕਰੀਏ ਤਾਂ ਅਸੀਂ ਕਰ ਹੀ ਚੁੱਕੇ ਹਾਂ। ਰਾਜੇ ਸ਼ੀਂਹ ਮੁਕੱਦਮ ਕੁੱਤੇ, ਅੱਗੇ ਚੱਲ ਕੇ ਅਸੀਂ ਇਹ ਚੀਜ਼ਾਂ ਪੜ੍ਹ ਸਕਦੇ ਹਾਂ। ਜੇ ਸਮਾਜਿਕ ਦੁਨੀਆ ਵੱਲ ਝਾਤ ਮਾਰੀਏ ਤਾਂ ਸਮਾਜਿਕ ਦੁਨੀਆ ਦੇ ਅੰਦਰ ਵੀ ਬਹੁਤੇ ਥਾਈਂ ਕੂੜ ਹੀ ਹਨ। ਰਿਸ਼ਤਿਆਂ ਨਾਤਿਆਂ ਦੇ ਵਿੱਚ ਕਿੰਨੀ ਕੁ ਇਮਾਨਦਾਰੀ ਹੈ, ਕਿੰਨਾ ਕੁ ਪਰਉਪਕਾਰ ਹੈ। ਵਿਆਹਾਂ ਸ਼ਾਦੀਆਂ ਦੀ ਅਸੀਂ ਗੱਲ ਕਰਦੇ ਹਾਂ ਨਾ, ਦਾਜ ਦਹੇਜ, ਵੇਖਾ ਵਿਖਾਈ, ਦੂਜਾ ਤੀਜਾ, ਹੈ ਨਾ ਸਾਰਾ ਕੁਲ ਕੂੜ। ਤੇ ਜੇ ਸੱਚਾਈ ਬੰਦਾ ਪੇਸ਼ ਕਰੇ ਤਾਂ ਸੱਚਾਈ ਦੇ ਨਾਲ ਜ਼ਿੰਦਗੀ ਸੌਖੀ ਹੋ ਸਕਦੀ ਹੈ। ਅਸੀਂ ਹੁਣ ਦੇਖਦੇ ਹਾਂ ਨਾ, ਬੱਚੇ ਇੱਕ ਦੂਜੇ ਨੂੰ ਦੇਖਦੇ ਨੇ ਤੇ ਫੇਸਬੁੱਕ ਤੇ ਫੋਟੋਆਂ ਪਾਈਆਂ ਨੇ ਨਾ, ਜਾਂ ਸਟੇਟਸ ਤੇ ਅਸੀਂ ਫੋਟੋਆਂ ਲਾਉਂਦੇ ਹਾਂ ਤੇ ਆਧਾਰ ਕਾਰਡ ਤੇ ਸਾਡੀ ਉਹੋ ਜਿਹੀ ਡਰਾਈਵਿੰਗ ਲਾਇਸੈਂਸ ਤੇ ਉਹੋ ਜਿਹੀ ਫੋਟੋ ਨਹੀਂ ਹੁੰਦੀ ਨਾ। ਫਰਕ ਹੈ ਨਾ। ਜੋ ਫੇਸਬੁੱਕ ਤੇ ਸਾਡੀਆਂ ਫੋਟੋਆਂ ਨੇ, ਸਟੇਟਸ ਤੇ ਫੋਟੋ ਹੈ, ਉਸ ਫੋਟੋ ਵਿੱਚ ਔਰ ਸਾਡੀ ਸ਼ਕਲ ਦੇ ਅੰਦਰ ਫਰਕ ਤੇ ਹੈ ਨਾ। ਉੱਥੇ ਅਸੀਂ ਬਿਲਕੁਲ ਟਿਪ ਟਾਪ ਜੀ ਕਰਕੇ ਲਗਾਈ ਹੁੰਦੀ ਨਾ, ਐਨ ਵਧੀਆ ਕਲਰ ਕੁਲਰ ਦੇ ਸਾਰੇ ਦਾਗ ਧੱਬੇ ਮਿਟਾ ਕੇ। ਜਦੋਂ ਅਸੀਂ ਗੁੜੀਆ ਨੂੰ ਵੇਖਣ ਵਾਸਤੇ ਲੋਕ ਜਾਂਦੇ ਨੇ ਤਾਂ ਗੁੜੀਆ ਵੀ ਵਿਚਾਰੀ ਮੇਕਅਪ ਕਰਾ ਕੇ ਬਿਊਟੀ ਪਾਰਲਰ ਤੇ ਸੱਜ ਧੱਜ ਕੇ ਆਈ ਹੁੰਦੀ। ਅਸਲੀਅਤ ਤੇ ਨਹੀਂ ਨਾ ਹੁੰਦੀ, ਸੱਚਾਈ ਤਾਂ ਨਹੀਂ ਹੁੰਦੀ। ਸੱਚਾਈ ਤਾਂ ਇਹ ਹੁੰਦੀ ਜਿਵੇਂ ਰਾਤ ਨੂੰ ਬੰਦਾ ਸਵੇਰੇ ਸੁੱਤਿਆ ਉੱਠ ਕੇ ਮੂੰਹ ਧੋਂਦਾ ਨਾ, ਸੱਚਾਈ ਤੇ ਸ਼ਕਲ ਦੀ ਉਹ ਹੁੰਦੀ। ਤਾਂ ਕਹਿਣ ਤੋਂ ਭਾਵ ਕਿਤੇ ਨਾ ਕਿਤੇ ਹਰ ਥਾਂ ਦੇ ਉੱਤੇ ਝੂਠ ਦੀ ਪ੍ਰਧਾਨਤਾ ਹੈ। ਸਮਾਜਿਕ ਦੁਨੀਆ ਵਿੱਚ, ਰਿਸ਼ਤਿਆਂ ਨਾਤਿਆਂ ਦੇ ਅੰਦਰ, ਜਿਹੜੀ ਆਰਥਿਕ ਦੁਨੀਆ ਹੈ ਉੱਥੇ 2 ਨੰਬਰ ਦੇ ਧੰਦੇ। ਧਰਮ ਦੀ ਦੁਨੀਆ ਵਿੱਚ ਇਹ ਚੀਜ਼ਾਂ ਨਹੀਂ ਸੀ ਚਾਹੀਦੀਆਂ, ਪਰ ਇੱਥੇ ਸਭ ਤੋਂ ਜ਼ਿਆਦਾ ਗੜਬੜ ਨਜ਼ਰੀ ਪੈਂਦੀ ਹੈ। ਤਾਂ ਗੁਰੂ ਜੀ ਕਹਿੰਦੇ ਨੇ, ਕੂੜ ਅਮਾਵਸ ਸੱਚ ਚੰਦਰਮਾ ਦਿਸੈ ਨਾਹੀ ਕਹਿ ਚੜਿਆ। ਕੂੜ ਦੀ ਮੱਸਿਆ, ਕੂੜ ਜਿਹੜਾ ਹੈ ਮੱਸਿਆ ਦੀ ਰਾਤ ਦੀ ਤਰ੍ਹਾਂ ਪਸਰਿਆ ਹੋਇਆ ਹੈ, ਕੂੜ ਦਾ ਹਨੇਰਾ। ਸੱਚ ਚੰਦਰਮਾ ਦੀ ਤਰ੍ਹਾਂ ਅਲੋਪ ਹੈ, ਕਿਤੇ ਦਿਸ ਨਹੀਂ ਰਿਹਾ। ਹੁਣ ਭਾਲ ਵਿਕੁੰਨੀ ਹੋਈ। ਭਾਲ ਦਾ ਮਤਲਬ ਲੱਭ ਲੱਭ ਕੇ, ਢੂੰਡ ਢੂੰਡ ਕੇ। ਵਿਕੁੰਨੀ ਦਾ ਮਤਲਬ ਹੈ ਵਿਆਕੁਲ। ਗੁਰੂ ਜੀ ਕਹਿੰਦੇ ਨੇ, ਮੈਂ ਸੱਚ ਦੇ ਚੰਦਰਮਾ ਨੂੰ ਲੱਭ ਲੱਭ ਕੇ ਵਿਆਕੁਲ ਹੋ ਗਈ ਹਾਂ। ਮੈਂ ਵਿਆਕੁਲ ਹਾਂ, ਪਰੇਸ਼ਾਨ ਹਾਂ। ਔਰ ਹਕੀਕਤ ਹੈ, ਜਦੋਂ ਅਸੀਂ ਜੇ ਇਨਸਾਨੀਅਤ ਤੌਰ ਤੇ ਯੂਨੀਵਰਸਲ ਟਰੁੱਥ ਨੂੰ ਲੈ ਕੇ, ਸੱਚ ਨੂੰ ਲੈ ਕੇ ਇਹ ਜ਼ਿੰਦਗੀ ਦੀ ਪਰਖ ਕਰਦੇ ਆ ਸੰਸਾਰ ਦੀ, ਤਾਂ ਵਿਆਕੁਲ ਤਾਂ ਹੋ ਜਾਈਦਾ। ਆਪਣੇ ਆਪ ਨੂੰ ਵੀ ਪਰੇਸ਼ਾਨ ਹੋ ਜਾਈਦਾ, ਯਾਰ ਅਸੀਂ ਕਰਦੇ ਕੀ ਫਿਰਨੇ ਆ। ਸਾਨੂੰ ਸਭ ਕੁਝ ਪਤਾ ਹੁੰਦਿਆਂ ਹੋਇਆਂ ਵੀ ਅਸੀਂ ਵੀ ਨਹੀਂ ਸੱਚ ਨੂੰ ਅਪਣਾ ਪਾ ਰਹੇ। ਦੁਨੀਆ ਦੇ ਅੰਦਰ 4 ਚੁਫੇਰੇ ਜਦੋਂ ਅਸੀਂ ਵੇਖਦੇ ਹਾਂ ਤਾਂ ਵਿਆਕੁਲਤਾ ਤਾਂ ਹੁੰਦੀ ਹੈ। ਜਦੋਂ ਸਾਨੂੰ ਸੱਚ ਦਾ ਪਤਾ ਹੁੰਦਾ ਹੈ ਤੇ ਜਦੋਂ ਅਸੀਂ ਆਪਣੇ ਕਿਸੇ ਬੱਚੇ ਨੂੰ ਜਾਂ ਭੈਣ ਭਰਾ ਜਾਂ ਰਿਸ਼ਤੇਦਾਰ ਨਾਲ ਕੋਈ ਗੱਲ ਕਰਦੇ ਹਾਂ ਤਾਂ ਉਹ ਬੜੇ ਕੌਨਫੀਡੈਂਸ ਦੇ ਨਾਲ ਝੂਠ ਬੋਲ ਰਿਹਾ ਹੁੰਦਾ ਤੇ ਸਾਨੂੰ ਸੱਚ ਦਾ ਪਤਾ ਹੁੰਦਾ। ਵਿਆਕੁਲ ਤਾਂ ਬੰਦਾ ਹੋ ਜਾਂਦਾ ਨਾ। ਆਮ ਤੁਹਾਡੇ ਕੋਲ ਵੀ ਇੱਕ ਮੈਸੇਜ ਆਉਂਦਾ ਹੋਵੇਗਾ, ਵੀ ਪਤਨੀ ਉਹ ਗੱਲ ਪੁੱਛਦੀ ਜਿਹਦਾ ਉਹਨੂੰ ਪਤਾ ਹੋਏ। ਜਿਹਦਾ ਉਹਨੂੰ ਪਤਾ ਹੋਏ ਨਾ, ਤੁਹਾਡੇ ਨਾਲ ਇੱਕ ਗੱਲ ਕਰਨੀ ਸੀ। ਜਦੋਂ ਪਤਨੀ ਕਹਿੰਦੀ ਹੈ ਨਾ, ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਜਰਾ ਬਹਿ ਕੇ, ਤੇ ਸਵੇਰ ਤੋਂ ਸ਼ਾਮ ਤੱਕ ਤੇ ਖਾਦੇ ਪਰੌਂਠੇ ਤੇ ਪੀਜੇ 버ਗਰ ਤੇ ਸਾਰਾ ਕੁਝ ਭੁੱਲ ਭੱਲ ਜਾਂਦਾ ਤੇ ਇੱਕ ਰੰਗ ਆਉਂਦਾ ਤੇ ਇੱਕ ਜਾਂਦਾ ਵੀ ਉਹਨੇ ਕਿਹੜਾ ਸੱਪ ਕੱਢਣਾ। ਵਿਆਕੁਲ ਤਾਂ ਹੋਣੀ ਤੇ ਨਹੀਂ ਚਾਹੀਦੀ, ਪਰ ਹੋ ਜਾਂਦੀ ਹੈ ਨਾ, ਕਿਉਂਕਿ ਆਪਣੀਆਂ ਸਾਰੀਆਂ ਜਿਹੜੀਆਂ ਗਲਤੀਆਂ ਭੁੱਲਾਂ ਸਾਹਮਣੇ ਪਈਆਂ, ਹੁਣ ਕਿਹਦਾ ਪਤਾ ਲੱਗ ਗਿਆ ਤੇ ਕੀ ਸਿਆਪਾ ਪਿਆ। ਪਰੇਸ਼ਾਨੀ ਤਾਂ ਹੁੰਦੀ ਹੈ। ਗੁਰੂ ਜੀ ਕਹਿੰਦੇ ਨੇ, ਮੈਂ ਸੱਚ ਨੂੰ ਲੱਭ ਲੱਭ ਕੇ ਵਿਆਕੁਲ ਹੋ ਗਿਆ ਹਾਂ, ਕਿਤੇ ਸੱਚ ਲੱਭ ਨਹੀਂ ਰਿਹਾ। ਮੱਸਿਆ ਦੇ ਹਨੇਰੀ ਦੀ ਤਰ੍ਹਾਂ ਝੂਠ ਪਸਰਿਆ ਹੋਇਆ ਹੈ 4 ਚੁਫੇਰੇ। ਆਂਧੇਰੇ ਆਂਧੇਰੈ ਰਾਰੇ ਤੇ ਦਲਾਵਾਂ ਨੇ, ਆਂਧੇਰੈ ਰਾਹ ਨਾ ਕੋਈ, ਇਹਨੂੰ ਰਾਹੋ ਨਹੀਂ ਪੜਨਾ। ਕਿਉਂਕਿ ਜਦੋਂ ਵੀ ਕਿਸੇ ਨਾਉਨ ਦੇ ਆਖਰੀ ਹਾਹੇ ਥੱਲੇ ਔਂਕੜ ਹੋਵੇ ਤਾਂ ਉਹ ਇੱਕ ਵਚਨੀ ਸ਼ਬਦ ਹੁੰਦਾ ਹੈ, ਉਹਦਾ ਉਚਾਰਨ ਨਾਲ ਕੋਈ ਮਤਲਬ ਨਹੀਂ ਹੁੰਦਾ।
ਪਰ ਜਦੋਂ ਕਿਸੇ ਕਿਰਿਆਵਾਚੀ ਸ਼ਬਦ ਦੇ ਆਖਰੀ ਹਾਹੇ ਥੱਲੇ ਔਂਕੜ ਹੋਵੇ, ਉਹਦਾ ਉਚਾਰਨ ਕਰਨਾ ਹੁੰਦਾ ਹੈ, ਕਿਉਂਕਿ ਉਹ ਕਿਰਿਆਵਾਚੀ ਸ਼ਬਦ ਦੇ ਜਾਹੋ, ਖਾਓ, ਪੀਵੋ, ਲੇਵੋ, ਇਹ ਚੀਜ਼ਾਂ। ਇੱਥੇ ਰਾਹ ਪੜਨਾ ਹੈ, ਆਂਧੇਰੇ ਰਾਹ ਨਾ ਕੋਈ। ਹਨੇਰੇ ਦੇ ਅੰਦਰ ਕੋਈ ਰਾਹ ਵੀ ਨਹੀਂ ਦਿਸ ਰਿਹਾ, ਕੋਈ ਉਪਾਅ ਵੀ ਨਹੀਂ ਦਿਸਦਾ ਪਿਆ। ਹੁਣ ਜੇ ਅਸੀਂ ਸੋਚੀਏ ਤੇ ਇਹਦਾ ਉਪਾਅ ਕੀ ਹੈ ਕਿ ਰਾਜਨੀਤਿਕ ਜੋ ਲੋਕ ਬੇਈਮਾਨੀ, ਠੱਗੀ, ਚੋਰੀ ਕਰ ਰਹੇ ਨੇ, ਜਾਂ ਇਹ ਗਲਤ ਰਾਹ ਤੇ ਨੇ, ਜਾਂ ਉਹ ਕਾਨੂੰਨ ਨੂੰ ਲਾਗੂ ਨਹੀਂ ਕਰਾ ਪਾ ਰਹੇ, ਜਾਂ ਆਪਣੇ ਦੇਸ਼ ਦੇ ਅੰਦਰੋਂ ਰਿਸ਼ਵਤਖੋਰੀ, ਚੋਰ ਬਜ਼ਾਰੀ, 2 ਨੰਬਰ ਦੇ ਧੰਦਿਆਂ ਨੂੰ ਬੰਦ ਨਹੀਂ ਕਰਾ ਰਹੇ, ਜਾਂ ਕਰਾ ਨਹੀਂ ਪਾ ਰਹੇ, ਤੇ ਇਹਦਾ ਰਾਹ ਕੀ? ਕੋਈ ਹੈ ਰਾਹ ਸਾਡੇ ਕੋਲ? ਸਮਾਜਿਕ ਦੁਨੀਆ ਦੇ ਅੰਦਰ ਜੇ ਗੜਬੜ ਹੈ, ਰਿਸ਼ਤੇ ਨਾਤੇ ਟੁੱਟ ਰਹੇ ਨੇ, ਭੈਣ ਭਰਾ ਦੂਰ ਹੋ ਰਹੇ ਨੇ, ਮਿੱਤਰਤਾ ਵਿਸਤਰੇੜਾਂ ਪੈ ਰਹੀਆਂ ਨੇ, ਤਾਂ ਰਾਹ ਨਹੀਂ ਲੱਭ ਰਿਹਾ ਵੀ ਇਹਨਾਂ ਨੂੰ ਠੀਕ ਕਰੀਏ ਕਿਵੇਂ। ਜੇ ਧਾਰਮਿਕ ਦੁਨੀਆ ਦੇ ਵਿੱਚ ਆ ਗੜਬੜ ਹੈ, ਜਿਹਦੀ ਅਸੀਂ ਸ਼ੁੱਕਰਵਾਰ ਵਾਲੇ ਦਿਨ ਕਰੀਬ ਕਰੀਬ ਵਿਚਾਰ ਕਰਦੇ ਹਾਂ, ਖੁੱਲੇ ਵਿਚਾਰ, ਤਾਂ ਉਹਨਾਂ ਵਿਚਾਰਾਂ ਦੇ ਵਿੱਚ ਕੋਈ ਰਾਹ ਲੱਭਦਾ ਹੈ? ਫਿਰ ਅਖੀਰ ਇਹੀ ਗੱਲ ਕਹੀਦੀ ਨਾ ਕਿ ਅਸੀਂ ਕਲਾਸ ਵਿੱਚ ਗੱਲ ਕਰ ਰਹੇ ਹਾਂ, ਤੇ ਕਿਤੇ ਜਾ ਕੇ ਲਾਗੂ ਕਰਨ ਦੀ ਟਰਾਈ ਨਾ ਕਰਿਓ, ਪਿਆ ਮੈਂ ਲੱਤਾਂ ਬਾਹਾਂ ਤੜਾ ਲਓ। ਹੈ ਨਾ ਪ੍ਰੋਬਲਮ, ਰਾਹ ਨਹੀਂ ਹੈ ਨਾ। ਜੇ ਪਰਿਵਾਰਕ ਜ਼ਿੰਦਗੀ ਵਿੱਚ ਵੇਖੀ ਤੇ ਪਰਿਵਾਰਕ ਜ਼ਿੰਦਗੀ ਵਿੱਚ ਉਥਲ ਪੁਥਲ ਹੈ, ਉੱਥੇ ਕੋਈ ਰਾਹ ਨਹੀਂ ਲੱਭ ਰਿਹਾ ਵੀ ਛੋਟਾ ਜਿਹਾ ਸਾਡਾ ਪਰਿਵਾਰ ਹੈ, ਪਤੀ ਪਤਨੀ ਆ, 2 ਬੱਚੇ ਨੇ, ਤੇ ਅਸੀਂ 4 ਜਣੇ ਬੰਦੇ ਪਿਆਰ ਨਾਲ ਰਹਿ ਲਈਏ, ਉਹਦਾ ਵੀ ਰਾਹ ਨਹੀਂ ਲੱਭ ਰਿਹਾ, ਕਿਉਂਕਿ ਅਗਿਆਨਤਾ ਹੈ ਨਾ। ਹਨੇਰੇ ਦੇ ਵਿੱਚ ਰਾਹ ਲੱਭ ਹੀ ਨਹੀਂ ਸਕਦਾ। ਚਾਨਣ ਹੋ ਜਾਏ ਤਾਂ ਚਾਨਣ ਦੇ ਵਿੱਚ ਰਾਹ ਲੱਭਣ ਦੀ ਗੁੰਜਾਇਸ਼ ਹੋ ਜਾਂਦੀ ਹੈ, ਕਿਉਂਕਿ ਸਾਨੂੰ ਫਿਰ ਦਿਸਣ ਲੱਗ ਜਾਂਦਾ ਹੈ, ਆਂਧੇਰੇ ਰਾਹ ਨਾ ਕੋਈ। ਵਿੱਚ ਹਉਮੈ ਕਰ ਦੁੱਖ ਰੋਈ, ਇਸ ਹਨੇਰੇ ਵਿੱਚ ਸ੍ਰਿਸ਼ਟੀ ਹਉਮੈ ਦੇ ਕਾਰਨ ਦੁਖੀ ਹੋ ਰਹੀ ਹੈ। ਹਉਮੈ ਦੇ ਕਾਰਨ ਇਹ ਹਨੇਰਾ ਕਿਉਂ ਪਸਰਿਆ ਹੋਇਆ ਹੈ? ਹਉਮੈ ਦੇ ਕਾਰਨ। ਇਸ ਹਨੇਰੇ ਅੰਦਰ, ਅਗਿਆਨਤਾ ਦੇ ਹਨੇਰੇ ਵਿੱਚ ਬੰਦਾ ਹਉਮੈ ਕਰ ਰਿਹਾ ਹੈ, ਹੰਕਾਰ ਕਰ ਰਿਹਾ ਹੈ, ਤੇ ਦੁਖੀ ਹੋ ਕੇ ਰੋ ਰਿਹਾ ਹੈ। ਦੇਖੋ, ਇਸ ਚੀਜ਼ ਨੂੰ ਸਮਝਣ ਦੀ ਲੋੜ ਹੈ। ਇੱਕ ਤਾਂ ਹਨੇਰਾ, ਪਾਪ, ਵਿਕਾਰ, ਮਨੁੱਖੀ ਸੁਭਾਅ ਜਿਹੜਾ ਹੈ ਉਹ ਕਲ ਬਣਿਆ ਹੋਇਆ ਹੈ, ਛੁਰੀ ਬਣਿਆ ਹੋਇਆ ਹੈ। ਇੱਕ ਤੇ ਸੁਭਾਅ ਛੁਰੀ ਵਰਗਾ, ਦੂਜਾ ਹਨੇਰਾ ਅਗਿਆਨਤਾ, ਤੇ ਤੀਜਾ ਬੰਦਾ ਫੁਕਰੀਆਂ ਮਾਰ ਰਿਹਾ ਹੈ, ਜਿਹੜਾ ਰਿਸ਼ਵਤ ਲੈਂਦਾ ਨਾ ਕੋਈ, ਤੇ ਜੇ ਕੋਈ ਦੂਜਾ ਨਾਲ ਦਾ ਫੜਿਆ ਜਾਏ ਤੇ ਦੂਜਾ ਮਾਣ ਦੇ ਨਾਲ ਕਹਿੰਦਾ ਐਵੇਂ ਥੋੜੀ ਕਰੀਦਾ, ਦੇਖ ਮੈਨੂੰ ਦੇਖ, ਤੂੰ ਤੇ 1000 ਰੁਪਇਆ ਲੈ ਕੇ, ਮੈਂ ਤੇ ਲੱਖਾਂ ਰੁਪਇਆ ਲੈ ਕੇ ਨਹੀਂ ਫੜਿਆ ਗਿਆ ਅੱਜ ਤੱਕ। ਨਾਲੇ ਹਉਮੈ ਕਰ ਰਿਹਾ ਹੈ, ਗਲਤ ਕੰਮ, ਤੇ ਉਹਦੇ ਵਿੱਚ ਵੀ ਫੁਕਰੀਆਂ, ਉਹਦੇ ਵਿੱਚ ਵੀ ਹਉਮੈ। ਜੇਬ ਕਤਰਾ ਹੈ, ਜੇਬ ਕਤਰਨਾ ਮਾੜਾ ਹੈ ਨਾ ਕਿਸੇ ਦੀ ਚੋਰੀ ਕਰਨੀ, ਤੇ ਜੇਬ ਕਤਰਾ ਮਾਣ ਕਰ ਰਿਹਾ ਹੈ ਕਿ ਤੂੰ ਤੇ ਤੀਜੇ ਦਿਨ ਹੀ ਫੜਿਆ ਗਿਆ, ਮੈਨੂੰ ਤੇ ਇੰਨੇ ਸਾਲ ਹੋ ਗਏ ਨੇ, ਮੈਂ ਅੱਜ ਤੱਕ ਨਹੀਂ ਫੜਿਆ ਗਿਆ। ਨਾਲ ਗਲਤ ਕੰਮ ਕਰ ਰਿਹਾ ਹੈ, ਨਾਲ ਹਉਮੈ ਕਰ ਰਿਹਾ ਹੈ। ਇੱਕ ਬੰਦਾ ਸ਼ਰਾਬ ਪੀ ਰਿਹਾ ਹੈ, ਸ਼ਰਾਬ ਪੀਣਾ, ਨਸ਼ੇ ਕਰਨਾ ਕਿੰਨੀ ਗਲਤ ਗੱਲ ਹੈ ਨਾ। ਆਪਣੀ ਸਿਹਤ ਖਰਾਬ ਕਰਨੀ, ਪੈਸਾ ਖਰਾਬ ਕਰਨਾ, ਰਿਸ਼ਤੇ ਖਰਾਬ ਕਰਨੇ। ਤੇ ਮੈਂ ਬੜੇ ਕਈ ਵੀਰਾਂ ਨੂੰ ਜਾਣਨਾ ਜਿਹੜੇ ਕਹਿੰਦੇ ਨੇ ਮੈਂ ਨਹੀਂ ਕਦੀ ਬੋਤਲ ਸ਼ਰਾਬ ਦੀ ਪੀ ਜਾਂਦਾ, ਮੈਂ ਕਦੀ ਪਾਣੀ ਵੀ ਨਹੀਂ ਪਾਇਆ। ਵੀ ਬੜੀ ਇਹਦੇ ਵਿੱਚ ਸਿਫਤ ਵਾਲੀ ਕਿਹੜੀ ਗੱਲ ਹੈ? ਇਹਨੂੰ ਕਹਿੰਦੇ ਨੇ ਵਿੱਚ ਹਉਮੈ ਕਰ ਦੁੱਖ ਰੋਈ। ਇੱਕ ਤੇ ਸੁਭਾਅ ਛੁਰੀ ਵਰਗਾ, ਕਲਯੁਗੀ ਸੁਭਾਅ, ਦੂਜੇ ਨੰਬਰ ਦੇ ਉੱਤੇ ਅਗਿਆਨਤਾ, ਪਾਪ, ਤੇ ਫਿਰ ਉਹਨਾਂ ਪਾਪਾਂ ਵਾਸਤੇ ਹਉਮੈ ਕਰਨੀ। ਇਸ ਕਰਕੇ ਦੁਨੀਆ ਰੋ ਰਹੀ ਹੈ, ਵਿੱਚ ਹਉਮੈ ਕਰ ਦੁੱਖ ਰੋਈ। ਜਿਨ੍ਹਾਂ ਦੇ ਅੰਦਰ ਇਹ ਔਗਣ ਨੇ, ਉਹ ਹਉਮੈ ਕਰ ਕਰਕੇ ਦੁਖੀ ਹੋ ਰਹੇ ਨੇ, ਰੋ ਰਹੇ ਨੇ, ਔਰ ਦੂਜਿਆਂ ਨੂੰ ਵੀ ਦੁਖੀ ਕਰ ਰਹੇ ਨੇ। ਇਹ ਉਹਨਾਂ ਦੀ ਗੱਲ ਹੈ ਜਿਨ੍ਹਾਂ ਦੇ ਅੰਦਰ ਇਹ ਦੋਸ਼ ਨੇ। ਉਹ ਨਾਨਕ ਕਿਨ ਬਿਧ ਗਤ ਹੋਈ। ਕਿਨ ਬਿਧ ਦਾ ਮਤਲਬ ਕਿਸ ਤਰੀਕੇ ਨਾਲ, ਗਤ ਦਾ ਮਤਲਬ ਛੁਟਕਾਰਾ। ਹੁਣ ਸਾਰਾ ਹਾਲਾਤ ਬਿਆਨ ਕਰਕੇ ਕਿ ਜਿੱਥੇ ਮੱਸਿਆ ਦੀ ਹਨੇਰੇ ਦੀ ਤਰ੍ਹਾਂ ਝੂਠ ਪਸਰਿਆ ਹੋਵੇ, ਜਿੱਥੇ ਸੱਚ ਮੱਸਿਆ ਦੀ ਰਾਤ ਦੇ ਚੰਦਰਮਾ ਦੀ ਤਰ੍ਹਾਂ ਦਿਸ ਨਾ ਰਿਹਾ ਹੋਵੇ, ਜਿੱਥੇ ਬੰਦੇ ਦਾ ਸੁਭਾਅ ਕਲਯੁਗੀ ਛੁਰੀ ਵਰਗਾ ਬਣ ਗਿਆ ਹੋਵੇ, ਜਿੱਥੇ ਬੰਦਾ ਔਰ ਰਾਜਨੀਤਿਕ ਲੋਕ ਕਸਾਈ ਬਣ ਗਏ ਹੋਣ, ਦੂਜਿਆਂ ਨੂੰ ਕੋਹ ਰਹੇ ਹੋਣ, ਜਿੱਥੇ ਰਾਹ ਲੱਭ ਨਾ ਰਿਹਾ ਹੋਵੇ, ਕਹੋ ਨਾਨਕ ਕਿਨ ਬਿਧ ਗਤ ਹੋਈ। ਗਤ ਦਾ ਮਤਲਬ ਛੁਟਕਾਰਾ। ਤਾਂ ਸਵਾਲ ਕਰ ਰਹੇ ਨੇ ਕਿ ਹੁਣ ਇਸ ਸਮੱਸਿਆ ਦਾ ਸੋਲੂਸ਼ਨ ਕੀ ਹੈ, ਛੁਟਕਾਰਾ ਕਿਵੇਂ ਹੋਵੇ। ਗੱਲ ਹੁਣ ਇਹ ਨਹੀਂ ਕਿ ਇਹਨਾਂ ਸਮੱਸਿਆਵਾਂ ਨੂੰ ਗਿਣੀ ਜਾਈਏ। ਦੇਖੋ, ਸਾਨੂੰ ਵੀ ਇਹ ਮੈਥਡ ਅਪਣਾਉਣਾ ਚਾਹੀਦਾ ਹੈ। ਅਸੀਂ ਬਹੁਤੀਆਂ ਥਾਵਾਂ ਤੇ ਸਮੱਸਿਆਵਾਂ ਗਿਣਦੇ ਹਾਂ,
ਜਿਹੜੇ ਦੋਸ਼ ਨੇ, ਔਗਣ ਨੇ, ਉਹਨਾਂ ਦੀ ਗਿਣਤੀ ਕਰਦੇ ਹਾਂ। ਪਰ ਅਸੀਂ ਕਦੇ ਇਹ ਨਹੀਂ ਸੋਚਿਆ ਵੀ ਇਹਨਾਂ ਤੋਂ ਬਾਹਰ ਕਿਵੇਂ ਨਿਕਲਿਆ ਜਾ ਸਕਦਾ ਹੈ, ਇਹਨਾਂ ਦਾ ਸੋਲੂਸ਼ਨ ਕੀ ਹੈ। ਜੇ ਅਸੀਂ ਸੋਲੂਸ਼ਨ ਨਹੀਂ ਲੱਭਦੇ ਜਾਂ ਸੋਲੂਸ਼ਨ ਨਹੀਂ ਦੱਸਦੇ ਔਰ ਉਹ ਸੋਲੂਸ਼ਨ ਨਹੀਂ ਕਰਦੇ, ਤਾਂ ਸਮੱਸਿਆਵਾਂ ਹੋਰ ਵੱਧਦੀਆਂ ਨੇ, ਹੋਰ ਵੱਧਦੀਆਂ ਨੇ। ਕਹੋ ਨਾਨਕ ਕਿਨ ਵਿਦਗਤ ਹੋਈ, ਹੁਣ ਸਵਾਲ ਕਰ ਰਹੇ ਨੇ ਵੀ ਦੱਸੋ ਕਿਸ ਤਰੀਕੇ ਦੇ ਨਾਲ ਛੁਟਕਾਰਾ ਹੋ ਸਕਦਾ ਹੈ। ਸਮਝ ਆ ਗਈ ਨਾ ਜੀ ਸਾਰੇ ਦੀ ਕਿ ਇਹ ਕੰਡੀਸ਼ਨ ਹੈ, ਇਸ ਕੰਡੀਸ਼ਨ ਦੇ ਅੰਦਰ ਹਰ ਬੰਦਾ ਦੁਖੀ ਹੈ ਔਰ ਹੁਣ ਇਹਦੇ ਤੋਂ ਛੁਟਕਾਰਾ ਕਿਵੇਂ ਹੋਵੇ, ਸਵਾਲ ਇਹ ਹੈ। ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦਾ ਅਗਲਾ ਸ਼ਲੋਕ ਹੈ ਤੇ ਉਹ ਇਹਦਾ ਸੋਲੂਸ਼ਨ ਦੱਸ ਰਹੇ ਨੇ। ਜਦੋਂ ਗੁਰਬਾਣੀ ਨੂੰ ਧਿਆਨ ਦੇ ਨਾਲ ਪੜੋਗੇ ਨਾ, ਗੁਰੂ ਨਾਨਕ ਦੇਵ ਜੀ ਦੀ ਪਾਵਨ ਬਾਣੀ ਪੜੋ, ਤਾਂ ਉਹਦੇ ਵਿੱਚ ਕੁਝ ਸਵਾਲ ਨੇ, ਉੱਤਰ ਨੇ, ਜੀਵਨ ਦੀ ਜੁਗਤ ਹੈ। ਪਰ ਕਈ ਥਾਵਾਂ ਤੇ ਸਾਨੂੰ ਕੋਈ ਚੀਜ਼ ਸਮਝ ਨਹੀਂ ਆਈ, ਤਾਂ ਦੂਜੇ ਗੁਰੂ ਸਾਹਿਬਾਨ ਦੀ ਬਾਣੀ ਪੜੋਗੇ ਨਾ, ਗੁਰੂ ਅੰਗਦ ਦੇਵ ਜੀ ਦੀ, ਗੁਰੂ ਅਮਰਦਾਸ ਜੀ ਦੀ, ਗੁਰੂ ਰਾਮਦਾਸ ਜੀ ਦੀ, ਤਾਂ ਉਹਦੇ ਵਿੱਚ ਤੁਹਾਨੂੰ ਅਗਲੇ ਸ਼ਬਦਾਂ ਦੇ ਅੰਦਰ ਉਹ ਚੀਜ਼ ਖੋਲ ਕੇ ਦੱਸੀ ਹੋਏਗੀ। ਉਹਨਾਂ ਦੇ ਅਰਥ ਤੁਹਾਨੂੰ ਅੱਗੇ ਜਾ ਕੇ ਮਿਲ ਜਾਣਗੇ, ਸੋਲੂਸ਼ਨ ਅੱਗੇ ਮਿਲ ਜਾਏਗਾ। ਤਾਂ ਉਤਲੇ ਸ਼ਲੋਕ ਦੇ ਅੰਦਰ ਜੋ ਸਵਾਲ ਸੀ, ਉਹਦਾ ਜਵਾਬ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੇ ਇਸ ਸ਼ਲੋਕ ਦੇ ਅੰਦਰ ਦਿੱਤਾ ਜਾ ਰਿਹਾ ਹੈ। ਝੂਠ ਦੇ ਹਨੇਰੇ ਨੂੰ ਦੂਰ ਕਰਨ ਲਈ ਕਲਯੁਗ ਦੇ ਅੰਦਰ ਇੱਕ ਰਤਨ ਹੈ। ਕਲਯੁਗ ਦਾ ਮਤਲਬ ਜੋ ਸਾਡਾ ਸੁਭਾਅ ਹੈ, ਨਿਰਾਏ ਦਿਮਾਗ ਸਾਡਾ ਨਾ ਸਮੱਸਿਆਵਾਂ ਕ੍ਰੀਏਟ ਨਹੀਂ ਕਰਦਾ ਕੱਲਾ, ਇਹ ਸਮੱਸਿਆਵਾਂ ਦਾ ਸੋਲੂਸ਼ਨ ਵੀ ਕਰਦਾ ਹੈ। ਕਿਉਂਕਿ ਜਿਹੜਾ ਸਮੱਸਿਆ ਕ੍ਰੀਏਟ ਕਰ ਰਿਹਾ ਨਾ, ਉਹਨੂੰ ਸੋਲੂਸ਼ਨ ਦਾ ਵੀ ਪਤਾ ਹੈ। ਮੇਰੀ ਜ਼ਿੰਦਗੀ ਦੀਆਂ ਜਿੰਨੀਆਂ ਵੀ ਸਮੱਸਿਆਵਾਂ ਨੇ, ਮੇਰੇ ਦਿਮਾਗ ਨੇ ਕੀਤੀਆਂ ਨੇ ਪੈਦਾ, ਤੇ ਜਿਨਨੇ ਮੈਨੂੰ ਉਲਝਾਇਆ ਹੈ ਮੈਨੂੰ ਸੁਲਝਾਏਗਾ ਵੀ। ਗਲਤ ਰਾਸਤਾ ਜਿਹਨੇ ਵਿਖਾਇਆ ਹੈ, ਸਹੀ ਵੀ ਉਹ ਵਿਖਾਏਗਾ। ਜਿਹਨੇ ਗਲਤ ਫੈਸਲੇ ਲਏ ਨੇ, ਉਹ ਸਹੀ ਫੈਸਲੇ ਵੀ ਲੈ ਸਕਦਾ ਹੈ। ਪਰ ਮੈਨੂੰ ਉਹਦੇ ਮੈਥਡ ਦਾ ਨਹੀਂ ਪਤਾ, ਤਾਂ ਗੁਰੂ ਜੀ ਸਾਨੂੰ ਉਹਦਾ ਮੈਥਡ ਸਮਝਾ ਰਹੇ ਨੇ ਕਿ ਇੱਕ ਐਸਾ ਚਾਨਣਾ ਵੀ ਹੈ ਜੋ ਪੂਰੇ ਸੰਸਾਰ ਦੇ ਅੰਦਰ ਚਾਨਣ ਕਰ ਸਕਦਾ ਹੈ। ਇਸ ਸੰਸਾਰ ਦੇ ਅੰਦਰ ਜੋ ਮੱਸਿਆ ਦੀ ਰਾਤ ਹੈ, ਉਹਨੂੰ ਪੂਰਨਮਾਸ਼ੀ ਦੀ ਰਾਤ ਦੇ ਅੰਦਰ ਬਦਲ ਸਕਦਾ ਹੈ। ਤੇ ਉਹ ਮੱਸਿਆ ਦੀ ਰਾਤ ਸਾਡੇ ਦਿਮਾਗਾਂ ਦੇ ਅੰਦਰ ਹੈ, ਸਾਡੀ ਸੋਚ ਵਿੱਚ, ਸਾਡੇ ਮਨ ਵਿੱਚ, ਸਾਡੇ ਬੁੱਧ ਵਿੱਚ। ਕੋਈ ਵੀ ਸ਼ਬਦ ਵਰਤ ਲਓ, ਜੀਵਨ ਵਰਤ ਲਓ, ਜਿਵੇਂ ਕਿਸੇ ਨੂੰ ਸਹੂਲਤ ਲੱਗਦੀ ਹੈ, ਜਿਵੇਂ ਕਿਸੇ ਨੂੰ ਸਮਝ ਆਉਂਦੀ ਹੈ। ਹਨੇਰਾ ਮੇਰੇ ਦਿਮਾਗ ਦੇ ਅੰਦਰ ਹੈ, ਖੋਪਰੀ ਵਿੱਚ ਭਰਿਆ ਪਿਆ ਹੈ, ਪਾਪ ਮੇਰੇ ਅੰਦਰ ਨੇ, ਮੱਸਿਆ ਮੇਰੇ ਅੰਦਰ ਛਾਈ ਹੋਈ ਹੈ, ਤੇ ਮੇਰੇ ਅੰਦਰ ਚੰਦਰਮਾ ਵੀ ਚੜ ਸਕਦਾ ਹੈ। ਮੇਰੀ ਇਹ ਜਿਹੜੀ ਸੋਚ ਹੈ ਪੂਰਨਮਾਸ਼ੀ ਵਰਗੀ ਵੀ ਬਣ ਸਕਦੀ ਹੈ। ਕਿਵੇਂ ਹੋਏਗੀ? ਗੁਰੂ ਅਮਰਦਾਸ ਜੀ ਸਾਨੂੰ ਸਮਝਾ ਰਹੇ ਨੇ, ਕਲ ਕੀਰਤ ਪ੍ਰਗਟ, ਵਿਸ਼ਰਾਮ ਪ੍ਰਗਟ ਤੇ ਲਗਾਣਾ ਹੈ। ਬਹੁਤੇ ਵੀਰ ਪੜ ਜਾਂਦੇ ਨੇ ਕਲ ਕੀਰਤ ਪ੍ਰਗਟ ਚਾਨਣ ਸੰਸਾਰ, ਨਹੀਂ ਪੜਨਾ, ਪ੍ਰਗਟ ਤੇ ਵਿਸ਼ਰਾਮ ਲਗਾਣਾ ਹੈ। ਕਲ ਕੀਰਤ ਪ੍ਰਗਟ, ਇੱਥੇ ਕਲ ਦਾ ਮਤਲਬ ਹੈ ਕਲਯੁਗ ਵਿੱਚ, ਤੇ ਕਲਯੁਗ ਦਾ ਮਤਲਬ ਕਲਯੁਗੀ ਸੁਭਾਅ, ਜੋ ਅੰਦਰ ਕਲਯੁਗੀ ਸੁਭਾਅ ਹੈ। ਸੱਚ ਨਾਲੋਂ ਜਦੋਂ ਬੰਦਾ ਟੁੱਟ ਜਾਂਦਾ ਨਾ, ਸੱਚ ਨਾਲੋਂ ਟੁੱਟ ਕੇ ਜੋ ਸੁਭਾਅ ਅੰਦਰ ਬਣਦਾ ਹੈ, ਉਹਨੂੰ ਕਲਯੁਗ ਕਹਿੰਦੇ ਨੇ। ਘੜੀ ਨਾ ਮਿਲਤੇ ਤਾਂ ਕਲਯੁਗ ਹੁੰਦਾ। ਰੱਬ ਨਾਲੋਂ ਜਦੋਂ ਬੰਦਾ ਟੁੱਟਦਾ ਹੈ, ਉਹ ਜਿਹੜਾ ਸੁਭਾਅ ਹੈ, ਉਹ ਜਿਹੜੀ ਸੋਚ ਹੈ, ਉਹ ਸੋਚ ਕਲਯੁਗ ਹੈ। ਕੀਰਤ ਦਾ ਮਤਲਬ ਹੈ ਪ੍ਰਭੂ ਦੀ ਸਿਫਤ ਸਲਾਹ, ਤੇ ਪ੍ਰਗਟ ਦਾ ਮਤਲਬ ਪ੍ਰਤੱਖ ਤੌਰ ਤੇ। ਚਾਨਣ ਦਾ ਮਤਲਬ ਚਾਨਣ, ਉਜਾਲਾ, ਤੇ ਸੰਸਾਰ ਦਾ ਮਤਲਬ ਸੰਸਾਰ ਵਿੱਚ, ਕਿਉਂਕਿ ਰਾਰੇ ਨਾਲ ਸਿਹਾਰੀ ਹੈ ਸੰਸਾਰ ਵਿੱਚ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਐਸ ਕਲਯੁਗੀ ਸੁਭਾਅ, ਐਸ ਹਨੇਰੇ ਨੂੰ ਦੂਰ ਕਰਨ ਲਈ ਪ੍ਰਭੂ ਦੀ ਸਿਫਤ ਸਲਾਹ ਸਮਰੱਥ ਹੈ। ਪ੍ਰਗਟ ਦਾ ਮਤਲਬ ਸਮਰੱਥ, ਪ੍ਰਤੱਖ ਹੈ। ਇਹ ਸਿਫਤ ਸਲਾਹ ਜਗਤ ਵਿੱਚ ਉੱਗਾ ਚਾਨਣ ਹੈ। ਚਾਨਣ ਸੰਸਾਰ, ਸੰਸਾਰ ਦੇ ਅੰਦਰ ਚਾਨਣ ਮੁਨਾਰਾ ਹੈ। ਕੀ ਇਹ ਚਾਨਣ ਮੁਨਾਰਾ ਜੀ? ਪ੍ਰਭੂ ਦੀ ਸਿਫਤ ਸਲਾਹ। ਪ੍ਰਭੂ ਦੀ ਸਿਫਤ ਸਲਾਹ ਦਾ ਮਤਲਬ ਰੱਬ ਦੇ ਗੁਣ, ਸਤ, ਸੰਤੋਖ, ਦਇਆ, ਧਰਮ, ਧੀਰਜ, ਗਿਆਨ, ਵੈਰਾਗ, ਨਿਮਾਨਤਾ, ਸੇਵਾ, ਸਿਮਰਨ, ਪ੍ਰੇਮ, ਕੁਰਬਾਨੀ, ਨਿਰਭੈਤਾ, ਨਿਰਵੈਰਤਾ, ਇਨਸਾਨੀਅਤ, ਪਿਆਰ, ਮੁਹੱਬਤ। ਇਹ ਸਿਫਤ ਸਲਾਹ ਜਿਹੜੀ ਹੈ, ਇਹ ਚਾਨਣ ਹੈ। ਜੇ ਆਪਣੇ ਅੰਦਰ ਇਹਨਾਂ ਗੁਣਾਂ ਨੂੰ ਪ੍ਰਗਟ ਕਰ ਲਓ,
ਤਾਂ ਤੁਹਾਡੇ ਅੰਦਰ ਪੂਰਨਮਾਸ਼ੀ ਹੋ ਜਾਏਗੀ, ਅੰਦਰ ਚਾਨਣ ਹੋ ਜਾਏਗਾ, ਹਨੇਰਾ ਨਹੀਂ ਰਹੇਗਾ। ਜੇ ਰਾਜਨੀਤਿਕ ਲੋਕ ਜਿਨ੍ਹਾਂ ਦਾ ਸੁਭਾਅ ਛੁਰੀ ਬਣ ਗਿਆ ਹੈ, ਕਲਯੁਗ ਵਰਗਾ, ਜਿਹੜੇ ਕਸਾਈ ਬਣ ਗਏ ਨੇ, ਜੋ ਲੋਕਾਂ ਨੂੰ ਕੋਹ ਰਹੇ ਨੇ, ਜੇ ਉਹ ਆਪਣੇ ਅੰਦਰ ਸ਼ੁਭ ਗੁਣਾਂ ਨੂੰ ਪ੍ਰਗਟ ਕਰ ਲੈਣ ਤਾਂ ਉਹਨਾਂ ਦੀ ਸੋਚ ਦੇ ਅੰਦਰੋਂ ਵੀ ਇਹ ਹਨੇਰਾ ਦੂਰ ਹੋ ਜਾਏਗਾ, ਉਹਨਾਂ ਦਾ ਜੀਵਨ ਵੀ ਪੂਰਨਮਾਸ਼ੀ ਦੀ ਰਾਤ ਬਣ ਜਾਏਗਾ। ਜੇ ਮੈਂ ਆਪਣੇ ਅੰਦਰ ਇਹ ਗੁਣ ਪ੍ਰਗਟ ਕਰ ਲਾਂ, ਮੇਰੇ ਅੰਦਰ ਪੂਰਨਮਾਸ਼ੀ ਵਾਲਾ ਚੰਦਰਮਾ ਚਮਕਣ ਲੱਗ ਜਾਏਗਾ, ਚਾਨਣਾ ਹੋ ਜਾਏਗਾ ਮੇਰੇ ਜੀਵਨ ਵਿੱਚ, ਮੈਨੂੰ ਫਿਰ ਸਭ ਕੁਝ ਸਹੀ ਨਜ਼ਰ ਆਏਗਾ। ਮੇਰਾ ਪਰਿਵਾਰ ਸਵਰਗ ਹੋ ਜਾਏਗਾ ਜੇ ਮੇਰੇ ਪਰਿਵਾਰ ਦੇ 4 ਮੈਂਬਰ ਇਹਨਾਂ ਗੁਣਾਂ ਦੇ ਧਾਰਨੀ ਹੋ ਜਾਣ। ਤੇ ਜੇ ਹਰ ਪਰਿਵਾਰ ਦੇ ਮੈਂਬਰ ਐਵੇਂ ਹੋ ਜਾਣ ਤਾਂ ਇਹ ਪੂਰਾ ਸੰਸਾਰ ਚਾਨਣ ਦੇ ਨਾਲ ਰੁਸ਼ਨਾ ਸਕਦਾ ਹੈ। ਇਹ ਪੋਸੀਬਿਲਿਟੀ ਹੈ ਔਰ ਇਹ ਕੋਈ ਔਖਾ ਕੰਮ ਨਹੀਂ ਹੈ, ਬਿਲਕੁਲ ਸੌਖਾ ਹੈ। ਜਿਵੇਂ ਮੈਂ ਰੋਜ਼ ਬੇਨਤੀ ਕਰ ਰਿਹਾ, ਸੱਚ ਬੋਲਣ ਵਾਸਤੇ ਤਾਕਤ ਦੀ ਲੋੜ ਨਹੀਂ ਹੈ। ਸੱਚ ਬੋਲਣਾ ਹੈ ਕਿ ਭਾਈ ਜੀ ਕਿੱਥੋਂ ਆਏ ਹੋ, ਤੇ ਮੈਂ ਸਿੱਧਾ ਕਹਾਂ ਫਿਲਮ ਦੇਖ ਕੇ ਆਇਆ, ਕੰਮ ਮੁੱਕ ਗਿਆ। ਆ ਰਿਹਾ ਵਾਂ ਫਿਲਮ ਦੇਖ ਕੇ, ਕਹਿ ਰਿਹਾ ਵਾਂ ਮੈਂ ਸਬਜ਼ੀ ਮੰਡੀ ਗਿਆ ਸੀ, ਤੇ ਅਗਲਾ ਪੁੱਛਦਾ ਸਬਜ਼ੀ ਮੰਡੀ ਗਿਆ ਸੀ ਤੇ ਖਾਲੀ ਆ ਗਿਆ। ਹੁਣ ਮੈਂ ਫਿਰ ਕਵਾਂਗਾ, ਫਿਰ ਹੁਣ ਝੂਠ ਬੋਲਾਂਗਾ, ਯਾਰ ਉੱਥੇ ਸਬਜ਼ੀ ਮਿਲੀ ਨਹੀਂ, ਕਿੱਥੇ ਗਿਆ ਸੀ? ਆਸ-ਦਸ ਤੋਂ ਮੈਂ ਹੁਣ ਆਇਆ, ਉੱਥੇ ਤੇ ਤਾਜ਼ੀ ਸਬਜ਼ੀ ਦਾ ਟਰੱਕ ਲੱਥਾ ਸੀ। ਹੁਣ ਮੈਂ ਫਿਰ ਅਗਲਾ ਝੂਠ ਬੋਲਾਂਗਾ, ਨਹੀਂ ਯਾਰ ਸਾਡੇ ਘਰ ਦੇ ਭਿੰਡੀਆਂ ਖਾਂਦੇ ਨਹੀਂ, ਉਹ ਤੇ ਬੈਂਗਣ ਪਸੰਦ ਕਰਦੇ ਨੇ। ਉਹ ਕਹਿੰਦਾ ਭਿੰਡੀਆਂ ਤੇ ਆਈਆਂ ਹੀ ਨਹੀਂ, ਉੱਥੇ ਤੇ ਬਤਾਊ ਆਏ ਸੰਸਾਰੇ। ਤਾਂ ਹੁਣ ਕਿੰਨੇ ਕੁ ਮੈਂ ਝੂਠ ਬੋਲਾਂਗਾ? ਦੇਖੋ, ਝੂਠ ਬੋਲਣ ਲਈ, ਇੱਕ ਝੂਠ ਨੂੰ ਛੁਪਾਉਣ ਲਈ ਸਾਰੀ ਜ਼ਿੰਦਗੀ ਮੈਨੂੰ ਝੂਠ ਬੋਲਣੇ ਪੈਣਗੇ, ਤੇ ਛਿਪਣਾ ਉਹਨੇ ਫਿਰ ਨਹੀਂ। ਤੇ ਜੇ ਮੈਂ ਸਿੱਧਾ ਹੀ ਕਹਾਂ ਕਿ ਫਿਲਮ ਦੇਖ ਕੇ ਆਇਆ, ਤੇ ਸਿਆਪਾ ਮੁੱਕਿਆ ਨਾ। ਇਸ ਲਈ ਸੱਚ ਬੋਲਣਾ ਸੌਖਾ ਹੈ, ਝੂਠ ਬੋਲਣਾ ਔਖਾ ਹੈ। ਮੈਂ ਰੋਜ਼ ਬੇਨਤੀ ਕਰ ਰਿਹਾ, ਤਾਕਤ ਦੀ ਲੋੜ ਲੜਨ ਵਾਸਤੇ ਹੈ, ਈਰਖਾ ਦਵੇਸ਼ ਵਾਸਤੇ ਹੈ, ਪ੍ਰੇਮ ਕਰਨ ਵਾਸਤੇ ਤਾਕਤ ਦੀ ਲੋੜ ਹੀ ਨਹੀਂ। ਪ੍ਰੇਮ ਤਾਂ ਸਮਰਪਣ ਦਾ ਨਾਮ ਹੈ। ਹੱਸਣ ਵਾਸਤੇ, ਖੁਸ਼ ਰਹਿਣ ਲਈ ਤੇ ਤਾਕਤ ਦੀ ਲੋੜ ਹੀ ਨਹੀਂ। ਮੁਸਕਰਾਓ ਥੋੜਾ ਸਾਰੇ, ਖੁਸ਼ ਹੋ ਜਾਓ। ਤਾਕਤ ਦੀ ਲੋੜ ਤੇ ਤਿਊੜੀਆਂ ਪਾਉਣ ਵਾਸਤੇ ਹੈ। ਇਸ ਲਈ ਕੱਲ ਕੀਰਤ ਪ੍ਰਗਟ, ਚਾਨਣ ਸੰਸਾਰ, ਇਸ ਸੰਸਾਰ ਦੇ ਅੰਦਰ ਚਾਨਣ ਹੈ ਪ੍ਰਭੂ ਦੀ ਸਿਫਤ ਸਲਾਹ, ਔਰ ਉਹਦੇ ਅੰਦਰ ਸਮਰੱਥਾ ਹੈ ਮੱਸਿਆ ਦੀ ਰਾਤ ਨੂੰ ਖਤਮ ਕਰਨ ਦੀ। ਪਰ ਐਸੀ ਜ਼ਿੰਦਗੀ ਜੀਂਦਾ ਕੌਣ ਹੈ? ਆਪਣੀ ਜ਼ਿੰਦਗੀ ਦੇ ਅੰਦਰ ਪੂਰਨਮਾਸ਼ੀ ਬਣਾਉਂਦਾ ਕੌਣ ਹੈ? ਗੁਰਮੁਖ ਕੋਈ ਉਤਰੈ ਪਾਰ। ਗੁਰਮੁਖ ਦਾ ਮਤਲਬ ਜੋ ਗੁਰੂ ਦੇ ਸਨਮੁਖ ਹੁੰਦਾ ਹੈ, ਉਹ ਇਸ ਗਿਆਨ ਦੇ ਚਾਨਣੇ ਦਾ ਸਹਾਰਾ ਲੈ ਕੇ ਹਨੇਰੇ ਚੋਂ ਪਾਰ ਉਤਰ ਜਾਂਦਾ ਹੈ। ਹੁਣ ਇਹ ਜੋ ਪੂਰਨਮਾਸ਼ੀ ਦੀ ਰਾਤ ਬਣਾਣੀ ਹੈ ਨਾ, ਆਪਣੇ ਅੰਦਰ ਗਿਆਨ ਦਾ ਚਾਨਣਾ ਪੈਦਾ ਕਰਨਾ ਹੈ ਆਪਣੇ ਜੀਵਨ ਵਿੱਚ, ਸੰਸਾਰ ਵਿੱਚ, ਉਹਦੇ ਵਾਸਤੇ ਸੋਰਸਿਸ ਕੀ ਹੈ, ਸਾਧਨ ਕੀ ਹੈ? ਗੁਰੂ ਦਾ ਗਿਆਨ। ਜੇ ਗੁਰੂ ਦੇ ਗਿਆਨ ਮੁਤਾਬਕ ਜ਼ਿੰਦਗੀ ਜੀਣਾ ਕੋਈ ਸ਼ੁਰੂ ਕਰ ਦਵੇ, ਜੇ ਅੱਜ ਅਸੀਂ ਫੈਸਲਾ ਕਰ ਲਈਏ ਕਿ ਮੈਂ ਗੁਰਬਾਣੀ ਮੁਤਾਬਕ ਜ਼ਿੰਦਗੀ ਜੀਣੀ ਹੈ, ਰਾਜਨੀਤਿਕ, ਧਾਰਮਿਕ, ਆਰਥਿਕ, ਸਮਾਜਿਕ, ਸਰੀਰਕ, ਮਾਨਸਿਕ, ਬੌਧਿਕ, ਆਤਮਿਕ, ਪਰਿਵਾਰਕ, ਵਿਵਹਾਰਕ ਤੌਰ ਤੇ ਮੁਕੰਮਲ ਜ਼ਿੰਦਗੀ ਦਾ ਹਰ ਪੱਖ ਮੈਂ ਗੁਰਬਾਣੀ ਦੇ ਚਾਨਣੇ ਵਿੱਚ ਬਿਤਾਣਾ ਹੈ, ਤਾਂ ਪਾਰ ਉਤਾਰਾ ਹੁਣੇ ਹੋ ਜਾਣਾ ਹੈ। ਪਾਰ ਉਤਾਰਾ ਹੁਣੇ ਹਨੇਰਾ ਦੂਰ ਹੋ ਜਾਏਗਾ, ਪਾਪ ਖਤਮ, ਵਿਕਾਰ ਖਤਮ, ਗੁਰਬਾਣੀ ਅਨੁਸਾਰ ਜ਼ਿੰਦਗੀ ਜੀਣਾ ਸ਼ੁਰੂ ਕਰੋ, ਜੀਵਨ ਦਾ ਨਵਾਂ ਰਾਹ ਸ਼ੁਰੂ। ਗਲਤ ਰਾਸਤੇ ਤੇ ਜਾ ਰਹੇ ਸੀ, ਐਗਜ਼ਿਟ ਗਲਤ ਲੈ ਲਿਆ ਸੀ, ਗਲਤ ਜਾ ਰਹੇ ਸੀ, ਯੂ ਟਰਨ ਲੈ ਲਿਆ, ਬਸ ਠੀਕ ਹੈ, ਮੁੱਕਿਆ ਕੰਮ। ਚੱਲ ਰਿਹਾ ਹੁਣ, ਯੂ ਟਰਨ ਲੈ ਲਿਆ, ਸਿੱਧੀ ਜ਼ਿੰਦਗੀ ਦੇ ਰਾਹ ਤੇ ਚੱਲ ਪਿਆ। ਇੰਨੀ ਕੁ ਗੱਲ ਹੈ। ਪਾਰ ਉਤਾਰਾ ਉਹਦਾ ਹੋਏਗਾ ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰੇਗਾ। ਤੇ ਜੇ ਤੁਸੀਂ ਕਹੋ ਕਿ ਤੁਹਾਡੇ ਆ ਡੇਰਿਆਂ ਵਾਲੇ ਬਾਬੇ, ਤੁਹਾਡੇ ਜੋਤਸ਼ੀ, ਤੁਹਾਡੇ ਐਸੇ ਟਾਈਪ ਦੇ ਰਾਜਨੀਤਿਕ ਜਾਂ ਜੰਤਰਾਂ ਮੰਤਰਾਂ ਵਾਲੇ ਇਹ ਤੁਹਾਨੂੰ ਚਾਨਣ ਵਿੱਚ ਲੈ ਜਾਣ, ਤਾਂ ਇੰਪੋਸੀਬਲ। ਇਹਨਾਂ ਨੇ ਤੇ ਅਗਿਆਨਤਾ ਦਾ ਹਨੇਰਾ ਪੈਦਾ ਕੀਤਾ ਹੈ। ਕਾਦੀ ਕੂੜ ਬੋਲ ਮਲ ਖਾਏ, ਬਾਮਣ ਨਾਵੇ ਜੀਆਂ ਘਾਏ, ਜੋਗੀ ਜੁਗਤ ਨਾ ਜਾਣੇ ਅੰਧ, ਤੀਨੇ ਉਜਾੜੇ ਕਾ ਬੰਦ। ਇਹ ਤੇ ਉਜਾੜੇ ਦਾ ਕਾਰਨ ਨੇ। ਇਹਨਾਂ ਕੋਲ ਜਾਓਗੇ, ਗਿਆਨ ਲੈਣਗੇ ਤੇ ਤੁਹਾਡੇ ਜੀਵਨ ਨੂੰ ਹੋਰ ਉਜਾੜਨਗੇ। ਇਹਨਾਂ ਨੇ ਅਗਿਆਨਤਾ ਪੈਦਾ ਕੀਤੀ ਹੈ, ਤੇ ਜੇ ਹਨੇਰੇ ਵਿੱਚ ਬੈਠੇ ਬੰਦੇ ਤੋਂ ਚਾਨਣ ਲੱਭੋਗੇ ਕਿੱਥੋਂ? ਇਸ ਲਈ ਗੁਰੂ ਦਾ ਸਹਾਰਾ ਲੈਣਾ ਹੈ, ਗੁਰੂ ਦੀ ਮੱਤ ਦੇ ਧਾਰਨੀ ਹੋਣਾ ਹੈ। ਜਿਹੜਾ ਕੋਈ ਵਿਰਲਾ ਇਨਸਾਨ ਗੁਰੂ ਦੇ ਦੱਸੇ ਰਾਹ ਤੇ ਤੁਰੇਗਾ, ਉਹ ਇਸ ਹਨੇਰੇ ਚੋਂ ਪਾਰ ਹੋ ਜਾਏਗਾ। ਜਿਹੜਾ ਵੀ ਤੁਰੇਗਾ, ਜਿਸ ਨੂੰ ਨਦਰ ਕਰੇ ਤਿਸ ਦੇਵੇ,
ਗੁਰੂ ਜਿਸ ਤੇ ਰਹਿਮਤ ਕਰਦਾ ਹੈ ਉਸ ਨੂੰ ਇਹ ਗਿਆਨ ਦੀ ਦਾਤ ਦੇ ਦਿੰਦਾ ਹੈ। ਹੁਣ ਇੱਥੇ ਸਾਡੀ ਫਿਰ ਪ੍ਰੋਬਲਮ ਕ੍ਰੀਏਟ ਹੋਏਗੀ, ਕਿਉਂਕਿ ਸਾਡੀ ਐਕਸਪਲੇਨੇਸ਼ਨ ਇਸ ਟਾਈਪ ਦੀ ਹੈ ਔਰ ਬੰਦਾ ਬੜਾ ਚਲਾਕ ਹੈ, ਬੰਦਾ ਬੜਾ ਰਾਜਨੀਤਿਕ ਹੈ। ਇਹਨੂੰ ਚਲਾਕ ਕਹਿ ਲਓ, ਬੇਈਮਾਨ ਕਹਿ ਲਓ, ਕੋਈ ਸ਼ਬਦ ਵਰਤ ਲਓ, ਪਰ ਕਈ ਵਾਰ ਸ਼ਬਦ ਦੀ ਵਰਡਿੰਗ ਹੀ ਹੁੰਦੀ ਹੈ, ਉਸ ਵਰਡਿੰਗ ਨੂੰ ਮੀਨਿੰਗ ਉਹ ਹੀ ਹੁੰਦੇ ਨੇ, ਪਰ ਬੰਦਾ ਫੁਕਰਪੰਥੀ ਚਾਣ ਕੇ ਆਪਣੇ ਆਪ ਨੂੰ ਕੁਛ ਹੋਰ ਸਮਝ ਲੈਂਦਾ। ਜੇ ਬੰਦੇ ਨੂੰ ਕਹੀਏ ਨਾ ਕਿ ਤੂੰ ਪਸ਼ੂ ਹੈ, ਜਾਨਵਰ ਹੈ ਤੂੰ, ਬੰਦਾ ਗੁੱਸਾ ਕਰਦਾ ਹੈ। ਤੇ ਜੇ ਬੰਦੇ ਨੂੰ ਕਹੇ ਨਾ ਪੁੱਤਰ ਤੇ ਮੇਰਾ ਸ਼ੇਰ ਹੈ, ਤੇ ਉਹ ਬੜਾ ਖੁਸ਼ ਹੁੰਦਾ। ਸ਼ੇਰ ਵੀ ਜਾਨਵਰ ਹੀ ਹੁੰਦਾ। ਜਾਨਵਰ ਕਹੋ ਅਗਲਾ ਗੁੱਸਾ ਕਰਦਾ ਹੈ, ਸ਼ੇਰ ਕਹੋ ਅਗਲਾ ਖੁਸ਼ ਹੋ ਜਾਂਦਾ। ਜੇ ਕਿਸੇ ਬੰਦੇ ਨੂੰ ਕਹੋ ਨਾ ਤੂੰ ਬੜਾ ਬੇਈਮਾਨ ਹੈ, ਬੇਈਮਾਨ ਹੈ, ਤੇ ਬੰਦਾ ਗੁੱਸਾ ਕਰਦਾ ਹੈ। ਤੇ ਜੇ ਉਹਨੂੰ ਕਹੇ ਨਾ ਵੀ ਆਹ ਬੰਦਾ ਬੜਾ ਰਾਜਨੀਤਿਕ ਬੰਦਾ ਹੈ, ਤੇ ਅਗਲਾ ਖੁਸ਼ ਹੋ ਜਾਂਦਾ, ਖੋਰੇ ਮੈਂ ਪ੍ਰਧਾਨ ਮੰਤਰੀ ਬਣ ਗਿਆ। ਰਾਜਨੀਤਿਕ ਵੀ ਬੇਈਮਾਨ ਨੂੰ ਕਹਿੰਦੇ ਨੇ, ਹੈ ਨਾ ਪ੍ਰੋਬਲਮ। ਜੇ ਤੁਸੀਂ ਘਰ ਵਾਲੀ ਨੂੰ ਕਹਿ ਦੋ ਨਾ ਕਿਤੇ ਤੂੰ ਹਥਿਆਰਨ ਹੈਗੀ ਹੈ, ਹਥਿਆਰਨ, ਤੇ ਅਗਲੀ ਸਿਰ ਪਾੜ ਦੇਵੇਗੀ। ਤੇ ਜੇ ਉਹਨੂੰ ਕਹਿ ਦੋ ਕਿ ਅੱਜ ਤੇਰੀ ਪਰਸਨੈਲਿਟੀ ਤੈਨ ਕਾਤਲਾਂ ਵਾਲੀ ਲੱਗ ਰਹੀ ਹੈ, ਤੇ ਉਹ ਬੜੀ ਖੁਸ਼ ਹੋ ਜਾਂਦੀ ਹੈ। ਤੁਹਾਨੂੰ ਪਨੀਰ ਦੇ ਪਕੌੜੇ ਬਣਾ ਕੇ ਖਾਏਗੀ। ਹਥਿਆਰਨ ਤੇ ਕਾਤਲ ਚ ਫਰਕ ਕੀ ਹੈ? ਵਰਡਿੰਗ ਹੀ ਹੈ ਨਾ। ਇਸ ਲਈ ਬੰਦਾ ਬੜਾ ਚਲਾਕ ਹੈ, ਆਪਣੇ ਉੱਤੇ ਦੋਸ਼ ਨਹੀਂ ਆਉਣ ਦਿੰਦਾ, ਦੂਜੇ ਤੇ ਦੋਸ਼ ਧਰਦਾ ਹੈ। ਤੇ ਆਪਣੇ ਆਪ ਨੂੰ ਸਹੀ ਸਾਬਤ ਕਰਨ ਲਈ ਇਹ ਗੁਰੂ ਔਰ ਰੱਬ ਨੂੰ ਹੀ ਨਹੀਂ ਬਖਸ਼ਦਾ। ਜਦੋਂ ਇਹਦਾ ਮੀਨਿੰਗ ਕਰਾਂਗੇ ਨਾ, ਜਿਸ ਨੂੰ ਨਦਰ ਕਰੇ ਤਿਸ ਦੇਵੇ, ਬੰਦਾ ਸਾਫ਼ ਬਚੇਗਾ ਤੇ ਕਹੇਗਾ ਜਿਹਦੇ ਉੱਤੇ ਗੁਰੂ ਰਹਿਮਤ ਕਰਦਾ ਹੈ ਉਹਨੂੰ ਦੇ ਦਿੰਦਾ, ਦੂਜਿਆਂ ਨੂੰ ਨਹੀਂ ਦੇ ਦਿੰਦਾ। ਗੱਲ ਬਿਲਕੁਲ ਠੀਕ ਹੈ, ਲੇਕਿਨ ਸਾਡੀ ਐਕਸਪਲੇਨੇਸ਼ਨ ਗਲਤ ਹੈ। ਇਹਦਾ ਮਤਲਬ ਗੁਰੂ ਇੱਕ ਦੇ ਨਾਲ ਪਿਆਰ ਕਰਦਾ ਹੈ ਤੇ ਦੂਜੇ ਨਾਲ ਨਹੀਂ ਕਰਦਾ। ਗੁਰਬਾਣੀ ਦਾ ਤਾਂ ਪਾਵਨ ਬਚਨ ਹੈ, ਸਤਿਗੁਰ ਅੰਦਰੋਂ ਨਿਰਵੈਰ ਹੈ, ਤਿੰਨ ਵਿੱਚੋਂ ਤਿਸ਼ਟਿਆ ਨਾ ਕੋਈ। ਸਤਿਗੁਰ ਤੇ ਨਿਰਵੈਰ ਹੈ, ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ, ਗੁਰੂ ਤੇ ਸਾਰਿਆਂ ਦਾ ਭਲਾ ਮਨਾਉਂਦਾ ਹੈ। ਰੱਬ ਜਦੋਂ ਨਜ਼ਰ ਕਰਦਾ ਹੈ, ਰਹਿਮਤ ਕਰਦਾ ਹੈ, ਉਹਨੇ ਰਹਿਮਤ ਕੀਤੀ, ਸੂਰਜ ਬਣਾਇਆ, ਚੰਦਰਮਾ ਬਣਾਇਆ, ਧਰਤੀ, ਆਕਾਸ਼, ਖੰਡ, ਮੰਡਲ, ਬ੍ਰਹਿਮੰਡ, ਗ੍ਰਹਿ, ਨਕਸ਼ਤਰ, ਤਾਰੇ, ਸਿਆਰੇ, ਸਿਤਾਰੇ, ਅਨੰਤ ਪਹਾੜ, ਅਨੰਤ ਮਤਲਬ ਨਦੀਆਂ, ਨਾਲੇ, ਝੀਲਾਂ, ਦਰਿਆ, ਅਨੰਤ ਫਸਲਾਂ ਪੈਦਾ ਕੀਤੀਆਂ। ਤਾਂ ਜਦੋਂ ਸੂਰਜ ਚੜ੍ਹਦਾ ਹੈ ਤੇ ਰੱਬ ਕਿਸੇ ਵੱਖਰੇ ਤੇ ਨਜ਼ਰ ਕਰਦਾ ਹੈ ਕਿ ਇਹਦੇ ਤੇ ਮੈਂ ਮਿਹਰ ਕਰਾਂ ਤੇ ਇਹਨੂੰ ਚਾਨਣ ਦਿਆਂ, ਤੇ ਦੂਜੇ ਦੇ ਘਰ ਦੇ ਵਿੱਚ ਹਨੇਰਾ। ਐਵੇਂ ਹੁੰਦਾ ਹੈ। ਰੱਬ ਨੇ ਕਦੀ ਵੱਖਰੀ ਰਹਿਮਤ ਕੀਤੀ ਕਿ ਕਿਸੇ ਅਮੀਰ ਤੇ ਰਹਿਮਤ ਕਰਕੇ ਉਹਨੂੰ ਜੀਣ ਲਈ ਆਕਸੀਜਨ ਦਿਆਂ ਤੇ ਗਰੀਬਾਂ ਨੂੰ ਨਾ ਦਿਆਂ? ਕਦੇ ਰੱਬ ਦੀ ਦ੍ਰਿਸ਼ਟੀ ਵਿੱਚ ਫਰਕ ਹੈ ਕਿ ਕਿਸੇ ਨੂੰ ਕਵੇ ਕਿ ਮੈਂ ਇੱਕ ਨੂੰ ਤੇ 24 ਘੰਟੇ ਦੇਣੇ ਨੇ ਟਾਈਮ ਤੇ ਦੂਜੇ ਨੂੰ 22.5 ਘੰਟੇ? ਕਦੀ ਹੈ? ਸਾਰਿਆਂ ਨੂੰ 24 ਘੰਟੇ ਸਮੇਂ ਮਿਲ ਰਹੇ ਨੇ, ਸਾਰੇ ਹੀ 9 ਮਹੀਨੇ ਮਾਂ ਦੇ ਗਰਭ ਚ ਰਹਿ ਕੇ ਆ ਰਹੇ ਨੇ। ਦੱਸ, ਸਾਰਿਆਂ ਨੂੰ ਨੱਕ ਕੰਨ ਸਾਰਾ ਕੁਝ ਮਿਲਿਆ ਹੋਇਆ ਹੈ। ਖੰਡ ਮੰਡਲ ਬ੍ਰਹਿਮੰਡ ਤਾਂ ਸਾਹੁਰੜੀ ਵੱਤ ਸਭ ਕੁਝ ਸਾਂਝੀ, ਤੇ ਸਾਰੀਆਂ ਚੀਜ਼ਾਂ ਸਾਂਝੀਆਂ ਨੇ। ਹੁਣ ਨਦਰ ਦਾ ਮਤਲਬ ਕਿ ਜਿਹੜਾ ਨਦਰ ਦਾ ਪਾਤਰ ਬਣੇਗਾ, ਇਹ ਚੀਜ਼ ਸਮਝਣ ਵਾਲੀ ਹੈ। ਇੱਕ ਦੀਵਾ ਜਗ ਰਿਹਾ ਹੈ। ਅਸੀਂ ਨਾ ਜਦੋਂ ਬੱਚੇ ਸਾਂ ਤਾਂ ਦੀਵੇ ਜਗਾ ਕੇ ਪੜੀਦਾ ਸੀ। ਬਾਅਦ ਦੇ ਵਿੱਚ ਲਾਲਟਨ ਔਰ ਲੈਂਪਾਂ ਆਈਆਂ ਸਨ। ਪਹਿਲਾਂ ਤਾਂ ਸਰੋਂ ਦੇ ਤੇਲ ਦੇ ਦੀਵੇ ਜਗਾਉਂਦੇ ਰਹੇ, ਜਾਂ ਮਿੱਟੀ ਦਾ ਤੇਲ ਜਦੋਂ ਆਇਆ ਤੇ ਫਿਰ ਸ਼ੀਸ਼ੀ ਵਿੱਚ ਪਾ ਕੇ ਨਾ ਤੇਲ ਦੇ ਵਿੱਚ ਇੱਕ ਲੀਰ ਦੀ ਬੱਤੀ ਬਣਾ ਕੇ ਉਹ ਜਗਾ ਕੇ ਅਸੀਂ ਪੜ੍ਹਦੇ ਰਹੇ। ਇੱਕ ਦੀਵਾ ਜਗਾ ਕੇ ਤੇ ਫਿਰ 3-4 ਜਣੇ ਬਹਿ ਜਿਦਾ ਸੀ। ਤਿੰਨਾਂ ਚਾਰਾਂ ਨੂੰ ਚਾਨਣ ਦੀਵਾ ਦੇ ਰਿਹਾ, ਕਿਉਂਕਿ ਦੀਵਾ ਦੇ ਹੀ ਚਾਨਣ ਹੈ। ਤੇ ਇੱਕ ਬੱਚਾ ਰੌਲਾ ਪਾ ਰਿਹਾ, ਨਹੀਂ ਯਾਰ ਸਾਰੇ ਬਕਵਾਸ ਮਾਰਦੇ ਨੇ, ਦੀਵਾ ਸਾਰਿਆਂ ਨੂੰ ਚਾਨਣ ਨਹੀਂ ਦਿੰਦਾ, ਮੇਰੇ ਅੱਗੇ ਤੇ ਹਨੇਰਾ ਹੈ, ਮੈਨੂੰ ਤੇ ਚਾਨਣ ਦੇ ਨਹੀਂ ਰਿਹਾ। ਐਵੇਂ ਲੋਕ ਕਹਿੰਦੇ ਨਾ ਜੀ, ਦੀਵਾ ਸਾਰਿਆਂ ਨੂੰ ਚਾਨਣ ਹੀ ਦਿੰਦਾ, ਮੇਰੇ ਅੱਗੇ ਤੇ ਹਨੇਰਾ ਹੈ। ਤੇ ਇੱਕ ਬਜ਼ੁਰਗ ਨੇ ਆ ਕੇ ਵੇਖਿਆ ਕਿ ਬੱਚਾ ਸੱਚਾ ਕਲਪ ਰਿਹਾ ਹੈ, ਵਾਸਤਵ ਵਿੱਚ ਹੀ ਉਹਦੇ ਅੱਗੇ ਹਨੇਰਾ ਹੈ ਤੇ ਬੱਚਾ ਕਲਪ ਰਿਹਾ ਕਿ ਦੀਵਾ ਮੈਨੂੰ ਚਾਨਣ ਨਹੀਂ ਦੇ ਰਿਹਾ। ਤੇ ਬਜ਼ੁਰਗ ਨੇ ਸਮਝਾਇਆ, ਭਲੇ ਪੁਰਸ਼ਾ, ਬੱਚਾ ਦੀਵਾ ਤੇ ਚਾਨਣ ਹੀ ਦੇ ਰਿਹਾ, ਤੂੰ ਦੀਵੇ ਵੱਲ ਪਿੱਛਾ ਕਰਕੇ ਬੈਠਾ ਹੋਇਆ ਹੈ, ਤੇਰੇ ਅੱਗੇ ਤੇ ਫਿਰ ਹਨੇਰਾ ਹੀ ਰਹੇਗਾ ਨਾ। ਹੁਣ ਜੇ ਦੀਵੇ ਵੱਲ ਪਿੱਛਾ ਕਰਕੇ ਬਵੋ ਤੇ ਕਹੋ ਕਿ ਦੀਵਾ ਮੇਰੇ ਅੱਗੇ ਹਨੇਰਾ ਕਰ ਰਿਹਾ ਹੈ, ਤੇ ਦੋਸ਼ ਕਿਹਦਾ ਹੈ? ਗੁਰੂ ਰਹਿਮਤ ਕਰ ਰਿਹਾ ਹੈ, ਤੇ ਜੇ ਗੁਰੂ ਵੱਲ ਮੂੰਹ ਫੇਰ ਲੋ, ਨਦਰ ਉਪੱਠੀ ਜੇ ਕਰੇ ਸੁਲਤਾਨਾ ਘਾਹ ਕਰਾਇੰਦਾ। ਜੇ ਰੱਬ ਨਜ਼ਰ ਪੁੱਠੀ ਕਰ ਲਵੇ ਤੇ ਸੁਲਤਾਨਾ ਨੂੰ ਘਾਹ ਕਰਾ ਦਿੰਦਾ। ਤਾਂ ਇਹਦਾ ਮਤਲਬ ਕਿ ਰੱਬ ਨਜ਼ਰ ਪੁੱਠੀ ਕਰਦਾ ਜਾਂ ਗੁਰੂ ਨਜ਼ਰ ਪੁੱਠੀ ਕਰਦਾ।
ਜੇ ਗੁਰੂ ਔਰ ਰੱਬ ਵੀ ਨਜ਼ਰ ਪੁੱਠੀ ਕਰਦੇ ਨੇ ਫਿਰ ਉਹਨਾਂ ਵਾਸਤੇ ਸਾਡੇ 'ਚ ਫਰਕ ਕੀ ਹੋਇਆ? ਇਹ ਤੇ ਕੰਮ ਅਸੀਂ ਵੀ ਕਰਨੇ ਆ, ਇਹ ਤੇ ਕੰਮ ਰਾਜੇ ਵੀ ਕਰ ਰਹੇ ਨੇ, ਕਲ ਕਾਤੀ ਰਾਜੇ ਕਾ ਸਾਈਏ ਤੇ ਉਹ ਵੀ ਕਰ ਰਹੇ ਨੇ। ਫਿਰ ਫਰਕ ਕੀ ਹੋਇਆ? ਰੱਬ ਨਜ਼ਰ ਨਹੀਂ ਪੁੱਠੀ ਕਰਦਾ, ਗੁਰੂ ਨਜ਼ਰ ਪੁੱਠੀ ਨਹੀਂ ਕਰਦਾ। ਜਦੋਂ ਅਸੀਂ ਗੁਰੂ ਵੱਲ ਪਿੱਛਾ ਕਰਕੇ ਤੁਰਦੇ ਆ, ਆਪੇ ਨਜ਼ਰ ਪੁੱਠੀ ਹੋ ਜਾਂਦੀ, ਅਸੀਂ ਬੇਮੁਖ ਹੋ ਜਾਂਦੇ ਆ ਨਾ। ਇੱਥੇ ਨਦਰ ਕਰੇ ਦਾ ਮਤਲਬ ਜੋ ਨਦਰ ਦਾ ਪਾਤਰ ਬਣੇਗਾ ਉਹਨੂੰ ਦੇ ਦੇਵੇਗਾ। ਦਾਤੇ ਦਾਤ ਰੱਖੀ ਹੱਥ ਆਪਣੇ, ਜਿਸ ਭਾਵੇ ਤਿਸ ਦੇਈ। ਦਾਤੇ ਨੇ ਆਪਣੇ ਹੱਥ ਵਿੱਚ ਦਾਤਾਂ ਰੱਖੀਆਂ ਨੇ, ਤਲੀ ਤੇ ਧਰੀਆਂ ਨੇ। ਜਿਸ ਭਾਵੇ, ਇਹ ਨਹੀਂ ਕਿ ਜਿਹੜਾ ਰੱਬ ਨੂੰ ਚੰਗਾ ਲੱਗਦਾ ਉਹਨੂੰ ਦੇ ਦੇਵੇਗਾ ਨਾ। ਜਿਸ ਭਾਵੇ, ਜਿਹਨੂੰ ਦਾਤ ਚੰਗੀ ਲੱਗਦੀ ਹੈ ਉਹਨੂੰ ਉਹ ਦਾਤ ਦੇ ਦਿੰਦਾ ਹੈ। ਜੇ ਤੁਹਾਨੂੰ ਸੱਚ ਬੋਲਣਾ ਚੰਗਾ ਲੱਗਦਾ ਹੈ ਨਾ ਤੇ ਤੁਸੀਂ ਸੱਚ ਬੋਲਣਾ ਚਾਹੋ ਤਾਂ ਕਿ ਰੱਬ ਨੇ ਮਨਾ ਕੀਤਾ ਵੀ ਨਾ ਬੋਲੋ? ਨਾ, ਤੁਹਾਨੂੰ ਨਹੀਂ ਮੈਂ ਸੱਚ ਬੋਲਣ ਦੇਣਾ, ਤੁਸੀਂ ਨਹੀਂ ਪ੍ਰੇਮ ਕਰ ਸਕਦੇ। ਪਰ ਸੱਚ ਬੋਲੇਗਾ ਤੇ ਉਹ ਜਿਹਨੂੰ ਸੱਚ ਪਾਏਗਾ। ਜੇ ਤੁਹਾਨੂੰ ਪ੍ਰੇਮ ਨਾਲ ਜੀਣਾ ਚੰਗਾ ਲੱਗਦਾ ਤਾਂ ਰੱਬ ਪ੍ਰੇਮ ਦੇ ਦੇਵੇਗਾ। ਤੇ ਜੇ ਤੁਹਾਨੂੰ ਪ੍ਰੇਮ ਚੰਗਾ ਹੀ ਨਹੀਂ ਲੱਗਦਾ, ਸੱਚ ਚੰਗਾ ਹੀ ਨਹੀਂ ਲੱਗਦਾ, ਦਇਆ ਚੰਗੀ ਨਹੀਂ ਲੱਗਦੀ, ਤੇ ਪਈਆਂ ਰਹਿਣ ਰੱਬ ਦੀ ਤਲੀ ਤੇ, ਤੁਸੀਂ ਲੈਣੀਆਂ ਹੀ ਨਹੀਂ ਹੈਗੀਆਂ। ਦਾਤ ਤੇ ਉਹਨੂੰ ਮਿਲੇਗੀ ਨਾ ਜਿਹੜਾ ਚਾਹੇਗਾ, ਜਿਹਨੂੰ ਦਾਤ ਭਾਵੇਗੀ। ਤਾਂ ਇਸ ਲਈ ਜਿਸ ਨੂੰ ਨਦਰ ਕਰੇ, ਜਦੋਂ ਵੀ ਇਹ ਸ਼ਬਦ ਆਵੇ ਉਹਦਾ ਮਤਲਬ ਕਿ ਅਸੀਂ ਨਦਰ ਦੇ ਪਾਤਰ ਬਣਨਾ ਹੈ। ਫਾਰ ਐਗਜ਼ਾਮਪਲ ਦਾ ਮਿਸਾਲ ਵਜੋਂ ਗੁਰੂ ਜੀ ਸਾਨੂੰ ਕਹਿੰਦੇ ਨੇ ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ। ਹੁਣੇ ਗੁਰੂ ਨੇ ਰਹਿਮਤ ਕੀਤੀ ਨਾ, ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ। ਮੇਰੇ ਤੇ ਰਹਿਮਤ ਕੀਤੀ ਕਿ ਮੈਂ ਪੜ੍ਹ ਰਿਹਾ। ਤੁਸੀਂ ਜੋ ਕਲਾਸ ਵਿੱਚ ਹੋ ਜਾਂ ਫੇਸਬੁੱਕ ਤੇ ਜੋ ਵੀਰ ਸੁਣ ਰਹੇ ਨੇ, ਇਹਨਾਂ ਤੇ ਰਹਿਮਤ ਕੀਤੀ ਕਿ ਇਹ ਸੁਣ ਰਹੇ ਨੇ। ਗੁਰੂ ਨੇ ਸਾਡੇ ਸਾਰਿਆਂ ਤੇ ਰਹਿਮਤ ਕਰਕੇ ਕੀ ਕਿਹਾ? ਸੱਚ ਬੋਲੋ, ਧਰਮ ਵਾਲੀ ਜ਼ਿੰਦਗੀ ਜੀਵੋ, ਫਰਜ਼ ਪੂਰੇ ਕਰੋ। ਪਰ ਜੇ ਮੈਂ ਕਹਿ ਦਿਆਂ ਵੀ ਮੈਂ ਤੇ ਸੱਚ ਨਹੀਂ ਬੋਲਣਾ, ਤਾਂ ਫਿਰ ਮੈਂ ਨਦਰ ਨੂੰ, ਕਿਰਪਾ ਨੂੰ ਇਨਕਾਰ ਕਰ ਦਿੱਤਾ ਨਾ ਕਿ ਸਤਿਗੁਰੂ ਮੈਨੂੰ ਤੇਰੀ ਕਿਰਪਾ ਨਹੀਂ ਚਾਹੀਦੀ। ਗੁਰੂ ਤੇ ਕਿਰਪਾ ਕਰਦਾ ਪਿਆ, ਮੈਂ ਆਪ ਇਨਕਾਰ ਕਰ ਦਿੱਤਾ। ਗੁਰੂ ਤੇ ਕਿਰਪਾ ਕਰਕੇ ਕਹਿ ਰਿਹਾ ਹੈ, ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਪਲ ਮਾਨੋ। ਹਰ ਹਰ ਕਥਾ ਨਿਰਾਲੀ, ਕਿ ਗੁਰਸਿੱਖ ਮਿੱਤਰੋ ਗੁਰੂ ਦੇ ਰਾਹ ਤੇ ਤੁਰੋ, ਗੁਰੂ ਦੇ ਗਿਆਨ ਮੁਤਾਬਕ ਜ਼ਿੰਦਗੀ ਜੀਵੋ। ਜੋ ਗੁਰੂ ਕਹਿ ਰਿਹਾ ਹੈ ਉਹ ਤੁਹਾਡੇ ਭਲੇ ਵਿੱਚ ਹੈ। ਜੇ ਗੁਰੂ ਦੇ ਬਚਨਾਂ ਤੇ ਅਮਲ ਕਰੋਗੇ, ਤੁਹਾਡੀ ਜ਼ਿੰਦਗੀ ਵਿੱਚ ਨਿਰਾਲੀ, ਹੈਰਾਨ ਕਰ ਦੇਣ ਵਾਲੀ ਤਬਦੀਲੀ ਆ ਜਾਏਗੀ। ਗੁਰੂ ਨੇ ਕਿਰਪਾ ਕੀਤੀ ਨਾ। ਪਰ ਅਸੀਂ ਕਹਿੰਦੇ ਸਤਿਗੁਰੂ ਸਾਨੂੰ ਤੁਹਾਡੀ ਕਿਰਪਾ ਨਹੀਂ ਚਾਹੀਦੀ, ਅਸੀਂ ਤੇ ਬਾਬੇ ਦੇ ਡੇਰੇ ਤੇ ਜਾ ਕੇ ਸੇਬ ਖਾ ਕੇ 2 ਬੱਚੇ ਪੈਦਾ ਕਰਾਂਗੇ। ਨਾ ਜੀ, ਸਾਨੂੰ ਤੁਹਾਡੀ ਕਿਰਪਾ ਦੀ ਲੋੜ ਨਹੀਂ, ਅਸੀਂ ਤੇ ਜੋਤਸ਼ੀ ਨੂੰ ਹੱਥ ਵਿਖਾ ਕੇ ਵੀਜ਼ਾ ਲਵਾਂਗੇ ਅਮਰੀਕਾ ਦਾ। ਬਾਬਾ ਜੀ, ਗੁਰੂ ਜੀ ਸਾਨੂੰ ਤੁਹਾਡੀ ਲੋੜ ਨਹੀਂ, ਸਾਡੇ ਕੋਲ ਤੇ 9 ਗਜਾ ਪੀਰ ਹੈਗਾ, ਉੱਥੇ ਅਸੀਂ ਤੇਲ ਚੜਾਵਾਂਗੇ, ਪੰਜੀ ਦਾ ਤੇ 1.5 ਲੱਖ ਦੀ ਉਹ ਲਾਟਰੀ ਕੱਢ ਦੇਵੇਗਾ। ਪਰ ਅਸੀਂ ਕਦੀ ਇਹ ਨਹੀਂ ਸੋਚਿਆ ਵੀ ਜਿਹੜਾ 1.5 ਲੱਖ ਦੀ ਲਾਟਰੀ ਕੱਢੇਗਾ ਉਹ ਪੰਜੀ ਦਾ ਤੇਲ ਆਪਣੇ ਵਾਸਤੇ ਨਹੀਂ ਲੈ ਸਕਦਾ। ਅਸੀਂ ਆਪ ਨਦਰ ਤੋਂ ਵਾਂਝੇ ਹਾਂ, ਨਦਰ ਦੇ ਪਾਤਰ ਬਣਨਾ ਹੈ। ਨਦਰ ਦੀ ਰਹਿਮਤ ਹਰ ਇਨਸਾਨ ਦੇ ਉੱਤੇ ਹੋ ਰਹੀ ਹੈ। 4 ਚੁਫੇਰੇ ਖੁਸ਼ੀਆਂ ਬਰਸ ਰਹੀਆਂ ਨੇ। ਤੁਹਾਡੇ ਅੰਦਰ ਸਤ ਸੰਤੋਖ ਆਦਿਕ ਦੇ ਭੰਡਾਰੇ ਭਰੇ ਪਏ ਨੇ, ਉਹਨਾਂ ਨੂੰ ਅੰਦਰੋਂ ਪ੍ਰਾਪਤ ਕਰੋ। ਨਾਨਕ ਗੁਰਮੁਖ ਰਤਨ ਸੋ ਲੇਵੈ। ਗੁਰਮੁਖ ਦਾ ਮਤਲਬ ਜੋ ਗੁਰੂ ਦੇ ਸਨਮੁਖ ਹੁੰਦਾ ਹੈ, ਉਹ ਇਸ ਗਿਆਨ ਦੇ ਰਤਨ ਨੂੰ ਪ੍ਰਾਪਤ ਕਰ ਲੈਂਦਾ ਹੈ। ਜੋ ਗੁਰੂ ਦੇ ਸਨਮੁਖ ਹੁੰਦਾ ਹੈ ਉਹ ਇਸ ਗਿਆਨ ਦੇ ਰਤਨ ਨੂੰ ਪ੍ਰਾਪਤ ਕਰਦਾ ਹੈ। ਤਾਂ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਅਸੀਂ ਗੁਰੂ ਦੇ ਸਨਮੁਖ ਹੋਣ ਜੋਗੇ ਹੋਣਾ ਹੈ। ਕਿ ਅਸੀਂ ਗੁਰੂ ਦੇ ਸਨਮੁਖ ਰੂਬਰੂ ਹੋਣ ਜੋਗੇ ਹੈ। ਅਸੀਂ ਆਮ ਕਹਿ ਦਿੰਦੇ ਹਾਂ ਫਲਾਂ ਬੰਦਾ ਤੇ ਮੇਰੇ ਮੱਥੇ ਲੱਗਣ ਜੋਗਾ ਨਹੀਂ ਰਿਹਾ, ਉਹ ਤੇ ਕਿਸੇ ਦੇ ਮੂੰਹ ਮੱਥੇ ਲੱਗਣ ਜੋਗਾ ਨਹੀਂ ਰਿਹਾ। ਹੁਣ ਮੱਥੇ ਲੱਗਣ ਜੋਗਾ ਕਿਉਂ ਨਹੀਂ ਰਿਹਾ? ਕਿਉਂਕਿ ਮੱਥੇ ਤੇ ਲੱਗ ਸਕਦਾ ਮੀਨਸ ਕਿ ਉਹਨੇ ਕੁਝ ਐਸੇ ਕਰਮ ਕੀਤੇ ਨੇ ਜਿਸ ਕਰਕੇ ਉਹਨੂੰ ਹਰ ਥਾਂ ਤੇ ਸ਼ਰਮਸਾਰ ਹੋਣਾ ਪੈਂਦਾ ਹੈ। ਉਹਨੂੰ ਕਹਿੰਦੇ ਨੇ ਮੂੰਹ ਮੱਥੇ ਲੱਗਣ ਜੋਗਾ ਨਹੀਂ ਰਿਹਾ, ਕਿਉਂਕਿ ਉਹਨੇ ਕੁਝ ਕਰਮ ਐਸੇ ਕੀਤੇ ਨੇ। ਹੁਣ ਅਸੀਂ ਇਸ ਮਿਸਾਲ ਨੂੰ ਆਪਣੀ ਜ਼ਿੰਦਗੀ ਦੇ ਉੱਤੇ ਪਰਖਣ ਦਾ ਯਤਨ ਕਰੀਏ। ਆਪਣੀ ਜ਼ਿੰਦਗੀ ਨੂੰ, ਮੈਂ ਆਪਣੀ ਜ਼ਿੰਦਗੀ ਨੂੰ ਪਰਖਾਂ ਕਿ ਕੀ ਮੈਂ ਗੁਰੂ ਦੇ ਮੱਥੇ ਲੱਗਣ ਜੋਗਾ ਹੈ। ਮੇਰੀ ਮੈਂਟੈਲਿਟੀ, ਮੇਰੇ ਬੋਲ, ਮੇਰਾ ਬਿਹੇਵੀਅਰ ਕੀ ਗੁਰਬਾਣੀ ਅਨੁਸਾਰ ਹੈ ਨੇ? ਜੇ ਤੇ ਗੁਰਬਾਣੀ ਅਨੁਸਾਰ ਹੈ ਨੇ ਤਾਂ ਮੈਂ ਗੁਰੂ ਦੇ ਅੱਗੇ ਸੁਰਖਰੂ ਹਾਂ, ਆਰਾਮ ਨਾਲ ਜਾ ਸਕਦਾ ਹਾਂ। ਪਰ ਜਿਹੜਾ ਮੇਰਾ ਕੰਮ ਹੀ ਗੁਰਮਤਿ ਅਨੁਸਾਰ ਨਹੀਂ, ਤੇ ਫਿਰ ਮੈਂ ਗੁਰੂ ਦੇ ਮੱਥੇ ਲੱਗਣ ਜੋਗਾ ਨਾ ਰਿਹਾ।
ਇਸ ਲਈ ਅਸੀਂ ਐਸੀ ਜ਼ਿੰਦਗੀ ਜੀਣੀ ਹੈ ਕਿ ਅਸੀਂ ਗੁਰੂ ਦੇ ਸਨਮੁਖ ਹੋ ਸਕੀਏ, ਤੇ ਜਿਹੜਾ ਸਨਮੁਖ ਹੋਣ ਜੋਗਾ ਹੋ ਜਾਏਗਾ ਉਹ ਇਸ ਗਿਆਨ ਰਤਨ ਨੂੰ ਪ੍ਰਾਪਤ ਕਰ ਲਵੇਗਾ, ਤੇ ਜੋ ਇਸ ਗਿਆਨ ਰਤਨ ਨੂੰ ਪ੍ਰਾਪਤ ਕਰ ਲਵੇਗਾ, ਇੰਪਲੀਮੈਂਟ ਕਰੇਗਾ, ਗੁਰੂ ਦੇ ਸਨਮੁਖ ਹੋਣ ਜੋਗਾ ਹੋ ਜਾਏਗਾ, ਉਹ ਗੁਰੂ ਦੀ ਗੋਦ ਦੇ ਅੰਦਰ ਜਾ ਸਮਾਏਗਾ। ਤਾਂ ਗੁਰੂ ਪਾਤਸ਼ਾਹ ਜੀ ਸਾਨੂੰ ਤੁਹਾਨੂੰ ਸਮਝਾ ਰਹੇ ਨੇ ਕਿ ਗੁਰੂ ਦੇ ਜ਼ਰੀਏ ਇਸ ਰਤਨ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਯਾਨੀ ਅਸੀਂ ਗੁਰੂ ਤੋਂ ਇਸ ਗਿਆਨ ਦੀ ਦਾਤ ਪ੍ਰਾਪਤ ਕਰੀਏ, ਗੁਰੂ ਦੇ ਗਿਆਨ ਰਾਹੀਂ ਅਸੀਂ ਫਿਰ ਰੱਬ ਦੀ ਸਿਫਤ ਸਲਾਹ ਕਰਾਂਗੇ, ਤੇ ਰੱਬ ਦੀ ਜੋ ਸਿਫਤ ਸਲਾਹ ਹੈ ਉਹੀ ਸਾਡੀ ਜ਼ਿੰਦਗੀ ਦੇ ਅੰਦਰ ਚਾਨਣਾ ਕਰੇਗਾ, ਉਹ ਪਾਪਾਂ ਦੇ ਵਿਕਾਰਾਂ ਨੂੰ ਦੂਰ ਕਰੇਗਾ, ਉਹ ਜੋ ਕਲਕਾਤੀ ਰਾਜੇ ਕਾਸਾਈ ਬਣੇ ਹੋਏ ਨੇ ਉਹ ਸਾਰੇ ਚੰਗੇ ਇਨਸਾਨ ਹੋ ਜਾਣਗੇ। ਤੇ ਉਹਦੀ ਮੈਂ ਮਿਸਾਲ ਆਪ ਦੇ ਸਾਹਮਣੇ ਰੱਖ ਦਿਆਂ। ਸ਼ੇਖ ਸੱਜਣ ਐਸਾ ਹੀ ਬੰਦਾ ਸੀ, ਕਲਕਾਤੀ ਵਾਲੀ ਉਹਦੀ ਅਵਸਥਾ ਸੀ, ਲੇਕਿਨ ਜਦੋਂ ਗੁਰੂ ਦੀ ਚਰਨਾਂ ਦੀ ਸ਼ਰਨ ਵਿੱਚ ਆਇਆ, ਉਹਨੇ ਸਿਫਤ ਸਲਾਹ ਨੂੰ ਅਪਣਾਇਆ, ਉਹਦੀ ਜ਼ਿੰਦਗੀ ਦੇ ਅੰਦਰ ਵੀ ਪੂਰਨਮਾਸ਼ੀ ਹੋ ਗਈ, ਯਾਨੀ ਗਿਆਨ ਦਾ ਸੂਰਜ ਚੜ ਗਿਆ। ਉਸ ਤੋਂ ਬਾਅਦ ਉਹਨੇ ਕੋਈ ਗਲਤ ਕਰਮ ਨਹੀਂ ਕੀਤਾ। ਤਾਂ ਜੇ ਅਸੀਂ ਚਾਹੁੰਦੇ ਹਾਂ ਭਾਈ ਕਿ ਸਾਡੇ ਪਰਿਵਾਰ, ਸਾਡੇ ਸਮਾਜ, ਸਾਡੇ ਇਸ ਸੰਸਾਰ ਦੀ ਵਿਗੜੀ ਹੋਈ ਹਾਲਾਤ ਬਦਲੇ, ਇਥੋਂ ਮੱਸਿਆ ਦੀ ਰਾਤ, ਜਿਹੜਾ ਅਗਿਆਨਤਾ ਦਾ ਹਨੇਰਾ ਹੈ, ਖਤਮ ਹੋਵੇ, ਆ ਜੋ ਰਾਜਨੀਤਿਕ ਲੋਕ ਸ਼ੋਸ਼ਣ ਕਰ ਰਹੇ ਨੇ ਜਾਂ ਅਫਸਰਸ਼ਾਹੀ ਸ਼ੋਸ਼ਣ ਕਰ ਰਹੀ ਹੈ, ਇਹ ਸ਼ੋਸ਼ਣ ਬੰਦ ਹੋਵੇ, ਹਰ ਇਨਸਾਨ ਨੂੰ ਰੋਟੀ, ਕੱਪੜਾ, ਮਕਾਨ ਦੀ ਸਹੂਲਤ ਮਿਲੇ, ਹਰ ਇਨਸਾਨ ਆਜ਼ਾਦੀ ਦੀ ਜ਼ਿੰਦਗੀ ਜੀ ਸਕੇ, ਹਰ ਇਨਸਾਨ ਖੁਸ਼ੀ, ਪ੍ਰਸੰਨਤਾ ਵਾਲੀ ਜ਼ਿੰਦਗੀ ਜੀਵੇ, ਆਤਮਿਕ ਜੀਵਨ ਜੀਵੇ, ਤਾਂ ਉਹਦੇ ਲਈ ਸਾਨੂੰ ਯਤਨ ਕਰਨਾ ਹੋਵੇਗਾ। ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਆਪ ਪੜ੍ਹੀਏ, ਗੁਰਬਾਣੀ ਦੀ ਵਿਚਾਰ ਕਰੀਏ ਔਰ ਗੁਰਬਾਣੀ ਅਨੁਸਾਰ ਜ਼ਿੰਦਗੀ ਜੀਵੀਏ, ਤੇ ਸ਼ੁਰੂਆਤ ਹਰ ਬੰਦੇ ਨੂੰ ਆਪਣੇ ਤੋਂ ਕਰਨੀ ਪਵੇਗੀ। ਅਗਲਾ ਬਚਨ ਗੁਰਦੇਵ ਪਾਤਸ਼ਾਹ ਜੀ ਕਰਦੇ ਨੇ, ਭਗਤਾਂ ਤੈ ਸਹਿ ਸਾਰੀਆਂ ਜੋੜ ਕਦੇ ਨਾ ਆਇਆ। ਇਹਨੂੰ ਭਗਤਾ ਨਹੀਂ ਪੜਨਾ। ਜੇ ਪੜਾਂਗੇ ਨਾ ਭਗਤਾ, ਤੇ ਫਿਰ ਇੰਝ ਹੋ ਜਾਏਗਾ ਜਿਵੇਂ ਕਿਸੇ ਭਗਤ ਨੂੰ ਆਵਾਜ਼ ਮਾਰ ਰਹੇ ਆ, ਭਗਤਾ ਜਾਂ ਵੀਰਾ। ਇਹ ਭਗਤ ਸ਼ਬਦ ਹੈ, ਤੇ ਭਗਤ ਦੇ ਤੱਤੇ ਨਾਲ ਕੰਨਾ ਲਗਾ ਕੇ ਬਹੁਵਚਨੀ ਬਣਾਇਆ ਗਿਆ। ਜਦੋਂ ਵੀ ਕਿਸੇ ਨਾਉਨ ਦੇ ਨਾਲ ਕੰਨਾ ਲਗਾ ਕੇ ਬਹੁਵਚਨੀ ਬਣਾਇਆ ਜਾਂਦਾ ਹੈ, ਤਾਂ ਤੁਹਾਨੂੰ ਮੈਂ ਲਿਖ ਕੇ ਭੇਜਿਆ ਸੀ ਕਿ ਉਹਦਾ ਉਚਾਰਨ ਨਾਸਕੀ ਹੋਏਗਾ, ਭਗਤਾਂ ਸਹਿਸਾਰੀਆਂ। ਭਗਤਾਂ ਦਾ ਔਰ ਸੰਸਾਰੀਆਂ ਦਾ ਕਦੇ ਵੀ ਜੋੜ ਨਹੀਂ ਆਇਆ। ਭਗਤਾਂ ਦਾ ਤੇ ਦੁਨੀਆਦਾਰਾਂ ਦਾ ਕਦੇ ਵੀ ਜੋੜ ਨਹੀਂ ਹੁੰਦਾ। ਹੁਣ ਇਹ ਚੀਜ਼ ਸਮਝ ਲੈਣਾ, ਕਿਉਂਕਿ ਭਗਤ ਸ਼ਬਦ ਨੇ ਬਹੁਤ ਵੱਡਾ ਕਨਫਿਊਜ਼ਨ ਪੈਦਾ ਕੀਤਾ ਹੋਇਆ ਹੈ। ਜਦੋਂ ਅਸੀਂ ਭਗਤ ਦਾ ਨਾਮ ਲੈਂਦੇ ਆ ਨਾ, ਜਦੋਂ ਮੈਂ ਰਾਜਸਥਾਨ ਪੜ੍ਹਿਆ ਹਾਂ ਤਾਂ ਉੱਥੇ ਹਿੰਦੀ ਵਿੱਚ ਪੜ੍ਹਾਉਂਦੇ ਸੀ, ਭੈ ਸੇ ਭਗਤ, ਤੇ ਭਗਤ ਦੀ ਫੋਟੋ ਇੰਝ ਹੁੰਦੀ ਸੀ ਕਿ ਉਹਦੇ ਗਲ ਦੇ ਵਿੱਚ ਮਾਲਾ ਪਾਈ ਹੁੰਦੀ ਸੀ, ਇੱਕ ਹੱਥ ਦੇ ਵਿੱਚ ਮਾਲਾ ਫੜੀ ਹੁੰਦੀ ਸੀ, ਮੱਥੇ ਤੇ ਤਿਲਕ ਜਿਹਾ ਲਾਇਆ ਹੁੰਦਾ ਸੀ, ਤੇ ਡੋਨ ਵੱਟਾ ਬਣ ਕੇ ਏਦਾਂ ਬੈਠਾ ਹੁੰਦਾ ਸੀ। ਤੇ ਸਿੱਖਾਂ ਦੇ ਵਿੱਚ ਜਦੋਂ ਭਗਤ ਆਉਂਦਾ ਨਾ, ਪੱਬਾ ਭਗਤ, ਤੇ ਉਹਦੇ ਸਿਰ ਦੇ ਉੱਤੇ ਗੋਲ ਜੀ ਦਸਤਾਰ ਹੁੰਦੀ ਹੈ, ਤੇ ਡੋਨ ਵੱਟਾ ਜਿਹਾ ਬਣ ਕੇ ਬੈਠਾ ਹੁੰਦਾ ਹੈ, ਦੋ ਤਿੰਨ ਗਲ ਦੇ ਵਿੱਚ ਮਾਲਾ ਪਾਈਆਂ ਨੇ, ਇੱਕ ਹੱਥ ਦੇ ਵਿੱਚ ਮਾਲਾ, ਤੇ ਸਿਰ ਨੀਵਾ ਸੁੱਟ ਕੇ ਬੈਠਾ ਹੁੰਦਾ ਹੈ। ਤੇ ਸਾਨੂੰ ਇਹ ਸਮਝਾਇਆ ਗਿਆ ਕਿ ਭਗਤ ਉਹ ਹੈ ਜੋ ਦੁਨੀਆ ਨੂੰ ਛੱਡ ਕੇ ਜੰਗਲਾਂ ਜੰਗਲਾਂ ਚੱਲ ਕੇ ਇਹੋ ਜਿਹੇ ਪੁੱਠੇ ਸਿੱਧੇ ਕੰਮ ਕਰਦਾ। ਭਗਤ ਦੀ ਰੀੜ ਦੀ ਹੱਡੀ ਸਿੱਧੀ ਨਹੀਂ ਹੁੰਦੀ, ਉਹਦੀ ਟਿੱਡ ਵੀ ਹੁੰਦੀ, ਉਹ ਇੰਝ ਹੀ ਬੈਠਾ ਹੁੰਦਾ। ਔਰ ਇਸੇ ਕਰਕੇ ਅਸੀਂ ਗੁਰਦੁਆਰਿਆਂ ਵਿੱਚ ਜਾ ਕੇ ਦੇਖਦੇ ਹਾਂ ਨਾ, ਜਿੰਨੇ ਬਹੁਤੇ ਲੋਕ ਨੇ ਉਹ ਸਿਰ ਸੁੱਟ ਕੇ ਬੈਠੇ ਹੋਣਗੇ, ਅੱਖਾਂ ਬੰਦ ਕੀਤੀਆਂ ਨੇ, ਸਿਰ ਥੱਲੇ ਨੂੰ ਇੰਝ ਕਰਕੇ। ਤੇ ਗੁਰੂ ਜੀ ਕਹਿੰਦੇ ਨੇ, ਸਾਵਧਾਨ ਇਕਾਗਰ ਚੀਤ, ਸਾਵਧਾਨ ਹੋ ਕੇ ਰੀੜ ਦੀ ਹੱਡੀ ਸਿੱਧੀ ਕਰਕੇ ਬੈਠੋ, ਇਕਾਗਰ ਚਿੱਤ ਹੋ, ਅੱਖਾਂ ਖੋਲੋ, ਸਾਵਧਾਨ ਹੋ ਕੇ ਸੁਣੋ, ਇਕਾਗਰ ਚਿੱਤ ਹੋ ਕੇ ਸੁਣੋ। ਤਾਂ ਇੱਥੇ ਭਗਤ ਦਾ ਮਤਲਬ ਉਹ ਨਹੀਂ ਹੈ। ਭਗਤ ਵਾਸਤੇ ਬਾਬਾ ਫਰੀਦ ਜੀ ਦਾ ਇਹ ਸ਼ਲੋਕ ਪੱਕੇ ਤੌਰ ਤੇ ਰੱਟ ਲਓ ਚੰਗੀ ਤਰ੍ਹਾਂ। ਮਤ ਹੁੰਦੀ ਹੋਏ ਇਆਣਾ, ਤਾਣ ਹੁੰਦੇ ਹੋਏ ਨਿਤਾਣਾ, ਅਣਹੋਂਦੇ ਆਪ ਵੰਡਾਏ, ਕੋ ਐਸਾ ਭਗਤ ਸਦਾਏ। ਜਿਹਦੇ ਕੋਲ ਅਕਲ ਹੈ, ਪਰ ਉਸ ਅਕਲ ਦੇ ਨਾਲ ਕਿਸੇ ਦਾ ਇਮੋਸ਼ਨਲ ਬਲੈਕਮੇਲ ਨਹੀਂ ਕਰਦਾ, ਧੋਖਾ ਨਹੀਂ ਦਿੰਦਾ, ਗਿਆਨ ਦੀ ਗਲਤ ਵਰਤੋਂ ਨਹੀਂ ਕਰਦਾ। ਜਿਹਦੇ ਕੋਲ ਤਾਕਤ ਹੈ, ਪਰ ਉਸ ਤਾਕਤ ਦੀ ਗਲਤ ਵਰਤੋਂ ਨਹੀਂ ਕਰਦਾ, ਕਿਸੇ ਨੂੰ ਗੁਲਾਮ ਨਹੀਂ ਬਣਾਉਂਦਾ, ਔਰੰਗਜ਼ੇਬ ਦੀ ਤਰ੍ਹਾਂ ਉਹ ਤਾਕਤ ਨਹੀਂ ਵਰਤਦਾ। ਜਿਹਦੇ ਕੋਲ ਕੁਝ ਵੀ ਨਹੀਂ ਹੈ, ਖਾਣ ਪੀਣ ਵਾਸਤੇ ਪਦਾਰਥ ਘੱਟ ਨੇ, ਗਰੀਬ ਹੈ, ਲੇਕਿਨ ਜੇ ਕੋਈ ਲੋੜਵੰਦ ਆ ਗਿਆ ਤੇ ਫਿਰ ਵੀ ਵੰਡ ਕੇ ਛਕਦਾ ਹੈ, ਉਹ ਬੰਦਾ ਭਗਤ ਹੈ। ਭਗਤ ਇੱਕ ਸੋਚ ਹੈ, ਭਗਤ ਇੱਕ ਗੁਣਾ ਵਾਲੀ ਸੋਚ ਹੈ। ਗੁਰੂ ਜੀ ਦਾ ਪਾਵਨ ਬਚਨ ਹੈ ਨਾ,
ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਭਗਤ ਸੱਚ ਦਾ ਮਾਰਗ ਹੈ ਭਗਤੀ, ਸੱਚ ਵਾਸਤੇ ਕੁਰਬਾਨ ਹੋ ਜਾਣਾ ਹੈ ਭਗਤੀ, ਸੱਚ ਵਾਸਤੇ ਆਪਣੇ ਆਪੇ ਨੂੰ ਸਮਰਪਿਤ ਕਰ ਦੇਣ ਦਾ ਨਾਮ ਭਗਤੀ ਹੈ। ਯਾਨੀ ਸੱਚ ਦੇ ਰਾਹਾਂ ਤੇ ਤੁਰਨ ਵਾਲੇ ਭਗਤ ਤੇ ਸਹਿਸਾਰੀਆਂ ਦਾ ਮਤਲਬ ਜੋ ਸੱਚ ਦੇ ਨਾਲੋਂ ਟੁੱਟੇ ਹੋਏ ਨੇ, ਜਿਹੜੇ ਸਵਾਰਥੀ ਨੇ, ਜਿਨ੍ਹਾਂ ਦੇ ਅੰਦਰ ਸੈਲਫਿਸ਼ਨੈਸ ਹੈ, ਜਿਨ੍ਹਾਂ ਵਾਸਤੇ ਪਹਿਲੇ ਸ਼ਲੋਕ ਦੇ ਅੰਦਰ ਗੁਰੂ ਨਾਨਕ ਦੇਵ ਜੀ ਨੇ ਕਿਹਾ ਹੈ, ਕਲ ਕਾਤੀ ਰਾਜੇ ਕਾਸਾਈ ਧਰਮ ਪੰਖ ਕਰ ਉੱਡਰਿਆ, ਉਹ ਲੋਕ ਸੰਸਾਰੀ, ਉਹਨਾਂ ਨੂੰ ਸੰਸਾਰੀ ਕਹਿ ਰਹੇ ਨੇ। ਜੋ ਧਰਮ ਦੇ ਨਾਮ ਤੇ ਠੱਗੀਆਂ ਮਾਰ ਰਹੇ ਨੇ, ਸੋਸ਼ਲ ਲਾਈਫ ਵਿੱਚ ਬੇਈਮਾਨੀ ਕਰ ਰਹੇ ਨੇ, ਬੇਗਾਨੇ ਹੱਕ ਖਾ ਰਹੇ ਨੇ, ਉਹਨਾਂ ਨੂੰ ਕਹਿੰਦੇ ਨੇ ਸੰਸਾਰੀ, ਕਰਮਕਾਂਡੀ। ਇਹਨਾਂ ਦਾ ਜੋੜ ਕਦੇ ਵੀ ਨਹੀਂ ਆਇਆ, ਇਹਨਾਂ ਦੀ ਬਣ ਆ ਹੀ ਨਹੀਂ ਸਕਦੀ। ਕਿਵੇਂ ਆਏਗੀ? ਸੱਚਾ ਔਰ ਝੂਠਾ ਬੰਦਾ ਕਿਵੇਂ ਮਿਲ ਕੇ ਚੱਲਣਗੇ? ਹੰਸ ਔਰ ਬਗਲਾ, ਇਹਨਾਂ ਦਾ ਜੋੜ ਕਦੇ ਵੀ ਨਹੀਂ ਆਉਣਾ। ਜੇ ਕਿਤੇ ਬਗਲਾ ਹੰਸਾਂ ਦੀ ਸਭਾ ਵਿੱਚ ਜਾ ਕੇ ਬਹਿ ਵੀ ਜਾਏ, ਕਿਸੇ ਸਰੋਵਰ ਦੇ ਵਿੱਚ ਹੰਸ ਹੋਣ, ਉਹਨਾਂ ਵਿੱਚ ਬਗਲਾ ਵੀ ਜਾ ਬੈਠੇ, ਤਾਂ ਦੂਰੋਂ ਤਾਂ ਪਤਾ ਨਹੀਂ ਲੱਗਣਾ ਨਾ ਬਗਲੇ ਦਾ ਹੰਸਾਂ ਵਰਗਾ ਹੀ, ਉਹਦੇ ਵੀ ਖੰਭ ਚਿੱਟੇ ਨੇ, ਹੰਸਾਂ ਦਾ ਵੀ ਰੰਗ ਚਿੱਟਾ ਹੈ, ਉਹ ਵੀ ਪਾਣੀ ਵਿੱਚ ਨੇ, ਉਹ ਵੀ ਪਾਣੀ ਵਿੱਚ ਨੇ। ਔਰ ਹੰਸਾਂ ਦੇ ਨਾਲੋਂ ਬਗਲਾ ਜ਼ਿਆਦਾ ਅਡੋਲ ਹੈ, ਇੱਕ ਲੱਤ ਤੇ ਖਲੋਤਾ ਹੈ, ਅੱਧੀਆਂ ਅੱਖਾਂ ਬੰਦ, ਮਜਾਲ ਹੈ ਬਗਲਾ ਹਿੱਲੇ, ਹੰਸਾਂ ਨਾਲੋਂ ਵੀ ਜ਼ਿਆਦਾ ਅਡੋਲ। ਲੇਕਿਨ ਜੋੜ ਨਹੀਂ ਆਉਂਦਾ ਉਹਨਾਂ ਦਾ। ਕਿਉਂ? ਕਿਉਂਕਿ ਹੰਸਾਂ ਹੀਰਾ ਮੋਤੀ ਚੁਗਣਾ, ਬੱਗ ਡੱਡਾਂ ਭਾਲਣ ਜਾਵੇ। ਸਰੋਵਰ ਦੇ ਵਿੱਚ ਹੰਸ ਵੀ ਨੇ, ਸਰੋਵਰ ਵਿੱਚ ਬਗਲਾ ਵੀ ਹੈ, ਪਰ ਬਿਰਤੀ ਦੋਵਾਂ ਦੀ ਵੱਖਰੀ। ਉਹ ਹੀਰਾ ਮੋਤੀ, ਉਹਨਾਂ ਦੀ ਖੁਰਾਕ ਬੜੀ ਕੀਮਤੀ ਹੈ, ਉਹਨੇ ਡੱਡੀਆਂ ਮੱਛੀਆਂ ਖਾਣੀਆਂ ਨੇ, ਉਹਦੀ ਖੁਰਾਕ ਹੀ ਨਹੀਂ ਹੈ। ਜਾਂ ਹੰਸ ਸਭਾ ਵਿਚਾਰ ਕਰ ਦੇਖਣ ਤਾਂ ਬੱਗਾਂ ਨਾਲ ਜੋੜ ਕਦੇ ਨਾ ਆਵੇ। ਜਦੋਂ ਹੰਸ ਵਿਚਾਰ ਕਰਕੇ ਵੇਖਦੇ ਨੇ ਬਗਲਿਆਂ ਦੇ ਨਾਲ, ਤਾਲਮੇਲ ਨਹੀਂ ਨਾ ਬਹਿੰਦਾ। ਜੇ ਕਿਤੇ ਬਗਲੇ ਹੰਸ ਨੂੰ ਆਪਣੇ ਘਰ ਇਨਵਾਈਟ ਕਰਨ ਵੀ ਆਇਓ, ਤੁਹਾਡਾ ਲੰਗਰ ਪਾਣੀ ਛਕਾਵਾਂਗੇ, ਤੇ ਹੰਸ ਚਲੇ ਜਾਣ ਤੇ ਉਹ ਗੰਦੇ ਛੱਪੜ ਦੇ ਵਿੱਚ ਵਾੜ ਦੇਣ ਵੀ ਇੱਥੋਂ ਡੱਡੀਆਂ ਮੱਛੀਆਂ ਖਾ ਲਓ, ਤੇ ਕੀ ਹੰਸ ਖਾ ਲੈਣਗੇ? ਪ੍ਰੋਬਲਮ ਕ੍ਰੀਏਟ ਹੋਏਗੀ ਨਾ। ਤੇ ਜੇ ਹੰਸ ਕਿਤੇ ਬਗਲਿਆਂ ਨੂੰ ਸੱਦ ਲੈਣ ਕਿ ਤੁਸੀਂ ਸਾਡੇ ਘਰ ਆ ਜਾਓ ਤੇ ਹੀਰੇ ਮੋਤੀ ਖੁਰਾਕ ਚੰਗੀ ਖਾਓ, ਤੇ ਕੀ ਬਗਲੇ ਖਾਣਗੇ? ਪ੍ਰੋਬਲਮ ਤਾਂ ਕ੍ਰੀਏਟ ਹੋਏਗੀ। ਹੁਣ ਇੱਕ ਮਧੂ ਮੱਖੀ ਹੈ ਔਰ ਇੱਕ ਗੰਦਗੀ ਦੀ ਮੱਖੀ ਹੈ, ਕੀ ਉਹਨਾਂ ਦਾ ਜੋੜ ਆਏਗਾ? ਮਧੂ ਮੱਖੀ ਨੇ ਫੁੱਲਾਂ ਦੇ ਵਿੱਚੋਂ ਰਸ ਲੈਣਾ ਹੈ, ਸ਼ਹਿਦ ਇਕੱਠੀ ਕਰਨੀ ਹੈ, ਤੇ ਗੰਦਗੀ ਦੀ ਮੱਖੀ ਨੇ ਵਿਸ਼ਟਾ ਦੇ ਉੱਤੇ ਬਹਿਣਾ ਹੈ, ਗੰਦਗੀ ਖਾਣੀ ਹੈ। ਕੀ ਜੋੜ ਆਏਗਾ? ਕਦੇ ਵੀ ਨਹੀਂ ਆਏਗਾ। ਇਸ ਲਈ ਜੋ ਸਚਿਆਰ ਔਰ ਕੂੜਿਆਰ ਨੇ ਭਗਤਾਂ ਤੇ ਸਹਿਸਾਰੀਆਂ ਦਾ ਮਤਲਬ ਸਚਿਆਰ ਔਰ ਕੂੜਿਆਰ, ਦੀਨ ਔਰ ਦੁਨੀ, ਦੋ ਰਾਸਤੇ ਨੇ ਨਾ, ਦੀਨ ਔਰ ਦੁਨੀ, ਸੱਚ ਔਰ ਝੂਠ, ਜਾਂ ਭਗਤ ਔਰ ਸੰਸਾਰੀ, ਜਾਂ ਸਚਿਆਰ ਔਰ ਕੂੜਿਆਰ। ਇੱਥੇ ਗੁਰੂ ਜੀ ਸਚਿਆਰ ਨੂੰ ਹੀ ਭਗਤ ਕਹਿ ਰਹੇ ਨੇ ਤੇ ਕੂੜਿਆਰ ਨੂੰ ਹੀ ਸੰਸਾਰੀ ਕਹਿ ਰਹੇ ਨੇ। ਇਹਨਾਂ ਦਾ ਆਪਸ ਦੇ ਅੰਦਰ ਜੋੜ ਕਦੇ ਵੀ ਨਹੀਂ ਆਉਂਦਾ। ਇਹ ਦੋ ਬਿਰਤੀਆਂ ਆਪਸ ਵਿੱਚ ਕਦੇ ਮਿਲਦੀਆਂ ਹੀ ਨਹੀਂ। ਕਰਤਾ ਆਪ ਅਭੁੱਲ ਹੈ, ਨਾ ਭੁੱਲੇ ਕਿਸੇ ਦਾ ਭੁਲਾਇਆ। ਰੱਬ ਅਭੁੱਲ ਹੈ, ਉਹਦੀ ਇਸ ਕਾਇਨਾਤ ਦੇ ਅੰਦਰ ਕੋਈ ਉਕਾਈ ਨਹੀਂ ਹੈ। ਜੋ ਕੁਛ ਰਚਨਾ ਹੈ ਨਾ, ਪੂਰੀ ਜੋ ਕਿਰਤ ਹੈ ਕਰਤੇ ਦੀ, ਇਹ ਬਿਲਕੁਲ ਪੂਰੀ ਹੈ। ਸੱਚੇ ਤੇਰੇ ਖੰਡ, ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋ, ਸੱਚੇ ਆਕਾਰ, ਇਹਨਾਂ ਦੇ ਅੰਦਰ ਕੋਈ ਊਣਤਾ ਹੀ ਨਹੀਂ ਹੈ। ਬੜੇ ਸਿਸਟਮ ਦੇ ਅੰਦਰ ਹਰ ਚੀਜ਼ ਬਣੀ ਹੋਈ ਹੈ। ਨਾ ਭੁੱਲੇ ਕਿਸੇ ਦਾ ਭੁਲਾਇਆ, ਇੱਕ ਤਾਂ ਉਹ ਅਭੁੱਲ ਹੈ, ਭੁੱਲ ਨਹੀਂ ਕਰਦਾ, ਉਹਦੇ ਅੰਦਰ ਕੋਈ ਊਣਤਾ ਹੀ ਨਹੀਂ ਹੈ। ਤੇ ਦੂਜੀ ਸਿਫਤ ਉਹਦੀ ਹੈ ਕਿ ਕਿਸੇ ਦਾ ਭੁਲਾਇਆ ਹੋਇਆ ਭੁੱਲਦਾ ਵੀ ਨਹੀਂ। ਜੇ ਭੁਲਾਣਾ ਚਾਹੇ ਨਾ ਕੋਈ, ਤਾਂ ਉਹ ਭੁੱਲਦਾ ਨਹੀਂ ਹੈ। ਜੇ ਸਿਸਟਮ ਦੇ ਅੰਦਰ ਕੋਈ ਸੂਰਜ ਨੂੰ ਭੁਲਾਣਾ ਚਾਹੇ ਨਾ ਵੀ ਘੰਟਾ ਕੁ ਲੇਟ ਚੜ ਜਾਈਂ, ਅੱਜ ਇਸ ਪਾਸੋਂ ਚੜ ਜਾ, ਕੱਲ ਨੂੰ ਇਸ ਪਾਸੋਂ, ਤੇ ਸੂਰਜ ਭੁੱਲਦਾ ਨਹੀਂ। ਉਹਨੇ ਆਪਣੇ ਟਿਕਾਣੇ ਤੇ ਟਾਈਮ ਨਾਲ ਹੀ ਨਜ਼ਰੀ ਪੈਣਾ ਹੈ। ਜੇ ਕੋਈ ਪਾਣੀ ਨੂੰ ਭੁਲਾ ਦੇਵੇ, ਭੁਲਾਣਾ ਚਾਹੇ ਕਿ ਪਾਣੀ ਨੀਵੇਂ ਥਾਂ ਦੀ ਬਜਾਏ ਉਤਾਂ ਨੂੰ ਚੜੇ, ਕਿ ਸਮੁੰਦਰ ਦਾ ਪਾਣੀ ਹਿਮਾਲੇ ਨੂੰ ਚੜਨਾ ਸ਼ੁਰੂ ਹੋ ਜਾਵੇ, ਤਾਂ ਪਾਣੀ ਭੁੱਲਦਾ ਨਹੀਂ, ਪਾਣੀ ਹਮੇਸ਼ਾ ਨੀਵੇਂ ਪਾਸੇ ਜਾਏਗਾ। ਕਿਉਂਕਿ ਸਿਸਟਮ ਹੈ ਨਾ ਕੁਦਰਤ ਦਾ, ਸਿਸਟਮ ਨੂੰ ਭੁਲਾਇਆ ਨਹੀਂ ਜਾ ਸਕਦਾ। ਤੇ ਜੇ ਕੋਈ ਬੰਦਾ ਚਾਹੇ ਕਿ ਮੈਂ ਹੇਰਾ ਫੇਰੀਆਂ ਕਰਕੇ, ਮਾੜੀ ਸੋਚ ਵਾਲੀ ਜ਼ਿੰਦਗੀ ਜੀ ਕੇ ਤੇ ਰੱਬ ਨੂੰ ਬੇਵਕੂਫ ਬਣਾ ਕੇ ਤੇ ਖੁਸ਼ ਰਹਿ ਲਵਾਂ, ਸ਼ਾਂਤੀ ਪਾ ਲਵਾਂ, ਸਿਸਟਮ ਨੂੰ ਮੈਂ ਬੇਵਕੂਫ ਬਣਾ ਲਵਾਂ, ਤਾਂ ਕੀ ਬਣਾ ਲਓ? ਕਦੇ ਵੀ ਨਹੀਂ। ਜੇ ਕੋਈ ਚਾਹੇ ਕਿ ਮੇਰੇ ਅੰਦਰ
ਨੈਗੇਟਿਵਿਟੀ ਰਹੇ, ਇਨਫੀਰੀਅਰਿਟੀ ਕੰਪਲੈਕਸ ਦਾ ਮੈਂ ਸ਼ਿਕਾਰ ਹੋਵਾਂ ਤੇ ਮੈਂ ਖੁਸ਼ੀਆਂ ਮਾਣਾ, ਤਾਂ ਕੀ ਐਵੇਂ ਹੋ ਸਕਦਾ ਹੈ? ਕਦੇ ਵੀ ਨਹੀਂ। ਇਸ ਲਈ ਕਰਤਾ ਅਭੁੱਲ ਹੈ, ਉਹਨੂੰ ਭੁਲਾਇਆ ਨਹੀਂ ਜਾ ਸਕਦਾ। ਕੁਝ ਵੀ ਗਲਤ ਕਰਕੇ ਉਹਦਾ ਨਤੀਜਾ ਸਹੀ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਕਦੇ ਵੀ ਕਿਕਰੀਆਂ ਦੇ ਬੀਜ ਬੀਜ ਕੇ ਉਹਨਾਂ ਤੋਂ ਅੰਗੂਰ ਨਹੀਂ ਖਾ ਸਕਦੇ। ਲੋੜੈ ਦਾਖ ਬਿਜੋਰੀਆਂ, ਕਿੱਕਰ ਬੀਜੈ ਜੱਟ, ਹੰਢੈ ਉਨ ਕਤਾਏ ਦਾ, ਪੈਂਦਾ ਲੋੜੈ ਪੱਟ। ਜੇ ਕੋਈ ਕਿਕਰੀਆਂ ਦੇ ਬੀਜ ਬੀਜ ਕੇ ਖਾਦ ਪਾਣੀ ਦੇਈ ਜਾਏ ਤੇ ਜ਼ਮੀਨ ਨੂੰ ਕਹੀ ਜਾਏ ਕਿ ਮੈਂ ਤੇਰੇ ਵਿੱਚ ਨਾ ਅੰਗੂਰਾਂ ਦੇ ਬੀਜ ਬੀਜੇ ਨੇ, ਅੰਗੂਰਾਂ ਦੀਆਂ ਵੱਲਾਂ ਲਾਈਆਂ ਨੇ, ਇਹਨਾਂ ਨੂੰ ਅੰਗੂਰ ਲਾਈ, ਅੰਗੂਰ ਲੱਗਣਗੇ, ਜੇ ਇਹ ਕਹੀ ਜਾਏ ਤੇ ਕੀ ਉਹਨੂੰ ਅੰਗੂਰ ਲੱਗਣਗੇ? ਜ਼ਮੀਨ ਨੂੰ ਭੁਲਾ ਲੋਗੇ? ਨਹੀਂ ਭੁਲਾ ਸਕਦਾ। ਇਸੇ ਤਰ੍ਹਾਂ ਸਾਡਾ ਜੋ ਦਿਮਾਗ ਹੈ ਨਾ, ਇਹ ਵੀ ਇੱਕ ਸਿਸਟਮ ਹੈ ਪੂਰੇ ਦਾ ਪੂਰਾ। ਇਹਨੂੰ ਬੇਵਕੂਫ ਨਹੀਂ ਬਣਾਇਆ ਜਾ ਸਕਦਾ। ਇਹਦੇ ਅੰਦਰ ਰੰਚਕ ਮਾਤਰ ਵੀ ਗੜਬੜ ਨਹੀਂ ਕੀਤੀ ਜਾ ਸਕਦੀ। ਇਹ ਮੁਕੰਮਲ ਤੌਰ ਤੇ ਪੂਰਨ ਸਿਸਟਮ ਹੈ। ਜੇ ਇਹਦੇ ਅੰਦਰ ਨੈਗੇਟਿਵ ਵਿਚਾਰ ਲੈ ਕੇ ਜਾਓਗੇ ਨਾ, ਤਾਂ ਉਹਦਾ ਨਤੀਜਾ ਕਦੇ ਪੋਜ਼ਿਟਿਵ ਨਹੀਂ ਆਏਗਾ। ਇਹ ਤੁਹਾਨੂੰ ਨੈਗੇਟਿਵ ਵਿਚਾਰ ਹੀ ਦੇਵੇਗਾ। ਜਿਵੇਂ ਮੈਂ ਤੁਹਾਨੂੰ ਕਿਹਾ ਸੀ ਨਾ, ਪੁਸਤਕ ਪੜ੍ਹਨ ਵਾਸਤੇ ਪਾਵਰ ਆਫ ਯੂਰ ਸਬਕੌਂਸ਼ੀਅਸ ਮਾਈਂਡ, ਤੁਹਾਡੇ ਅਵਚੇਤਨ ਮਨ ਦੀ ਸ਼ਕਤੀ, ਉਹਦੇ ਵਿੱਚ ਚੀਜ਼ਾਂ ਬਹੁਤ ਵਧੀਆ ਐਕਸਪਲੇਨ ਕੀਤੀਆਂ ਨੇ। ਜੇ ਤੁਸੀਂ ਕਿਸੇ ਦੀ ਇਮੇਜ ਮਾੜੀ ਬਣਾ ਲਈ ਹੈ, ਅੰਦਰ ਨੈਗੇਟਿਵਿਟੀ ਪੈਦਾ ਕਰ ਲਈ ਹੈ, ਤਾਂ ਨੈਗੇਟਿਵ ਵਿਚਾਰ ਅੰਦਰ ਦੇ ਕੇ ਤੁਸੀਂ ਇਹਨੂੰ ਬੇਵਕੂਫ ਨਹੀਂ ਬਣਾ ਸਕਦੇ ਕਿ ਇਹ ਪੋਜ਼ਿਟਿਵ ਵਿਚਾਰ ਪੈਦਾ ਕਰੇ, ਕਦੇ ਵੀ ਨਹੀਂ ਹੋਣਾ। ਜੇ ਅੰਦਰ ਪੋਜ਼ਿਟਿਵਿਟੀ ਦੋਗੇ ਤਾਂ ਹੀ ਪੋਜ਼ਿਟਿਵ ਵਿਚਾਰ ਆਣਗੇ। ਇਸ ਲਈ ਕਰਤਾ ਅਭੁੱਲ ਹੈ, ਉਹਦਾ ਸਿਸਟਮ ਅਭੁੱਲ ਹੈ, ਉਹਨੂੰ ਭੁਲਾਇਆ ਨਹੀਂ ਜਾ ਸਕਦਾ। ਭਗਤ ਆਪੇ ਮੇਲਿਅਨ, ਜਿਨੀ ਸੱਚੋ ਸੱਚ ਕਮਾਇਆ। ਭਗਤ ਦਾ ਮਤਲਬ ਸਮਝ ਗਿਆ ਨਾ, ਜਿਨ੍ਹਾਂ ਨੇ ਸੱਚ ਨੂੰ ਅਪਣਾਇਆ ਹੈ, ਜਿਹੜੇ ਮਾਣ ਹੁੰਦਿਆਂ ਨੇ ਮਾਣੇ ਨੇ, ਤਾਣ ਹੁੰਦਿਆਂ ਨੇ ਤਾਣੇ ਨੇ, ਅਣਹੋਂਦ ਵਿੱਚ ਜੋ ਵੰਡ ਰਹੇ ਨੇ, ਜੋ ਇਨਸਾਨੀਅਤ ਵਾਲੀ ਜ਼ਿੰਦਗੀ ਜੀ ਰਹੇ ਨੇ, ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਜਿਨੀ ਸੱਚੋ ਸੱਚ ਕਮਾਇਆ, ਜਿਨ੍ਹਾਂ ਨੇ ਸੱਚ ਦੀ ਕਮਾਈ ਕੀਤੀ ਹੈ, ਯਾਨੀ ਮਨ, ਬਚਨ ਔਰ ਕਰਮ ਕਰਕੇ ਜੋ ਸੱਚ ਦੇ ਧਾਰਨੀ ਰਹੇ ਨੇ, ਉਹਨਾਂ ਨੂੰ ਗੁਰੂ ਜੀ ਭਗਤ ਕਹਿ ਰਹੇ ਨੇ। ਸਚਿਆਰ ਇੱਕ ਸ਼ਖਸੀਅਤ ਹੈ। ਜਦੋਂ ਗੁਰਬਾਣੀ ਨੂੰ ਧਿਆਨ ਨਾਲ ਪੜੋਗੇ ਨਾ, ਗੁਰੂ ਨਾਨਕ ਦੇਵ ਜੀ ਨੇ ਸ਼ਬਦ ਵਰਤਿਆ ਹੈ ਸਚਿਆਰ, ਤੇ ਗੁਰੂ ਅੰਗਦ ਦੇਵ ਜੀ ਸ਼ਬਦ ਵਰਤ ਰਹੇ ਨੇ ਆਸ਼ਕ। ਸਚਿਆਰ ਨੂੰ ਹੀ ਆਸ਼ਕ ਕਹਿ ਰਹੇ ਨੇ। ਗੁਰੂ ਅਮਰਦਾਸ ਜੀ ਸ਼ਬਦ ਵਰਤਦੇ ਨੇ ਭਗਤ ਜਾਂ ਗੁਰਮੁਖ, ਸਚਿਆਰ ਨੂੰ ਹੀ ਭਗਤ ਔਰ ਗੁਰਮੁਖ ਕਹਿ ਰਹੇ ਨੇ। ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਸ਼ਬਦ ਵਰਤਦੇ ਨੇ ਸਿੱਖ, ਗੁਰਸਿੱਖ, ਸਿੱਖੜਾ, ਗੁਰਸਿੱਖੜਾ, ਸਚਿਆਰ ਨੂੰ ਹੀ ਕਹਿ ਰਹੇ ਨੇ। ਧੰਨ ਗੁਰੂ ਅਰਜਨ ਪਾਤਸ਼ਾਹ ਜੀ ਬ੍ਰਹਮ ਗਿਆਨੀ ਸੰਤ ਸਾਧ ਸ਼ਬਦ ਸਚਿਆਰ ਨੂੰ ਹੀ ਕਹਿ ਰਹੇ ਨੇ। ਗੁਰੂ ਤੇਗ ਬਹਾਦਰ ਜੀ ਸਚਿਆਰ ਵਾਸਤੇ ਜਨ ਸ਼ਬਦ ਵਰਤ ਰਹੇ ਨੇ। ਭਗਤ ਕਬੀਰ ਜੀ ਸਚਿਆਰ ਵਾਸਤੇ ਖਾਲਸੇ ਸ਼ਬਦ ਵਰਤ ਰਹੇ ਨੇ, ਕਹੋ ਕਬੀਰ ਜਨ ਭੈ ਖਾਲਸੇ। ਗੁਰੂ ਗੋਬਿੰਦ ਸਿੰਘ ਜੀ ਵੀ ਸਚਿਆਰ ਵਾਸਤੇ ਖਾਲਸਾ ਸ਼ਬਦ ਵਰਤ ਰਹੇ ਨੇ। ਭਗਤ ਆਪੇ ਮੇਲਿਆਂ ਦਾ ਮਤਲਬ ਸਚਿਆਰ ਪੁਰਸ਼ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਕਿੰਨਾਂ ਨੂੰ? ਜਿਨ੍ਹਾਂ ਨੇ ਸੱਚ ਹੀ ਕਮਾਇਆ ਹੁੰਦਾ ਹੈ, ਮਨ, ਬਚਨ ਔਰ ਕਰਮ ਕਰਕੇ। ਤਾਂ ਹੁਣ ਭਗਤੀ ਜਿਹੜੀ ਰਾਮ ਰਾਮ ਅੱਲਾ ਅੱਲਾ ਕਰਨੀ ਤੇ ਨਾ ਹੋਈ, ਮਾਲਾ ਫੇਰਨੀ ਤੇ ਦਸਮ ਦੁਆਰ ਵਿੱਚ ਪ੍ਰਾਨ ਚੜਾਣੇ ਤੇ ਨਾ ਹੋਏ। ਭਗਤੀ ਕੀ ਹੋਈ? ਸੱਚ ਨੂੰ ਕਮਾਣਾ। ਉਹਨਾਂ ਨੂੰ ਰੱਬ ਆਪਣੇ ਨਾਲ ਮਿਲਾ ਲੈਂਦਾ ਹੈ। ਸਹਿਸਾਰੀ ਆਪ ਖੁਆਇਨ, ਜਿਨੇ ਕੂੜ ਬੋਲ ਬੋਲ ਬਿਕ ਖਾਇਆ। ਇਸ ਸਿਸਟਮ ਦੇ ਅੰਦਰ, ਹੁਕਮ ਦੇ ਅੰਦਰ ਜਿਹੜੇ ਸੰਸਾਰੀ ਨੇ ਉਹ ਕੌਣ ਨੇ? ਜਿਨ੍ਹਾਂ ਨੇ ਕੂੜ ਬੋਲ ਬੋਲ ਕੇ, ਝੂਠ ਬੋਲ ਬੋਲ ਕੇ ਆਤਮਕ ਮੌਤ ਲਿਆਉਣ ਵਾਲਾ ਭੋਜਨ ਖਾਦਾ ਹੈ। ਖੁਆਇਨ ਦਾ ਮਤਲਬ ਉਹਨਾਂ ਨੂੰ ਖੁਆਰ ਕੀਤਾ ਹੈ, ਉਹ ਖੁਆਰ ਹੋਏ ਨੇ। ਤਾਂ ਖੁਆਰ ਹੋਣਾ ਔਰ ਸੁਖ ਮਾਨਣਾ ਇਹ ਸਾਡੀ ਆਪਣੀ ਚੁਆਇਸ ਹੈ। ਹਰ ਬੰਦੇ ਦੀ ਇਹ ਕਿਸਮਤ ਆਪ ਬੰਦਾ ਲਿਖ ਰਿਹਾ ਹੈ। ਚੁਆਇਸ ਹੈ ਸਾਡੀ, ਕਿਸ ਚੀਜ਼ ਨੂੰ ਤੁਸੀਂ ਪ੍ਰਵਾਨ ਕਰਨਾ ਚਾਹੁੰਦੇ ਹੋ, ਕੀ ਪ੍ਰਵਾਨ ਕਰਨਾ ਚਾਹੁੰਦੇ ਹੋ। ਤਾਂ ਰੱਬੀ ਹੁਕਮ ਦੇ ਅੰਦਰ ਜਿਹੜੇ ਕੂੜ ਬੋਲਣ ਵਾਲੇ, ਝੂਠ ਬੋਲਣ ਵਾਲੇ ਨੇ, ਕਲਕਾਤੀ ਰਾਜੇ ਕਾ ਸਾਈ ਜਿਨ੍ਹਾਂ ਦੀ ਅਵਸਥਾ ਹੈ, ਉਹਨਾਂ ਨੇ ਕੂੜ ਬੋਲ ਬੋਲ ਕੇ ਆਤਮਕ ਮੌਤ ਲਿਆਉਣ ਵਾਲਾ ਜ਼ਹਿਰ ਖਾਦਾ ਹੈ। ਉਹਨਾਂ ਨੇ ਆਪਣੀ ਜ਼ਿੰਦਗੀ ਚੋਂ ਇਨਸਾਨੀਅਤ ਖਤਮ ਕਰ ਲਈ ਹੈ ਤੇ ਰੱਬ ਨੇ ਉਹਨਾਂ ਨੂੰ ਹੁਕਮ ਦੇ ਅੰਦਰ ਖੁਆਰ ਕੀਤਾ ਹੈ, ਕਿਉਂਕਿ ਉਹਨਾਂ ਨੇ ਰਾਹ ਹੀ ਖੁਆਰੀ ਵਾਲਾ ਅਪਣਾ ਲਿਆ। ਚੱਲਣ ਸਾਰ ਨਾ ਜਾਣਨੀ, ਕਾਮ ਕ੍ਰੋਧ ਵਿਸ਼ ਵਧਾਇਆ। ਚੱਲਣ ਦਾ ਮਤਲਬ ਜੀਵਨ ਦੀ ਜੁਗਤ। ਕਈਆਂ ਨੇ ਅਰਥ ਇਹਦਾ ਕੀਤਾ ਹੈ ਕਿ ਮੌਤ, ਮੌਤ ਵੀ ਅਰਥ ਹੈ, ਲੇਕਿਨ ਇੱਥੇ ਚੱਲਣ ਦਾ ਮਤਲਬ ਹੈ ਜੀਵਨ ਦਾ ਚਾਲ ਚਲਨ, ਜੀਵਨ ਜੀਣਾ। ਚੱਲਣ ਸਾਰ ਨਾ ਜਾਣਨੀ, ਜੋ ਲੋਕ ਜੀਵਨ ਦੀ ਸਹੀ ਜੁਗਤ ਨਹੀਂ ਸਮਝਦੇ। ਕਾਮ ਕ੍ਰੋਧ ਵਿਸ਼ ਵਧਾਇਆ, ਉਹਨਾਂ ਨੇ ਕਾਮ ਕ੍ਰੋਧ ਦੀ ਜ਼ਹਿਰ ਆਪਣੇ ਅੰਦਰ ਪੈਦਾ ਕਰ ਲਈ।
ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਉਹਨਾਂ ਦਾ ਜੀਵਨ ਦਾ ਵਿਨਾਸ਼ ਹੋ ਗਿਆ, ਜਿਨ੍ਹਾਂ ਨੂੰ ਜੀਵਨ ਜੁਗਤ ਨਹੀਂ ਆਈ। ਇਸ ਜੀਵਨ ਦੇ ਅੰਦਰ ਦੁੱਖ ਨਹੀਂ ਹਨ, ਕੇਵਲ ਜੀਵਨ ਨੂੰ ਮੈਨੇਜ ਕਰਨਾ ਨਹੀਂ ਆਉਂਦਾ। ਜਿਵੇਂ ਮਨੀ मैनेजमेंट है, टाइम मैनेजमेंट है, स्ट्रेस मैनेजमेंट है, पीपल मैनेजमेंट है, सिचुएशन मैनेजमेंट है, इन्हां चीजां नूं मैनेज करना आना चाहिए ना। ਤਾਂ ਜਿਨ੍ਹਾਂ ਨੂੰ ਮੈਨੇਜ ਕਰਨੀ ਜ਼ਿੰਦਗੀ ਨਹੀਂ ਆਈ, ਜਿਨ੍ਹਾਂ ਨੇ ਇਸ ਜ਼ਿੰਦਗੀ ਦੀ ਸਾਰ ਨੂੰ ਨਹੀਂ ਸਮਝਿਆ, ਸੱਚ ਨੂੰ ਨਹੀਂ ਸਮਝਿਆ, ਉਹਨਾਂ ਨੇ ਆਪਣੀ ਜ਼ਿੰਦਗੀ ਦੇ ਅੰਦਰ ਕਾਮ ਕ੍ਰੋਧ ਆਦਿਕ ਦੀ ਜ਼ਹਿਰ ਵਧਾ ਲਈ ਹੈ। ਭਗਤ ਕਰਨ ਹਰ ਚਾਕਰੀ, ਜਿਨੀ ਅੰਦਿਨ ਨਾਮ ਧਿਆਇਆ। ਜਿਹੜੇ ਸਚਿਆਰ ਨੇ, ਕਰਨ ਹਰ ਚਾਕਰੀ, ਉਹ ਰੱਬ ਦੀ ਸੇਵਾ ਕਰਦੇ ਨੇ, ਯਾਨੀ ਰੱਬੀ ਹੁਕਮ ਦੇ ਅੰਦਰ ਚੱਲਦੇ ਨੇ। ਜਿਨੀ ਅੰਦਿਨ ਨਾਮ ਧਿਆਇਆ, ਨਾਮ ਦਾ ਮਤਲਬ ਹੈ ਹੁਕਮ, ਧਿਆਇਆ ਦਾ ਮਤਲਬ ਧਿਆਨ ਵਿੱਚ ਰੱਖਿਆ। ਨਾਮ ਦਾ ਕੀ ਮਤਲਬ ਹੈ ਜੀ? ਬੋਲੋਗੇ ਤਾਂ ਮੈਂ ਵੇਖ ਲਵਾਂਗਾ। ਨਾਮ ਦਾ ਮਤਲਬ ਹੁਕਮ। ਜਿਹੜੇ ਰੱਬੀ ਭਗਤ ਨੇ, ਉਹ ਰੱਬੀ ਹੁਕਮ ਵਿੱਚ ਤੁਰਦੇ ਨੇ। ਜਿਨੀ ਅੰਦਿਨ ਨਾਮ ਧਿਆਇਆ, ਧਿਆਇਆ ਦਾ ਮਤਲਬ ਧਿਆਨ ਵਿੱਚ ਰੱਖਿਆ, ਜਿਨ੍ਹਾਂ ਨੇ ਦਿਨ ਰਾਤ ਹਰ ਪਲ ਰੱਬੀ ਹੁਕਮ ਨੂੰ ਧਿਆਨ ਵਿੱਚ ਰੱਖਿਆ ਹੈ। ਯਾਨੀ ਇਸ ਲਾ ਆਫ ਨੇਚਰ ਨੂੰ, ਕੁਦਰਤ ਦੇ ਨਿਯਮਾਂ ਨੂੰ, ਨਿਯਮਾਵਲੀ ਨੂੰ ਧਿਆਨ ਦੇ ਅੰਦਰ ਰੱਖ ਕੇ ਜਿਨ੍ਹਾਂ ਨੇ ਜ਼ਿੰਦਗੀ ਜੀਵੀ ਜੀਏ, ਉਹ ਅਸਲ ਦੇ ਅੰਦਰ ਰੱਬ ਦੀ ਚਾਕਰੀ ਕਰ ਰਹੇ ਨੇ। ਦਾਸਨ ਦਾਸ ਹੋਏ ਕਹਿ ਜਿਨੇ ਵਿੱਚੋਂ ਆਪ ਗਵਾਇਆ। ਜਿਨ੍ਹਾਂ ਨੇ ਆਪਣੇ ਅੰਦਰੋਂ ਆਪਾ ਗਵਾ ਦਿੱਤਾ, ਯਾਨੀ ਇਨਫੀਰੀਓਰਿਟੀ ਕੰਪਲੈਕਸ ਔਰ ਸੁਪਰੀਓਰਿਟੀ ਕੰਪਲੈਕਸ ਜਿਨ੍ਹਾਂ ਨੇ ਖਤਮ ਕਰ ਦਿੱਤਾ। ਮੀਨਸ ਆਪਣੇ ਮਨ ਦੀ ਮੱਤ ਗਵਾ ਦਿੱਤੀ ਔਰ ਜੋ ਪ੍ਰਭੂ ਦੇ ਦਾਸਾਂ ਦੇ ਦਾਸ ਹੋ ਗਏ, ਯਾਨੀ ਜੋ ਰੱਬੀ ਰਾਹਾਂ ਤੇ ਤੁਰਨ ਵਾਲਿਆਂ ਦੇ ਰਾਹਾਂ ਤੇ ਤੁਰੇ, ਜਿਨ੍ਹਾਂ ਨੇ ਰੱਬ ਦੇ ਦਾਸਾਂ ਦਾ, ਸਚਿਆਰਾਂ ਦਾ ਆਦਰ ਸਤਿਕਾਰ ਕੀਤਾ, ਉਸ ਰਾਹ ਨੂੰ ਅਪਣਾਇਆ। ਉਹਨਾਂ ਖਸਮੇ ਕੇ ਦਰ ਮੁਖ ਉਜਲੇ, ਸੱਚੇ ਸ਼ਬਦ ਸੁਹਾਇਆ। ਸੱਚੇ ਸ਼ਬਦ ਸੁਹਾਇਆ ਦਾ ਮਤਲਬ ਸੱਚੇ ਸ਼ਬਦ ਰਾਹੀਂ, ਸੱਚੇ ਗਿਆਨ ਰਾਹੀਂ, ਗੁਰੂ ਦੇ ਗਿਆਨ ਰਾਹੀਂ ਉਹਨਾਂ ਨੇ ਆਪਣੇ ਜੀਵਨ ਨੂੰ ਸੁਹਾਇਆ ਦਾ ਮਤਲਬ ਸੁਹਾਵਣਾ ਬਣਾ ਲਿਆ। ਤੇ ਜਿਨ੍ਹਾਂ ਨੇ ਆਪਣੀ ਸੋਚ ਨੂੰ, ਮਨ ਨੂੰ, ਬਚਨਾਂ ਨੂੰ, ਕਰਮਾਂ ਨੂੰ ਸੁਹਾਵਣਾ ਬਣਾ ਲਿਆ, ਉਹਨਾਂ ਖਸਮੇ ਕੇ ਦਰ ਮੁਖ ਉਜਲੇ, ਰੱਬ ਦੇ ਦਰ ਦੇ ਉੱਤੇ ਉਹਨਾਂ ਦੇ ਮੁਖ ਉਜਵਲ ਨੇ, ਉਹਨਾਂ ਨੂੰ ਮਾਣ ਸਤਿਕਾਰ ਮਿਲਦਾ ਹੈ। ਤੇ ਰੱਬ ਦਾ ਦਰ ਕਿਹੜਾ ਹੈ? ਆ ਸਾਰਾ ਸੰਸਾਰ ਰੱਬ ਦਾ ਹੀ ਦਰ ਹੈ। ਇਹ ਜਗ ਸੱਚੇ ਕੀ ਹੈ ਕੋਠੜੀ, ਯਾਨੀ ਜਿੱਥੇ ਸੱਚ ਦੇ ਆਧਾਰ ਦੇ ਉੱਤੇ ਫੈਸਲੇ ਹੁੰਦੇ ਨੇ, ਉੱਥੇ ਉਹਨਾਂ ਨੂੰ ਮਾਣ, ਆਦਰ ਔਰ ਸਤਿਕਾਰ ਮਿਲਦਾ ਹੈ। ਅੱਜ ਦੀ ਵਿਚਾਰ ਅਸੀਂ ਇੱਥੇ ਸਮਾਪਤ ਕਰਦੇ ਹਾਂ। ਸਾਨੂੰ ਇਸ ਚੀਜ਼ ਦੀ ਸਮਝ ਆ ਗਈ ਹੈ ਕਿ ਕੱਲ ਕਾਤੀ ਰਾਜੇ ਕਾ ਸਾਈ, ਕਲਯੁਗ ਕੋਈ ਸਮਾਂ ਨਹੀਂ ਹੈ, ਸਗੋਂ ਸਮੇਂ ਨੂੰ ਯੂਜ਼ ਕਰਨਾ ਹੈ। ਤਾਂ ਜਿਸ ਸਮੇਂ ਦੇ ਅੰਦਰ ਅਸੀਂ ਸੱਚ ਨਾਲੋਂ ਟੁੱਟ ਜਾਂਦੇ ਹਾਂ, ਰੱਬ ਨਾਲੋਂ ਟੁੱਟ ਜਾਂਦੇ ਹਾਂ, ਉਹ ਸਮਾਂ ਸਾਡੇ ਲਈ ਕਲਯੁਗ ਬਣ ਜਾਂਦਾ ਹੈ। ਇੱਥੇ ਸੁਭਾਅ ਦੀ ਗੱਲ ਕੀਤੀ ਹੈ ਕਿ ਕਲਯੁਗੀ ਸੁਭਾਅ ਇੱਕ ਛੁਰੀ ਹੈ। ਰਾਜੇ ਜਿਹੜੇ ਨੇ ਉਹ ਕਸਾਈ ਬਣ ਕੇ ਪ੍ਰਜਾ ਨੂੰ ਨੋਚ ਰਹੇ ਨੇ, ਔਰ ਇਸ ਅਗਿਆਨਤਾ ਕਰਕੇ, ਪਾਪਾਂ ਔਰ ਵਿਕਾਰਾਂ ਕਰਕੇ ਜਗਤ ਦੇ ਅੰਦਰ ਦੁੱਖ ਔਰ ਅਸ਼ਾਂਤੀ ਹੈ। ਇੱਥੇ ਮੱਸਿਆ ਦੇ ਹਨੇਰੇ ਦੀ ਤਰ੍ਹਾਂ ਝੂਠ ਪਸਰਿਆ ਹੋਇਆ ਹੈ। ਚੰਦਰਮਾ ਕਿਤੇ ਨਜ਼ਰੀ ਨਹੀਂ ਪੈ ਰਿਹਾ, ਪਰ ਨਿਰਾਸ਼ ਹੋਣ ਦੀ ਲੋੜ ਨਹੀਂ। ਆਸਾ ਦੀ ਕਿਰਨ ਹੈ। ਰੱਬ ਦੀ ਜੋ ਸਿਫਤ ਸਲਾਹ ਹੈ ਉਹ ਪੂਰਨਮਾਸ਼ੀ ਦੇ ਚੰਦਰਮਾ ਦੀ ਤਰ੍ਹਾਂ ਹੈ। ਰੱਬ ਦੀ ਜੋ ਸਿਫਤ ਸਲਾਹ ਹੈ ਉਹ ਗੁਰੂ ਦੇ ਗਿਆਨ ਰਾਹੀਂ ਸਾਨੂੰ ਮਿਲੇਗੀ। ਜੋ ਗੁਰੂ ਦੇ ਗਿਆਨ ਮੁਤਾਬਕ ਜ਼ਿੰਦਗੀ ਜੀਣਗੇ, ਉਹਨਾਂ ਦੇ ਜੀਵਨ ਦੇ ਅੰਦਰ ਚਾਨਣਾ ਹੋ ਜਾਏਗਾ। ਤਾਂ ਅਸੀਂ ਸਾਰੇ ਵੀਰ ਭੈਣਾਂ ਜੋ ਕਲਾਸ ਵਿੱਚ ਹਾਂ, ਜਾਂ ਫੇਸਬੁੱਕ ਤੇ ਸੁਣ ਰਹੇ ਹਾਂ, ਜਾਂ ਪੜ੍ਹ ਰਹੇ ਹਾਂ, ਜਾਂ ਜੋ ਸਿੱਖ ਖਵਾਉਂਦੇ ਹਾਂ, ਸਾਡਾ ਇਹ ਫਰਜ਼ ਬਣਦਾ ਹੈ ਗੁਰਬਾਣੀ ਮੁਤਾਬਕ ਜ਼ਿੰਦਗੀ ਜੀ ਕੇ ਆਪਣੇ ਜੀਵਨ ਨੂੰ ਰੁਸ਼ਨਾਈਏ, ਔਰ ਇਸ ਸੰਸਾਰ ਦੇ ਅੰਦਰ ਰੋਸ਼ਨ ਕਰਕੇ ਇਸ ਸੰਸਾਰ ਨੂੰ ਰੁਸ਼ਨਾ ਕੇ ਬੇਗਮਪੁਰਾ ਬਣਾਉਣ ਦਾ ਯਤਨ ਕਰੀਏ। ਹੁਣ ਅੱਜ ਦੀ ਵਿਚਾਰ ਵਿੱਚ ਜੇ ਕਿਸੇ ਵੀਰ ਭੈਣ ਨੇ ਕੋਈ ਸਵਾਲ ਕਰਨਾ ਹੈ ਤਾਂ ਉਹ ਸਵਾਲ ਕਰ ਸਕਦੇ ਹੋ ਅਨਮਿਊਟ ਹੋ ਕੇ, ਔਰ ਜੇ ਕਿਸੇ ਵੀਰ ਭੈਣ ਨੇ ਆਪਣਾ ਵਿਊਜ਼ ਦੇਣਾ ਹੈ ਤਾਂ ਉਹ ਆਪਣੇ ਵਿਊਜ਼ ਵੀ ਦੇ ਸਕਦੇ ਹਨ। ਤੇ ਜਿਹੜੇ ਮੇਰੇ ਵੀਰ ਔਰ ਭੈਣਾਂ ਫੇਸਬੁੱਕ ਤੇ ਸਰਵਣ ਕਰ ਰਹੇ ਨੇ, ਸੁਰਿੰਦਰ ਗਰੇਵਾਲ ਜਾਂ ਨਰਿੰਦਰ ਜੱਸਲ ਜੀ, ਜਾਂ ਜੋਗਿੰਦਰ ਸਿੰਘ, ਸਾਹਿਬ ਸਿੰਘ, ਦਪਿੰਦਰ ਸਿੰਘ, ਸੁਖਵਿੰਦਰ ਸਿੰਘ ਤੇ ਹੋਰ ਵੀਰ ਭੈਣਾਂ, ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ। ਸਾਰਿਆਂ ਦਾ ਧੰਨਵਾਦ ਕਰਦਾ। ਜੇ ਆਪ ਦਾ ਵੀ ਕੋਈ ਸਵਾਲ ਹੋਏ ਜਾਂ ਸੁਜੈਸ਼ਨ ਹੋਏ ਤਾਂ ਫੇਸਬੁੱਕ ਤੇ ਸੁਣਨ ਵਾਲੇ ਵੀਰ ਵੀ ਮੈਸੇਜ ਕਰ ਸਕਦੇ ਨੇ। ਹੁਣੀਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ